सत श्री अकाल जी सारिਆਂ ਨੂੰ। ਤੁਸੀਂ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾ ਪਾਤਸ਼ਾਹੀ 10ਵੀਂ ਭਾਗ ਪਹਿਲਾ ਵਿੱਚ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਚੁੱਕੇ ਹੋ। ਹਾਂਜੀ, ਹੁਣ ਭਾਗ 2 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਬਾਬਾ ਜਸਵੀਰ ਸਿੰਘ ਜੀ 10ਵੀਂ ਅੰਸ਼ ਮਾਈ ਦੇਸਾਂ ਜੀ ਇੱਥੋਂ ਦੇ ਇਤਿਹਾਸ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਸਾਂਝ ਪਾਉਣਗੇ। हाँ जी, आओ जी गुरमुखो जी आया नूं। वाहिगुरू जी का खालसा वाहिगुरू जी की फतेह। इस तरह गुरमुख प्यारिओ तुसीं आए हो माई देसां दे अस्थान ते आके तुसीं दर्शन दीदारे कीते आ ते जो ये इतिहास अपना तकरीबन तुसीं गुलाबगढ़ तो आए हो, जिहड़ा हुण आपां इतिहास जाणांगे कि इत्थों दा संबंधित जिहड़ा इतिहास है वो गुर इतिहास दे विच कित्थे कित्थे मतलब उहदे तो पता लगदा की उहदा बारे दर्ज है। ये बहुत पुरानी गल है कि गुरु नानक साहब तो खुद चल के गए, जो आद सच जुगाद सच का प्रचार सीगा कि वो सच्चा एक ही आ, तो उहदे बारे प्रचार करदियां होया बाद च गुरु अंगद देव साहब ने ये ड्यूटी सांभी। इस तरह करदियां जो गुरु रामदास साहब इस गद्दी के वारस बने तो उन्होंने जिहड़े मुढ़ले गुरसिख सी जिन्हां दे भाई गुरदास होरी जां कुछ होर गुरमुख प्यारे सी काफ़ी, जिवें तीजे पातशाह ने 22 मंजियां बख्शियां सी, ਉਹਨਾਂ ਨੂੰ ਪ੍ਰਚਾਰ ਕਰਨ ਤੋਰਦੇ ਕਿ ਨਗਰਾਂ ਦੇ ਵਿੱਚ ਜਾ ਕੇ ਗੁਰੂ ਨਾਨਕ ਦਾ ਜੋ ਸੰਦੇਸ਼ ਹੈ ਉਹ ਲੋਕਾਂ ਨੂੰ ਤੁਸੀਂ ਜਾਗਰਤ ਕਰੋ, ਦੱਸੋ। ਉਹ ਪ੍ਰਚਾਰ ਦੌਰੇ ਦੌਰਾਨ ਜਦੋਂ ਆਪਣੇ ਇਸ ਇਲਾਕੇ ਦੇ ਵਿੱਚ ਭਾਈ ਗੁਰਦਾਸ ਹੋਰੀ ਆਏ ਤਾਂ ਇੱਥੇ ਇੱਕ ਬਠਿੰਡੇ ਦੇ ਨਾਲ ਛੋਟਾ ਜਿਹਾ ਪਿੰਡ ਹੈ ਬਲਾੜ ਵਿੰਝੂ ਕਾ ਕਹਿੰਦੇ ਆ, ਬਲਾੜ ਵਿੰਝੂ ਕਾ। ਉਸ ਨਗਰ ਦੇ ਵਿੱਚ ਜਦੋਂ ਆ ਕੇ ਉਹ ਗੁਰਮੁਖ ਪਿਆਰੇ ਠਹਿਰੇ ਤੇ ਉਦੋਂ 2 ਦਿਨ 4 ਦਿਨ ਜਾਂ 5 ਦਿਨ ਰਹਿ ਕੇ ਮਤਲਬ ਕਥਾ ਕੀਰਤਨ ਸੰਗਤਾਂ ਨੂੰ ਸੁਣਾਉਂਦੇ ਤੇ ਗੁਰੂ ਨਾਨਕ ਦਾ ਸੰਦੇਸ਼ ਨਾਮਦਾਨ ਬਖਸ਼ਿਸ਼ ਕਰਕੇ ਜਾਂਦੇ। ਤਾਂ ਉੱਥੇ ਇੱਕ ਗੁਰਮੁਖ ਪਿਆਰਾ ਉਸ ਸੰਗਤ ਦੇ ਵਿੱਚ ਜਿਹਨੇ ਬੇਨਤੀ ਕੀਤੀ ਗੁਰਮੁਖਾਂ ਨੂੰ ਕਿ ਗੁਰਮੁਖੋ ਤੁਹਾਡਾ ਜਿਹੜਾ ਰਹਿਣ ਦਾ ਅਵਤਾਰਾ ਤੁਸੀਂ ਮੇਰੇ ਘਰ ਕਰੋ। ਉੱਥੋਂ ਮੂਹਰਲੇ ਸੱਜਣਾਂ ਨੂੰ ਬੇਨਤੀ ਕਰਕੇ ਉਹਨੇ ਇਹ ਸੇਵਾ ਲੈ ਲਈ। ਤਾਂ ਉਹ ਗੁਰਮੁਖ ਪਿਆਰੇ ਉਹਦੇ ਘਰ ਠਹਿਰੇ। 5-4 ਦਿਨ ਪ੍ਰਚਾਰ ਕਰਨ ਤੋਂ ਬਾਅਦ ਜਦੋਂ ਵਾਪਸ ਜਾਣ ਲੱਗੇ ਤਾਂ ਇੱਕ ਸਹਿ ਸੁਭਾਅ ਗੁਰਮੁਖਾਂ ਦਾ ਵਚਨ ਹੁੰਦਾ ਹੈ, ਜਿਵੇਂ ਲੱਗਿਆ ਆਪਾਂ ਇੰਨੇ ਦਿਨ ਇਸ ਘਰੇ ਠਹਿਰੇ ਆ, ਉਹ ਕੀਤਾ ਵੀ ਜੇ ਬੱਚੇ ਦੇ ਸਿਰ 'ਤੇ ਹੱਥ ਰੱਖ ਜੀਏ ਜਾਂਦੇ ਜਾਂ ਕੁਛ ਦੇਣਾ ਚਾਹੁੰਦਾ ਗੁਰਮੁਖ ਪਿਆਰਾ ਕੋਈ ਜਾਂ ਕੋਲੋਂ ਸਰੋਪਾ ਬਖਸ਼ਿਸ਼ ਕਰਨਾ ਚਾਹੁੰਦਾ ਤਾਂ ਕਿਹਾ ਆਦਮ ਬੱਚਾ ਨਹੀਂ ਦਿੰਦਾ ਹੈ, ਸਾਨੂੰ 3-4 ਦਿਨ ਹੋ ਗਏ ਦੇਖਦਿਆਂ ਨੂੰ। ਤਾਂ ਆਦਮ ਨੇ ਬੇਨਤੀ ਕੀਤੀ ਕਿ ਬਾਬਾ ਜੀ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਹੈ, ਜ਼ਮੀਨ ਜਾਇਦਾਦ ਬਥੇਰੀ ਹੈ, ਪਰਿਵਾਰ ਵੀ ਹੈ, ਪਰ ਸਾਨੂੰ ਬੱਚੇ ਦੀ ਬਖਸ਼ਿਸ਼ ਨਹੀਂ ਹਾਲੇ ਤਾਈਂ ਹੋਈ ਤੇ ਤੁਸੀਂ ਕਿਰਪਾ ਕਰੋ, ਅਰਦਾਸ ਕਰੋ ਕਿ ਸਾਡੇ ਘਰ ਵੀ ਲਾਲ ਖੇਲਣ, ਸਾਡੇ ਘਰ ਵੀ ਬੱਚਾ ਹੋਵੇ। ਤਾਂ ਅਰਦਾਸ ਤਾਂ ਗੁਰਮੁਖਾਂ ਨੇ ਕੀਤੀ ਤੇ ਨਾਲ ਇੱਕ ਸੰਦੇਸ਼ ਦਿੱਤਾ ਕਿ ਆਦਮ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਰਾਮਦਾਸ ਸਾਹਿਬ ਬਿਰਾਜਮਾਨ ਨੇ, ਬਖਸ਼ਿਸ਼ਾਂ ਤਾਂ ਉਹੀ ਕਰ ਸਕਦੇ ਆ, ਅਸੀਂ ਤਾਂ ਬੇਨਤੀ ਕਰ ਸਕਦੇ ਆ, ਤੁਸੀਂ ਕਦੇ ਨਾ ਕਦੇ ਟਾਈਮ ਕੱਢ ਕੇ ਅੰਮ੍ਰਿਤਸਰ ਸਾਹਿਬ ਆਓ। ਤਾਂ ਆਦਮ ਨੇ ਕਹਿੰਦੇ ਫੇਰ ਕਦੋਂ, ਬਸ ਨਾਲ ਹੀ ਤਿਆਰਾ ਕਰਦੇ ਆ। ਤਾਂ ਉਹਨਾਂ ਨੇ ਘਰ ਵਾਲੀ ਨਾਲ ਰਾਏ ਕੀਤੀ ਕਿ ਆਪਾਂ ਹੁਣ ਗੁਰਮੁਖ ਪਿਆਰੇ ਆਏ ਆ, ਇਹਨਾਂ ਨਾਲ ਚੱਲੀਏ, ਨਾਲੇ ਦਰਸ਼ਨ ਕਰ ਆਵਾਂਗੇ, ਭਾਗ ਚੰਗੇ ਆ ਆਪਣੇ। ਤਾਂ ਦੋਨੋਂ ਜਾਣੇ ਆਪਦੇ ਘਰ-ਬਾਰ ਨੂੰ ਜਿਵੇਂ ਅੱਗੇ ਆਪਾਂ ਸਕੇ ਸਕੇਲਿਆਂ ਨੂੰ ਸਮਾ ਜਾਂਦੇ ਕਿ ਤੁਸੀਂ ਧਿਆਨ ਰੱਖਣਾ, ਅਸੀਂ ਜਾ ਆਈਏ। ਤਾਂ ਉਹ ਜਦੋਂ ਗਏ ਅੱਗੇ ਜਾ ਕੇ ਮੱਥਾ ਟੇਕਿਆ, ਦਰਬਾਰ ਦੇ ਵਿੱਚ ਬੈਠੇ, ਕਥਾ ਕੀਰਤਨ ਸੁਣਿਆ ਤਾਂ ਮਨ ਦਾ ਭਾਵ ਬਣ ਗਿਆ ਵੀ ਕਿਉਂ ਨਾ ਇੱਥੇ ਰਹਿ ਕੇ ਸੇਵਾ ਮੰਗ ਗਏ, ਕੋਈ ਆਪਾਂ ਸੇਵਾ ਕਰਗੇ। ਤੇ ਜਦੋਂ ਸੇਵਾ ਮੰਗੀ ਤਾਂ ਜਿਹੜਾ ਜਥੇਦਾਰ ਸੀ ਮੂਹਰੇ ਉਹ ਕਹਿੰਦੇ ਗੁਰਮੁਖੋ ਤੁਸੀਂ ਕੀ ਸੇਵਾ ਕਰ ਸਕਦੇ ਹੋ, ਆਪਦੀ ਖੁਸ਼ੀ ਨਾਲ ਸੇਵਾ ਚੁਣੋ। ਕਹਿੰਦਾ ਜੀ ਮੈਂ ਜੱਟ ਜ਼ਿਮੀਂਦਾਰ ਬੰਦਾ, ਖੇਤੀਬਾੜੀ ਕਰਦਾ, ਮੈਂ ਲੱਕੜਾਂ ਦੀ ਸੇਵਾ ਮੈਨੂੰ ਲੱਗ ਰਿਹਾ ਸਾਹਮਣੇ ਜਿਵੇਂ ਲੰਗਰ ਦੇ ਵਿੱਚ ਲੱਕੜਾਂ ਲਿਆ ਗੁਰਮੁਖ ਪਿਆਰੇ ਉਹ ਕਰੇ, ਉਹੀ ਸੇਵਾ ਮੈਂ ਕਰ ਸਕਦਾ। ਤਾਂ ਉਹ ਗੁਰਮੁਖ ਨੇ ਕਿਹਾ ਕਿ ਇਹ ਸੇਵਾ ਤੈਨੂੰ ਦਿੱਤੀ, ਤੂੰ ਜਾ ਕੇ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲਿਆਇਆ ਕਰ। ਉਹਨਾਂ ਨੇ ਜੰਗਲ 'ਚ ਜਾਣਾ, ਲੱਕੜਾਂ ਲਿਆ ਕੇ ਲੰਗਰ ਦੇ ਵਿੱਚ ਪਾ ਦੇਣੀਆਂ, ਪ੍ਰਸ਼ਾਦਾ ਛਕ ਲੈਣਾ। ਫਿਰ ਕਿਸੇ ਦਿਨ ਇੱਕ ਗੁਰਸਿੱਖ ਨੇ ਕਿਹਾ, ਕਹਿੰਦੇ ਆਦਮ ਜਿੰਨੀ ਕੁ ਕਮਾਈ ਕਰਦਾ ਉਨੀ ਕੁ ਆਪ ਹੀ ਛਕ ਲੈਣਾ। ਉਹ ਕਹਿੰਦਾ ਮਤਲਬ ਕਹਿੰਦਾ ਵੀ ਤੂੰ ਸੇਵਾ ਵੀ ਕਰਦਾ ਹੈ ਤੇ ਗੁਰੂ ਘਰ ਦੇ ਲੰਗਰ 'ਚੋਂ ਹੀ ਖਾਈ ਜਾਂਦਾ ਤੇ ਤੇਰਾ ਮੇਰੇ ਹਿਸਾਬ ਨਾਲ ਤਾਂ ਬਰਾਬਰ ਜੇ ਹੋਈ ਜਾਂਦਾ। ਗੱਲ ਇਹ ਸਹੀ ਸੀ ਜਾਂ ਗਲਤ ਸੀ ਇਹ ਨਹੀਂ ਪਤਾ, ਪਰ ਇਹ ਜਾਨੀ ਆਦਮ ਨੂੰ ਬੜੀ ਲੱਗੀ ਵੀ ਹਾਂ ਇਹ ਹੋ ਸਕਦਾ ਵੀ ਆਪਾਂ ਗੁਰੂ ਦਰਬਾਰ ਦਾ ਐਵੇਂ ਨਾ ਖਾਈਏ, ਇੱਥੇ ਪੂਜਾ ਦਾ ਧਾਨ ਜੇ ਆਪਾਂ ਕਹਿ ਦਿੰਦੇ ਆਪਾਂ, ਵੈਸੇ ਗੁਰੂ ਕਾ ਲੰਗਰ ਆ, ਬਖਸ਼ਿਸ਼ਾ ਸਭ ਨੂੰ ਛਕਣਾ ਚਾਹੀਦਾ, ਪਰ ਇੱਕ ਭਾਵ ਬਣ ਜਾਂਦਾ ਬੰਦੇ ਦਾ ਕਿ ਮੈਂ ਰਹਿ ਕੇ ਜਿੰਨਾ ਘੱਟ ਉਹ ਕਰਾਂ ਉਹ ਠੀਕ ਆ। ਤਾਂ ਉਹਦੇ ਉਸੇ ਦਿਨ ਤੋਂ ਆਦਮ ਦਾ ਖਿਆਲ ਬਣਿਆ ਕਿ ਕਿਉਂ ਨਾ ਮੈਂ ਨਾਲ ਆਪਦੀ ਕਿਰਤ ਸ਼ੁਰੂ ਕਰ ਦਿਆਂ। ਉਹਨੇ ਪਹਿਲਾਂ ਲੰਗਰ ਦੇ ਵਿੱਚ ਲੱਕੜਾਂ ਲਿਆ ਕੇ ਦੇਣੀਆਂ, ਉਸ ਤੋਂ ਬਾਅਦ 5-4 ਭਰੀਆਂ ਹੋਰ ਵੱਢ ਕੇ ਬਾਜ਼ਾਰ ਦੇ ਵਿੱਚ ਵੇਚ ਆਉਣੀਆਂ, ਆਸੇ ਪਾਸੇ ਵੇਚ ਕੇ ਉਹਦਾ ਰਾਸ਼ਨ ਪਾਣੀ ਲਿਆਉਣਾ, ਰਾਸ਼ਨ ਪਾਣੀ ਲਿਆ ਕੇ ਇੱਕ ਝੋਪੜੀ ਬਣਾ ਲਈ ਛੋਟੀ ਜੀ,
ਉੱਥੇ ਦੋਨੇ ਜੀਆਂ ਨੇ ਬਣਾ ਕੇ ਛਕਣਾ। ਉਹਦਾ ਇੱਕ ਅਲੱਗ ਸਕੂਨ ਆ ਜਿਹੜਾ ਕਿਰਤ ਦਾ ਸਿਧਾਂਤ ਸਾਨੂੰ ਦਿੱਤਾ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਉਦੋਂ ਪਹਿਲਾਂ ਇਹ ਹੈ ਨਹੀਂ ਸੀਗਾ। ਇਦੋਂ ਪਹਿਲਾਂ ਜਿਹੜਾ ਧਰਮ ਦੇ ਰਸਤੇ 'ਤੇ ਚੱਲਦਾ ਸੀ, ਬੁੱਧ ਤੋਂ ਸ਼ੁਰੂ ਹੋਇਆ ਜਾਂ ਪਹਿਲਾਂ ਸਨਾਤਨ ਧਰਮ ਦੇ ਵਿੱਚ ਵੀ ਹੈ ਕਿ ਉਹ ਸਮਾਜ ਤੋਂ ਹੀ ਲੈ ਕੇ ਖਾਂਦਾ ਸੀ, ਮੰਗ ਕੇ ਹੀ ਖਾਣਾ ਹੁੰਦਾ ਸੀ। ਪਰ ਗੁਰੂ ਨਾਨਕ ਦੇਵ ਸਾਹਿਬ ਨੇ ਇਹ ਪਰੰਪਰਾ ਨੂੰ ਬੰਦ ਕੀਤਾ ਕਿ ਮੇਰਾ ਜਿਹੜਾ ਗੁਰਸਿੱਖ ਹੋਊਗਾ, ਜਿਹੜਾ ਮੇਰੀ ਗੱਲ ਸੁਣੂਗਾ, ਉਹ ਆਪ ਦੀ ਕਿਰਤ ਕਰਕੇ ਆਪ ਖਾਊਗਾ। ਤਾਂ ਕਿ ਜਿਹੜਾ ਬੰਦਾ ਅੱਜ ਵੀ ਸਮਾਜ 'ਚ ਤੁਸੀਂ ਦੇਖ ਲਓ ਆਪ ਦੀ ਕਿਰਤ ਕਰਕੇ ਆਪ ਖਾਂਦਾ, ਉਹਦੀ ਅਣਖ ਰੜਕ ਜੁਰਤ ਹੀ ਹੋਰ ਹੁੰਦੀ ਹੈ ਗੱਲ ਕਰਨ ਦੀ। ਜਿਹੜਾ ਦੂਜੇ ਦੀਆਂ ਮਤਲਬ ਦਿੱਤਾ ਖਾਂਦਾ ਤੇ ਉਹਦੀ ਵਿਚਾਰੇ ਦੀ ਉਨੀ ਪਹੁੰਚ ਗੱਲ ਕਰਨ ਦੀ ਜਾਂ ਅੱਖ ਚੱਕ ਪਾ ਕੇ ਗੱਲ ਕਰਨ ਦੀ ਨਹੀਂ ਰਹਿੰਦੀ। ਇਹ ਜਿਹੜੀ ਬਾਦਸ਼ਾਹਤ ਬਖਸ਼ੀ ਆ ਦਾਤੇ ਨੇ, ਇਹ ਉਹਨਾਂ ਦੇ ਹੱਥ ਹੀ ਹੈ ਜਿਨ੍ਹਾਂ ਨੇ ਖੁਦ ਕਿਰਤਾਂ ਕਰਕੇ ਆਪਦੀਆਂ ਕਮਾਈਆਂ ਕੀਤੀਆਂ। ਤਾਂ ਬਾਬੇ ਆਦਮ ਨੇ ਇਹ ਸ਼ੁਰੂ ਕਰ ਦਿੱਤਾ। ਇਹ ਸ਼ੁਰੂ ਕਰਕੇ ਫਿਰ ਟਾਈਮ ਬਚ ਜਾਂਦਾ ਤਾਂ ਉਹਨਾਂ ਨੇ ਕੁਝ ਭਰੀਆਂ ਲਿਆ ਕੇ ਹੋਰ ਸਾਂਭ ਲੈਣੀਆਂ, ਇੱਕ ਛੱਪਰ ਬਣਾ ਲਿਆ ਉਹਦੇ ਥੱਲੇ ਰੱਖ ਦੇਣੀਆਂ ਕਿ ਕਿਤੇ ਫੇਰ ਲੋੜ ਪੈ ਜਾਂਦੀ ਹੈ, ਕਿਸੇ ਦਿਨ ਚਲੋ ਸਰੀਰ ਉਹੋ ਜਿਹਾ ਹੁੰਦਾ ਨਹੀਂ ਜਾਇਆ ਜਾਂਦਾ, ਇੱਥੋਂ ਚੱਕ ਕੇ ਆਪਾਂ ਦੇ ਦਿਆ ਕਰਾਂਗੇ। ਇਸ ਤਰ੍ਹਾਂ ਕਰਦੇ ਇਤਿਹਾਸ ਦੱਸਦਾ ਕਿ ਬਾਬਾ ਆਦਮ ਨੂੰ 4 ਸਾਲ ਦਾ ਸਮਾਂ ਉੱਥੇ ਲੱਗਿਆ। ਦਰਬਾਰ ਸਾਹਿਬ ਦੇ ਤੋਂ ਬਣਨ ਤੋਂ ਪਹਿਲਾਂ ਉੱਥੇ ਜਿਹੜਾ ਸ਼ਹਿਰ ਬਣ ਰਿਹਾ ਸੀ, ਜੋ ਤਿਆਰੀ ਹੋ ਰਹੀ ਸੀ ਗੁਰੂ ਰਾਮਦਾਸ ਵੇਲੇ, ਉਹਦੇ 'ਚ ਉਹਨਾਂ ਨੇ ਸੇਵਾ ਕੀਤੀ। ਤਾਂ ਫਿਰ ਇੱਕ ਵਿਧੀ ਬਣੀ, ਸਤਿਗੁਰੂ ਨੇ ਇੱਕ ਵਿਧੀ ਬਣਾਈ ਕਿ ਇੱਕ ਦਿਨ ਇੰਨੀ ਜ਼ਿਆਦਾ ਵਾਰਸ ਹੋਈ ਤੇ ਲੰਗਰ ਦੇ ਵਿੱਚ ਜਿੰਨਾ ਵੀ ਲੱਕੜਾਂ ਪਈਆਂ ਸੀ ਉਹ ਸਾਰੀਆਂ ਹੀ ਭਿੱਜ ਗਈਆਂ। ਜਦੋਂ ਭਿੱਜ ਗਈਆਂ ਤਾਂ ਸਤਿਗੁਰੂ ਆਪਦੇ ਮੂਡ 'ਚ ਇੱਕ ਗੇੜਾ ਦੇਣ ਗਏ, ਦੇਖਣ ਗਏ ਕਿ ਕੀ ਹਾਲਾਤ ਨੇ ਅੱਜ ਲੰਗਰ ਦੇ। ਜਾ ਕੇ ਭੰਡਾਰੀ ਨੂੰ ਪੁੱਛਿਆ ਤਾਂ ਭੰਡਾਰੀ ਨੇ ਕਿਹਾ ਮਹਾਰਾਜ ਅੱਜ ਤਾਂ ਲੰਗਰ ਹੋ ਸਕਦਾ ਮਸਤਾਨਾ ਰਹੇ, ਸਭ ਲੱਕੜ ਭਿੱਜ ਚੁੱਕੀ ਹੈ। ਚਲੋ ਗੁਰੂ ਨਾਨਕ ਭਲਾ ਕਰੇਗਾ, ਸਤਿਗੁਰੂ ਇਹ ਕਹਿ ਕੇ ਆਪਦੇ ਆਸਣ ਤੇ ਚਲੇ ਗਏ। ਤੇ ਜਦੋਂ ਬਾਬੇ ਆਦਮ ਨੂੰ ਇਹ ਪਤਾ ਲੱਗਿਆ ਕਿ ਉੱਥੋਂ ਵਾਲੀਆਂ ਲੱਕੜਾਂ ਤਾਂ ਭਿੱਜ ਗਈਆਂ, ਜਿਹੜੀਆਂ ਛੱਪਰ ਥੱਲੇ ਆਪਾਂ ਸਾਂਭਿਆ ਹੋਇਆ ਢੇਰ ਹੈ, ਵਿੱਚੋਂ ਹਿਲਾ ਕੇ ਦੇਖਿਆ ਕਿ ਇਹ ਸੁੱਕਾ ਹੈ। ਤੇ ਉਹਨੇ ਉਹ ਲੱਕੜਾਂ ਦੀਆਂ ਭਰੀਆਂ ਚੱਕ ਕੇ ਜਿੱਥੇ ਜਿੱਥੇ ਡੇਰੇ ਬਣੇ ਹੁੰਦੇ ਸਿੱਖਾਂ ਦੇ 5-10 ਸਿੱਖ ਇੱਕ ਤੰਬੂ 'ਚ ਰਹਿੰਦੇ, 10-20 ਇੱਕ 'ਚ, ਇਸ ਤਰ੍ਹਾਂ ਉਹ ਸਾਰਿਆਂ ਦੇ ਕੋਲ ਪਹੁੰਚਾ ਕੇ ਆਪ ਅਰਦਾਸ ਬੇਨਤੀ ਕੀਤੀ। ਲੰਗਰ ਬਣਨਾ ਸ਼ੁਰੂ ਹੋ ਗਿਆ। ਲੰਗਰ ਬਣ ਕੇ ਜਦੋਂ ਭੋਗ ਲਗਾਉਣ ਲਈ ਗਏ ਤਾਂ ਸਤਿਗੁਰਾਂ ਨੇ ਕਿਹਾ ਭਾਈ ਐਡੀ ਛੇਤੀ ਕਿਵੇਂ, ਕਿੱਥੋਂ ਇੰਤਜ਼ਾਮ ਹੋਇਆ ਅੱਜ? ਕਹਿੰਦੇ ਜੀ ਉਹ ਜਿਹੜਾ ਮਾਲਵੇ ਦਾ ਆਦਮ ਆਇਆ ਹੋਇਆ, ਉਹ ਸੇਵਾ ਜਿਹੜੀ ਕਰਦਾ ਲੱਕੜਾਂ ਦੀ, ਉਹਨੇ ਆਪਦੇ ਸ਼ਾਇਦ ਘਰ ਸਾਂਭੀਆਂ ਹੋਣਗੀਆਂ ਆਪਦੇ ਝੁੰਬੇ 'ਚ, ਤੇ ਉੱਥੋਂ ਲੈ ਕੇ ਆਇਆ। ਤਾਂ ਸਤਿਗੁਰਾਂ ਨੇ ਕਿਹਾ ਕਿ ਜਥੇਦਾਰ ਜੀ ਆਦਮ ਨੂੰ ਕਹੋ ਦੀ ਸੇਵਾ ਪ੍ਰਵਾਨ ਹੋਈ, ਸੁਬਾਹ ਦਰਬਾਰ 'ਚ ਹਾਜ਼ਰ ਹੋ ਜੇ। ਜਾ ਕੇ ਜਥੇਦਾਰ ਨੇ ਕਿਹਾ ਕਿ ਆਦਮ, ਸਤਿਗੁਰਾਂ ਨੇ ਆਪ ਤੈਨੂੰ ਬੁਲਾਇਆ, ਤੇਰੀ ਸੇਵਾ ਲੇਖੇ ਲੱਗ ਗਈ, ਤੂੰ ਸੁਬਾਹ ਦਰਬਾਰ 'ਚ ਹਾਜ਼ਰ ਹੋ ਜੀ। ਆਦਮ ਨੂੰ ਬੜਾ ਚਾਅ ਚੜਿਆ, ਸੁਬਾਹ ਦਰਬਾਰ 'ਚ ਹਾਜ਼ਰ ਹੋਇਆ। ਦਰਬਾਰ 'ਚ ਜਦੋਂ ਹਾਜ਼ਰ ਹੋਇਆ ਤਾਂ ਸਤਿਗੁਰਾਂ ਦਾ ਪਹਿਲਾ ਬਚਨ ਇਹ ਸੀ ਕਿ ਆਦਮ, ਗੁਰੂ ਨਾਨਕ ਦੇ ਘਰ ਵਿੱਚ ਜਿਹਨੇ ਵੀ ਅੱਜ ਤੱਕ ਸੇਵਾ ਕੀਤੀ ਆ, ਕਦੇ ਉਹ ਖਾਲੀ ਨਹੀਂ ਗਿਆ, ਤਿਲ ਜਿੰਨੀ ਕੀਤੀ ਘਾਲ ਵੀ ਕਦੇ ਪਾਸੇ ਨਹੀਂ ਜਾਂਦੀ ਹੈ। ਤੂੰ ਤਾਂ ਬੜੀ ਨਿੱਠ ਕੇ ਅਸੀਂ ਦੇਖ ਰਹੇ ਹਾਂ 4 ਸਾਲਾਂ ਤੋਂ ਬਿਨਾਂ ਕਿਸੇ ਫੁਰਨੇ ਤੋਂ ਸੇਵਾ ਕਰ ਰਹੇ ਹਾਂ, ਸਿਮਰਨ ਵੀ ਕਰ ਰਹੇ ਹਾਂ, ਅਸੀਂ ਬੜੇ ਖੁਸ਼ ਹਾਂ। ਅੱਜ ਤੱਕ ਕੋਈ ਖਾਲੀ ਇਹ ਦਰ ਤੋਂ ਗਿਆ ਨਹੀਂ, ਮੰਗ ਕੀ ਮੰਗਦਾ। ਤਾਂ ਇਤਿਹਾਸ ਦਾ ਇੱਕ ਇਹ ਐਸਾ ਜ਼ਿਕਰ ਹੈ ਜਿਹਨੂੰ ਕਰਨਾ ਜ਼ਰੂਰੀ ਹੈ, ਕਿ ਵਾਰ-ਵਾਰ ਦੱਸਣਾ ਜ਼ਰੂਰੀ ਹੈ ਕਿ ਸਤਿਗੁਰੂ ਕੀ ਕਰ ਸਕਦਾ। ਤਾਂ ਜਦੋਂ ਉਹਨੇ ਕਿਹਾ ਕਿ ਮਹਾਰਾਜ ਆਏ ਤਾਂ ਸੀਗੇ ਪੁੱਤਰ ਦੀ ਭਾਵਨਾ ਨਾਲ, ਪਰ ਇੱਥੇ ਸੇਵਾ ਸਿਮਰਨ ਕਰਦੇ ਐਂ ਲੱਗਦਾ ਵੀ ਸਭ ਕੁਛ ਹੀ ਇੱਥੇ ਆ, ਜਿਵੇਂ ਤੁਹਾਡੀ ਰਜਾ ਉਵੇਂ ਵੀ ਠੀਕ ਆ, ਪਰ ਮਨ ਦੀ ਭਾਵਨਾ ਸੀਗੀ ਇਹ। ਜਦੋਂ ਇਹ ਗੱਲ ਹੋਈ ਤਾਂ ਸਤਿਗੁਰਾਂ ਨੇ ਅੱਖਾਂ ਬੰਦ ਕੀਤੀਆਂ, ਦੇਖਿਆ, ਕਹਿੰਦੇ ਆਦਮ ਜਾ ਘਰ ਵਾਲੀ ਨੂੰ ਨਾਲ ਲੈ ਕੇ ਆ। ਜਦੋਂ ਘਰ ਵਾਲੀ ਆਈ ਤਾਂ ਘਰ ਵਾਲੀ ਨੇ ਵੀ ਆ ਕੇ ਇਹੀ ਬੇਨਤੀ ਕੀਤੀ ਕਿ ਸਤਿਗੁਰੂ ਸੇਵਾ ਸਿਮਰਨ ਤੁਸੀਂ ਬਖਸ਼ਿਆ ਹੈ, ਮਨ ਦੀ ਇੱਕ ਚੀਜ਼ ਆ ਕਿ ਸਾਡੇ ਵੀ ਜੇ ਇੱਕ ਬੱਚਾ ਹੁੰਦਾ ਤਾਂ ਸਾਡੀ ਵੀ ਪੀੜ੍ਹੀ ਅੱਗੇ ਚੱਲਦੀ। ਤਾਂ ਸਤਿਗੁਰੂ ਕਹਿੰਦੇ ਤੁਹਾਡੇ ਆਪਣੇ ਲੇਖਾਂ ਦੇ ਵਿੱਚ ਆਉਣ ਵਾਲੇ 7 ਜਨਮਾਂ ਤੱਕ ਪੁੱਤਰ ਕੁਦਰਤ ਨੇ ਨਹੀਂ ਲਿਖਿਆ, ਇਹ ਤੁਹਾਡਾ ਕੋਈ ਲੇਖ ਆ। ਪਰ ਹੁਣ ਅਸੀਂ ਇਹ ਬਚਨ ਦੇ ਚੁੱਕੇ ਹਾਂ ਕਿ ਗੁਰੂ ਨਾਨਕ ਦੀ ਗੱਦੀ ਤੋਂ ਕੋਈ ਖਾਲੀ ਨਹੀਂ ਗਿਆ ਤੇ ਨਾ ਹੀ ਜਾਂਦਾ। ਹੁਣ ਇਹਦੇ ਇਵਜ 'ਚ ਅਸੀਂ, ਸਾਡੇ ਘਰ 4 ਪੁੱਤਰ ਪੈਦਾ ਹੋਣੇ ਸੀ, 3 ਸਾਡੇ ਹੋ ਚੁੱਕੇ, ਚੌਥਾ ਪੁੱਤਰ ਅਸੀਂ ਆਪ ਦਾ ਤੁਹਾਨੂੰ ਬਖਸ਼ਿਸ਼ ਕਰਦੇ ਹਾਂ, ਜਿਹੜਾ ਤੁਹਾਡੇ ਲੇਖਾਂ ਦਾ ਨਹੀਂ ਹੈ, ਇੱਥੇ ਕੀਤੀ ਭਗਤੀ ਦਾ ਫਲ ਹੈ, ਉਹਦਾ ਨਾਮ ਭਗਤੂ ਰੱਖਿਓ। ਇਹ ਬਚਨ ਕਰਕੇ ਸਤਿਗੁਰਾਂ ਨੇ ਨਾਮਕਰਨ ਵੀ ਪਹਿਲਾਂ ਹੀ ਕਰਤਾ ਸੀਗਾ। ਫਿਰ ਉਹ ਸਾਲ ਬਾਅਦ ਉਸ ਪਰਿਵਾਰ ਦੇ ਬਾਬੇ ਆਦਮ ਦੇ ਘਰ ਉਹ ਰੂਹ ਨੇ ਆ ਕੇ ਜਨਮ ਲਿਆ। ਉਹ ਭਾਗਾਂ ਵਾਲੀ ਰੂਹ ਭਾਈ ਭਗਤੂ ਬਣ ਕੇ ਇਸ ਪਰਿਵਾਰ 'ਚ ਜਨਮੇ। ਦੇਖੋ ਉਹਨਾਂ ਦਾ ਉੱਚਾ ਭਾਗ, ਕਿਉਂ ਆਉਣਾ ਤਾਂ ਸਤਿਗੁਰਾਂ ਦੇ ਘਰ 'ਚ ਹੀ ਸੀ, ਉੱਥੇ ਹੀ ਰਹਿ ਕੇ ਪੰਜਵੇਂ ਪਾਤਸ਼ਾਹ ਤੋਂ ਥੋੜ੍ਹੇ ਹੀ ਛੋਟੇ ਸੀ, ਜਦੋਂ ਵੱਡੇ ਹੋਣੇ ਸ਼ੁਰੂ ਹੋਏ ਉਹਨਾਂ ਦੀ ਪੜ੍ਹਾਈ ਲਿਖਾਈ ਗੁਰੂ ਅਰਜਨ ਦੇਵ ਸਾਹਿਬ ਦੇ ਬਰਾਬਰੀ ਕਰਾਈ ਗਈ, ਉਹਨਾਂ ਦਾ ਪਾਲਣ ਪੋਸ਼ਣ ਵੀ ਉੱਥੇ ਹੀ ਹੋਇਆ, ਉੱਥੇ ਹੀ ਰਹੇ। ਜਦੋਂ ਬਰਾਬਰ ਦੇ ਹੋ ਗਏ ਤਾਂ ਗੁਰੂ ਅਰਜਨ ਦੇਵ ਸਾਹਿਬ ਨੇ ਸਪੈਸ਼ਲ ਉਹਨਾਂ ਨੂੰ ਭਾਈ ਦਾ ਖਿਤਾਬ ਦੇ ਕੇ ਕਿ ਤੂੰ ਮੇਰਾ ਭਾਈ ਹੈ। ਤਾਂ ਹੀ ਇਹ ਭਾਈ ਕਾ ਜਿਹੜਾ ਖਿਤਾਬ ਹੈ ਇਹ ਪੰਜਾਬ ਦੇ ਵਿੱਚ 4 ਪਰਿਵਾਰਾਂ ਨੂੰ ਮਿਲਿਆ ਹੋਇਆ, ਜਿਨ੍ਹਾਂ ਨੂੰ ਗੁਰੂ ਨੇ ਭਾਈ ਕੇ ਕਿਹਾ। ਇੱਕ ਭਾਈ ਕੇ ਭਾਈ ਭਗਤੂ ਕੇ, ਇੱਕ ਭਾਈ ਕੇ ਆਗੇ ਭਾਈ ਰੂਪੇ ਵਾਲੇ, ਇੱਕ ਭਾਈ ਕੇ ਹੈਗੇ ਆਨੰਦ ਚੰਦ ਕੇ ਡਰੋਲੀ ਵਾਲੇ, ਇੱਕ ਭਾਈ ਗੰਗਾ ਰਾਮ ਕੇ, ਤੇ ਭਾਈ ਬਹਿਲੋ ਕੇ।
ਇਹ ਪਰਿਵਾਰ ਜਿਹੜੇ ਭਾਈ ਕੇ ਪਰਿਵਾਰ ਆ, ਇਹ ਬਖਸ਼ਿਸ਼ਾਂ ਗੁਰੂ ਘਰ ਚੋਂ ਇਹਨਾਂ ਨੂੰ ਮਿਲੀਆਂ ਹੋਈਆਂ। ਭਾਈ ਭਗਤੂ ਨੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਦਿਦਾਰੇ ਕੀਤੇ, ਚਰਨਾਂ 'ਚ ਸੇਵਾ ਕੀਤੀ। ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਸੇਵਾ ਕੀਤੀ। ਗੁਰੂ ਹਰਰਾਏ ਸਾਹਿਬ ਦੇ ਚਰਨਾਂ 'ਚ ਸੇਵਾ ਕੀਤੀ। 4 ਪਾਤਸ਼ਾਹੀਆਂ ਦੇ ਇਸ ਅਨੰਨ ਸੇਵਕ ਨੇ ਕਰਤਾਰਪੁਰ 7ਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਆਪਣਾ ਸਰੀਰ ਤਿਆਗਿਆ ਸੀਗਾ, ਜਿੱਥੇ ਇਹਨਾਂ ਦੀ ਅੱਜ ਯਾਦਗਾਰ ਵੀ ਬਣੀ ਹੋਈ ਆ। ਹੁਣ ਅੱਜ ਗਏ ਆਪਾਂ ਭਾਈ ਭਗਤੂ ਦੇ ਪਰਿਵਾਰ ਵੱਲ। ਭਾਈ ਭਗਤੂ ਦੀ ਸ਼ਾਦੀ ਹੋਈ, ਵਿਆਹ ਹੋਇਆ ਤਾਂ ਇਹਨਾਂ ਦੇ 2 ਪੁੱਤਰ ਪੈਦਾ ਹੋਏ। ਵੱਡੇ ਦਾ ਨਾਂ ਗੌਰਾ, ਛੋਟੇ ਦਾ ਨਾਂ ਜਿਉਣ ਹੈ। ਜੀਵਨ ਵੀ ਕਹਿ ਦਿੰਦੇ ਆ ਜਾਂ ਜਿਉਣ, ਇਹ ਦੋਨੋਂ ਨਾਂ ਵਰਤੇ ਜਾਂਦੇ ਆ। ਇਹਨਾਂ ਬੱਚਿਆਂ ਨੇ ਪਿਤਾ ਜੀ ਦੇ ਮਗਰੀ ਗੁਰੂ ਘਰ ਜਾਣਾ ਸ਼ੁਰੂ ਕੀਤਾ, ਸੇਵਾ ਸਿਮਰਨ ਕਰਨਾ ਸ਼ੁਰੂ ਕੀਤਾ। ਭਾਈ ਗੌਰੇ ਦੀ ਜਿਹੜੀ ਬਿਰਤੀ ਸੀ ਥੋੜੀ ਖਾੜਕੂ ਬਿਰਤੀ ਦਾ ਸੀ, ਉਹ 500-400 ਘੋੜ ਸਵਾਰ ਵੀ ਨਾਲ ਰੱਖਦਾ। ਭਾਈ ਜੀਵਨ ਆ ਜਿਹੜਾ, ਇਹ ਥੋੜਾ ਸਾਧੂ ਬਿਰਤੀ ਦਾ, ਇਹ ਖੇਤੀਬਾੜੀ ਦੇ ਕੰਮ ਸਾਂਭਦਾ ਸੀਗਾ। ਸਮਾਂ ਐਸਾ ਆਇਆ ਕਿ ਜਦੋਂ ਵੀ ਕੋਈ ਘਰ ਦੇ ਵਿੱਚ ਖੁਸ਼ੀ ਗਮੀ ਆਪਣੇ ਆਉਂਦੀ ਆ ਤਾਂ ਆਪਾਂ ਸਤਿਗੁਰਾਂ ਵੱਲ ਹੀ ਭੱਜਦੇ ਹਾਂ, ਸਤਿਗੁਰਾਂ ਕੋਲ ਜਾਂਦੇ ਹਾਂ। ਤੇ ਭਾਈ ਜੀਵਨ ਦਾ ਵਿਆਹ ਹੋਇਆ। ਜੀਵਨ ਦੇ ਵਿਆਹ ਹੋਏ ਨੂੰ ਹਲੇ ਸਾਲ ਕੁ ਹੋਇਆ ਸੀ। ਉਹਨੇ ਭਾਈ ਗੌਰੇ ਨੂੰ ਕਿਹਾ ਕਿ ਭਾਜੀ ਲਈ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਆ ਵਾਂ ਤੇ ਵਿਆਹ ਦੀ ਖੁਸ਼ੀ ਵਿੱਚ ਮੈਂ ਗਿਆ ਹੀ ਨਹੀਂ ਹਾਂ। ਤਾਂ ਇਹ ਘਰ ਦਾ ਕੰਮ ਸਾਂਭ ਕੇ ਭਾਈ ਜੀਵਨ ਨਗਰ 'ਚੋਂ ਸੰਗਤ ਜਾ ਰਹੀ ਸੀ, ਨਾਲ ਹੀ ਚਲਿਆ ਗਿਆ। ਕਰਤਾਰਪੁਰ ਜਾ ਕੇ ਸੇਵਾ ਕੀਤੀ, ਉੱਥੇ ਰਹਿੰਦਿਆਂ ਸੇਵਾ ਕਰਦੇ ਰਹੇ। ਉੱਥੇ ਇੱਕ ਵਿਲੱਖਣ ਘਟਨਾ ਹੋਰ ਘਟਦੀ ਹੈ ਜਿਹੜੀ ਇਤਿਹਾਸ ਦੇ ਵਿੱਚ ਦਰਜ ਹੈ ਕਿ ਉੱਥੇ ਬਿਲਕੁਲ ਨਾਲ ਘਰ ਸੀ ਜਿਹੜਾ ਗੁਰੂ ਘਰ ਦੇ, ਉੱਥੇ ਇੱਕ ਪੰਡਤਾਣੀ ਦਾ ਪੁੱਤਰ ਰਾਤ ਨੂੰ 2 ਵਜੇ ਸਵਰਗਵਾਸ ਹੋ ਗਿਆ ਤੇ ਉਹਨੇ ਜਾਨੀ ਰੋਣਾ ਸ਼ੁਰੂ ਕੀਤਾ, ਹਊਕਲਾਟ ਪੈ ਗਿਆ। ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਕਿ ਆਹ ਕੀ ਹੋ ਗਿਆ, ਅੱਧੀ ਰਾਤ ਨੂੰ ਜਾ ਕੇ ਪੁੱਛ ਕੇ ਆਓ ਕਿਹਨੂੰ ਕੀ ਦੁੱਖ ਹੈ। ਸਿੱਖ ਗਏ, ਜਾ ਕੇ ਦੇਖਿਆ ਵੀ ਵਿਚਾਰੀ ਇੱਕ ਤਾਂ ਵਿਧਵਾ, ਬੱਚੇ ਦੇ ਜਨਮ ਤੋਂ ਬਾਅਦ ਪਿਤਾ ਗੁਜ਼ਰ ਗਿਆ ਸੀ, ਹੁਣ ਇਹ ਇਕੱਲਾ ਬੱਚਾ ਵੀ ਗੁਜ਼ਰ ਗਿਆ, ਉਹ ਤਾਂ ਇੰਨਾ ਜ਼ਿਆਦਾ ਰੋ ਰਹੀ ਹੈ। ਆ ਕੇ ਦੱਸਿਆ ਪਾਤਸ਼ਾਹ, ਉਹ ਵਿਚਾਰੀ, ਉਹਦਾ ਪੁੱਤਰ ਵੀ ਦਸੌਂਧੀਆ ਸੀ। ਦਸੌਂਧੀਏ ਦਾ ਮਤਲਬ ਇਹ ਹੁੰਦਾ ਸੀ ਜਿਹਦੇ ਬੱਚੇ ਨਹੀਂ ਸੀ ਬਚਦੇ, ਉਹ ਇੱਕ ਵਾਰੀ ਗੁਰੂ ਘਰ ਆ ਕੇ ਜਾਨੀ ਬੱਚੇ ਨੂੰ ਟੇਕ ਦਿੰਦੇ ਆ ਤੇ ਉਹਨੇ ਫਿਰ ਕਣਕ ਦੇ ਦਾਣੇ ਜਾਂ ਕੋਈ ਵੀ ਚੀਜ਼ ਵਸਤੂ ਉਨੀ ਦੇ ਕੇ ਦੁਬਾਰਾ ਚੱਕ ਲੈਂਦੇ ਆ। ਵੀ ਇਹ ਤਾਂ ਦਸਵੰਧ ਦੇ ਵਜੋਂ ਹੀ ਆਇਆ, ਗੁਰੂ ਘਰੋਂ ਆਇਆ, ਵੀ ਸਾਡਾ ਲੇਖਾਂ ਦਾ ਨਹੀਂ ਹੈ, ਜਾਨੀ ਇੱਕ ਤਰੀਕਾ ਕੁਦਰਤ ਦੇ ਨਿਯਮਾਂ ਨੂੰ ਸਮਝਣ ਦਾ। ਤਾਂ ਉਹ ਕਹਿੰਦੇ ਜੀ ਉਹ ਗੁਜ਼ਰ ਗਿਆ। ਤਾਂ ਸਤਿਗੁਰੂ ਕਹਿੰਦੇ ਵੀ ਉਹਨੂੰ ਦਿਲਾਸਾ ਦਿਓ, ਉਹਨੂੰ ਕਹੇ ਵੀ ਸੁਬਾਹ ਮਤਲਬ ਗੱਲ ਕਰਦੇ ਆ ਕੋਈ, ਤਾਂ ਚਲੋ ਪਰਮਾਤਮਾ ਕਿਰਪਾ ਕਰੂਗਾ, ਕਿਵੇਂ ਨਾ ਕਿਵੇਂ ਉਹਦਾ ਦਿਲ ਧਰਾਓ। ਜਾ ਕੇ ਗੁਰਸਿੱਖ ਕਹਿ ਕੇ ਆਏ। ਉਹ ਦਿਲ ਧਰਾਉਣ ਵਾਲੀ ਗੱਲ ਨੂੰ ਥੋੜਾ ਹੋਰ ਵਧਾ ਕੇ ਕਿਹਾ ਗਿਆ ਗੁਰਸਿੱਖਾਂ ਤੋਂ ਕਿ ਤੂੰ ਫਿਕਰ ਨਾ ਕਰ, ਸੁਬਾਹ ਬੱਚੇ ਨੂੰ ਜਾ ਕੇ ਦਰਬਾਰ 'ਚ ਲਿਆਈ, ਕੀ ਨਹੀਂ ਕਰ ਸਕਦੇ ਸਤਿਗੁਰੂ, ਸਮਰੱਥ ਹੈ ਸਤਿਗੁਰੂ, ਬੱਚੇ ਦੀ ਜਾਨ ਬਖਸ਼ੀ ਕਰ ਦੇਣਗੇ। ਜਦੋਂ ਇਹ ਗੱਲ ਕਹਿ ਕੇ ਆਏ ਤਾਂ ਪੰਡਤਾਣੀ ਚੁੱਪ ਹੋ ਗਈ ਤੇ ਸੁਬਾਹ ਸਵੇਰੇ ਹੀ ਉਹ ਲਾ ਕੇ ਗੁਰਸਿੱਖਾਂ ਨੂੰ ਨਾਲ ਬੱਚੇ ਨੂੰ ਲਿਆ ਕੇ ਮੂਹਰੇ ਪਾਤਾ। ਤੇ ਪਾਤਸ਼ਾਹ ਰਾਤ ਗੁਰਸਿੱਖਾਂ ਨੇ ਬਚਨ ਕੀਤਾ ਸੀਗਾ। ਸਤਿਗੁਰੂ ਥੋੜੇ ਵੀਰ ਰਸ 'ਚ ਆਏ, ਕਹਿੰਦੇ ਵੀ ਕਿਹਨੇ ਕਿਹਾ ਇਹ ਗੱਲ, ਜੇ ਇਹੋ ਜਿਹੀਆਂ ਗੱਲਾਂ ਵਾਪਰਨ ਲੱਗ ਜਾਣ ਗੁਰੂ ਘਰਾਂ 'ਚ, ਰਾਜੇ ਮਹਾਰਾਜਾ ਨੇ ਤਾਂ ਪੀਰਾਂ ਫਕੀਰਾਂ ਨੂੰ ਟਿਕਣ ਹੀ ਨਹੀਂ ਦੇਣਾ, ਆਪਦੇ ਬੱਚੇ ਫਿਰ ਮੰਨ ਹੀ ਨਹੀਂ ਦੇਣੇ। ਇਹ ਨਹੀਂ ਹੋ ਸਕਦਾ ਹੁੰਦਾ, ਇਹ ਕੁਦਰਤ ਦੇ ਨਿਯਮ ਅਧੀਨ ਸਭ ਕੁਝ ਚੱਲ ਰਿਹਾ। ਜਦੋਂ ਇਹ ਕਿਹਾ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਹੱਥ ਆ, ਤੁਸੀਂ ਜਾਣੀ ਜਾਣੋ। ਤੇ ਸਤਿਗੁਰੂ ਕਹਿੰਦੇ ਹੱਥ ਤਾਂ ਇਹੀ ਹੁੰਦਾ ਕਿ ਕੁਦਰਤ ਕਦੇ ਕਿਸੇ ਨਾਲ ਉਧਾਰ ਨਹੀਂ ਕਰਦੀ, ਇਹਦੀ ਥਾਂ ਤੇ ਕੋਈ ਆਪਣੇ ਪ੍ਰਾਣ ਦੇ ਦਿਓ, ਇਹ ਜਿੰਦਾ ਹੋ ਜਾਊਗਾ, ਕੋਈ ਵੀ ਦਿਓ ਪ੍ਰਾਣ। ਜਦੋਂ ਇਹ ਗੱਲ ਕਹੀ ਤਾਂ ਉਹ ਜਿਹੜੇ ਕਹਿਣ ਵਾਲੇ ਸੀ ਵਿਚਾਰੇ ਉਹ ਥੋੜੇ ਠਿੱਠ ਕੇ ਪਿੱਛੇ ਹਟੇ, ਵੀ ਕਿਹਦਾ ਜੀ ਕਰਦਾ ਬਿਨਾਂ ਗੱਲ ਤੋਂ ਜਾਣ ਨੂੰ। ਜਦੋਂ ਦੂਜਾ ਵਚਨ ਕੀਤਾ ਵੀ ਹੁਣ ਇੰਨੇ ਬੋਲਦੇ ਸੀ, ਕਹਿੰਦੇ ਸੀ, ਅਰਦਾਸਾਂ ਕਰਦੇ, ਹੁਣ ਦਿਓ ਕੋਈ ਪ੍ਰਾਣ ਆਪਣੇ, ਤਾਂ ਭਾਈ ਜੀਵਨ ਚੌਰ ਕਰੀ ਜਾਂਦਾ ਪਾਤਸ਼ਾਹ ਦੇ। ਉਹਦੇ ਮਨ 'ਚ ਇੱਕ ਫੁਰਨਾ ਫੁਰਿਆ ਕਿ ਜੀਵਨ ਬੇਸ਼ੱਕ ਇਹ ਗੱਲ ਕਿਵੇਂ ਵੀ ਵਾਪਰ ਰਹੀ ਹੈ, ਪਰ ਬਚਨ ਤਾਂ ਗੁਰੂ ਦਾ ਨਾ, ਵੀ ਪ੍ਰਾਣ ਦਿਓ। ਜੇ ਅੱਜ ਇੱਕ ਵੀ ਸਿੱਖ ਨਾ ਉੱਠਿਆ ਤਾਂ ਸਿੱਖੀ ਨੂੰ ਲਾਜ ਲੱਗਣ ਵਾਲੀ ਗੱਲ ਹੈ। ਜਦੋਂ ਉਹਨੇ ਦੇਖਿਆ ਕਿ ਕੋਈ ਨਹੀਂ ਉੱਠ ਰਿਹਾ ਤੇ ਉਹਨੇ ਨਾਲ ਦੇ ਸਾਥੀ ਨੂੰ ਇਸ਼ਾਰਾ ਕਰਕੇ ਚੌਰ ਫੜਾਇਆ ਤੇ ਚਾਦਰਾ ਲਿਆ ਆਪਦੇ ਪਿਤਾ ਜੀ ਦੀ ਸਮਾਧ ਕੋਲ। ਉੱਥੇ ਲੱਲੂਆਂ ਵਾਲਾ ਛੱਪੜ ਵੱਜਦਾ, ਜਿੱਥੇ ਹੁਣ ਸਕੂਲ ਗਰਾਊਂਡ ਹੈ, ਉਹ ਗਰਾਊਂਡ ਦੇ ਵਿੱਚ ਸਮਾਧ ਆ ਚੁੱਕੀ ਹੈ, ਕਾਫੀ ਵਧੀਆ ਬਣੀ ਵੀ ਹੈ ਵੈਸੇ, ਉੱਥੇ ਗੁਰਸਿੱਖ ਇੱਕ ਸੇਵਾ ਵੀ ਕਰਦੇ ਆ। ਉੱਥੇ ਜਾ ਕੇ ਚਾਦਰਾ ਲੈ ਕੇ ਪੈ ਗਿਆ, ਉੱਥੇ ਜੀਵਨ ਦੀ ਸਮਾਧ ਹੈ। ਥੋੜੇ ਮਿੰਟਾਂ ਬਾਅਦ ਹਲਚਲ ਹੋਈ ਤਾਂ ਮਤਲਬ ਉਹ ਬੱਚਾ ਜਦੋਂ ਦੇਖਿਆ, ਗੁਰਸਿੱਖ ਕਹਿੰਦੇ ਜੀ ਬੱਚਾ ਜਿਉਂਦਾ ਹੋ ਗਿਆ, ਜਿਉਂਦਾ ਹੋ ਗਿਆ। ਪਾਤਸ਼ਾਹ ਕਹਿੰਦੇ ਵੀ ਆਪਣੇ 'ਚ ਦੇਖੋ ਕਿਹੜਾ ਹੈ ਨਹੀਂ। ਜਦੋਂ ਦੇਖਿਆ ਤਾਂ ਕਹਿੰਦੇ ਜੀ ਚੌਰ ਕਰਦਾ ਕਰਦਾ ਜੀਵਨ ਆਪਦੇ ਪਿਤਾ ਦੀ ਸਮਾਧ ਕੋਲ ਪਿਆ। ਜਾ ਕੇ ਦੇਖਿਆ ਉਹ ਪ੍ਰਾਣ ਤਿਆਗ ਚੁੱਕਿਆ ਸੀ। ਇਹ ਇੱਕ ਯੋਗ ਦੀਆਂ ਬਹੁਤ ਵਿਧੀਆਂ, ਜਿਹੜੇ ਸਾਧਨਾ ਕਰਨ ਵਾਲੇ ਆ ਉਹਨਾਂ ਨੂੰ ਇਹਦੇ 'ਤੇ ਕੋਈ ਸ਼ੰਕਾ ਨਹੀਂ ਹੈ, ਕਦੋਂ ਵੀ ਕੋਈ ਜਿਹੜਾ ਸਾਧਨਾ ਕਰਨ ਵਾਲਾ ਇਸ ਤਰ੍ਹਾਂ ਦਾ ਭਾਣਾ ਕਰ ਸਕਦਾ। ਤਾਂ ਉੱਥੇ ਫਿਰ ਇਹ ਗੱਲ ਮਹਾਰਾਜ ਨੇ ਕਿਹਾ ਕਿ ਗੁਰਸਿੱਖੋ ਇਹੋ ਜਿਹੀ ਅੱਗੇ ਤੋਂ ਕਦੇ ਗਲਤੀ ਨਹੀਂ ਕਰਨੀ। ਤੁਸੀਂ ਦੇਖੋ ਇੱਕ ਸਾਡਾ ਹੀਰਾ ਬੱਚਾ, ਹੀਰਾ ਮਤਲਬ ਜਿਹਨੇ ਸਿੱਖੀ ਦੀ ਹੋਰ ਤਰੀਕੇ ਨਾਲ ਸੇਵਾ ਕਰਨ ਆਇਆ ਸੀ, ਉਹਨੂੰ ਸਾਡੇ ਬਚਨਾਂ ਖਾਤਰ ਅੱਜ ਜਾਣਾ ਪੈ ਗਿਆ। ਅੱਗੇ ਤੋਂ ਜਿੱਦ ਨਹੀਂ ਕਰਨੀ, ਕਦੇ ਵੀ ਜਿੱਦ ਵਾਲੀ ਅਰਦਾਸ ਨਹੀਂ ਕਰੀਦੀ ਹੁੰਦੀ। ਤਾਂ ਇਹ ਕਹਿ ਕੇ ਪਾਤਸ਼ਾਹ ਨੇ ਪੁੱਛਿਆ ਵੀ ਨਗਰ ਦੀ ਸੰਗਤ ਖੜੀ ਹੋ ਕਿਹੜੇ ਕਿਹੜੇ ਆਏ ਹੋਏ ਆ। ਪਤਾ ਕੀਤਾ, ਬੀਬੀਆਂ ਨੇ ਦੱਸਿਆ ਜੀ ਬੀਬੀ ਘਰੇ ਆ, ਇਹਦੇ ਘਰ ਵਾਲੀ ਸਾਲ ਕਿ ਇਹਨਾਂ ਦੇ ਵਿਆਹ ਨੂੰ ਹੋਇਆ, ਉਹਦੇ ਬੱਚਾ ਹੋਣ ਵਾਲਾ। ਤੇ ਸਤਿਗੁਰਾਂ ਨੇ ਮਤਲਬ 2 ਮਿੰਟ ਨੇਤਰ ਬੰਦ ਕੀਤੇ ਤਾਂ ਫਿਰ ਸੇਵਾਦਾਰ ਤੋਂ ਇੱਕ ਸਰੋਪਾ ਤੇ ਪਤਾਸਾ ਮੰਗਾਇਆ
ਤੇ ਉਹਦੇ 'ਚ ਬਲੇਟ ਕੇ ਇੱਕ ਬੀਬੀ ਦੀ ਡਿਊਟੀ ਲਾਈ, 5 ਸਿੰਘ ਨਾਲ ਤੋਰੇ, ਕਿਹਾ ਜਾ ਕੇ ਛਕਾ ਦੇਣਾ ਤੇ ਉਹਨੂੰ ਕਹਿਣਾ ਕਿ ਤੁਹਾਡੇ ਘਰ ਜਿਹੜਾ ਬੱਚਾ ਪੈਦਾ ਹੋਊਗਾ ਉਹਦਾ ਨਾਂ ਸੰਤ ਦਾਸ ਰੱਖਿਓ, ਹਜ਼ਾਰੀ ਵਧੂਗਾ, ਇਹ ਸਾਡਾ ਬਚਨ ਹੈ। ਤਾਂ ਉਹਨਾਂ ਨੇ ਆ ਕੇ ਫਿਰ ਸੰਦੇਸ਼ ਦਿੱਤਾ ਗੁਰਸਿੱਖਾਂ ਲਈ, ਬੀਬੀ ਹਊ ਕਲਾਟ ਦੀ ਕਰਨਾ, ਰੋਣਾ ਨਹੀਂ ਹੈ, ਜੋ ਭਾਣਾ ਵਾਪਰ ਗਿਆ ਸਤਿਗੁਰੂ ਦੀ ਰਜ਼ਾ 'ਚ ਵਾਪਰ ਗਿਆ, ਤੁਸੀਂ ਆਹ ਪਾਲਣਾ ਕਰਨੀ ਹੈ। ਤਾਂ ਉਹ ਪਾਲਣਾ ਫਿਰ ਉਹਨਾਂ ਨੇ ਕੀਤੀ। ਉਸੇ ਤਰ੍ਹਾਂ ਇੱਥੇ ਇੱਕ ਵਿੱਚ ਦੀ ਗੱਲ ਕਰਨੀ ਥੋੜ੍ਹੀ ਹੋਰ ਜ਼ਰੂਰੀ ਹੈ ਕਿ ਜਿਹਦੇ ਕਾਰਨ ਫਿਰ ਅੱਗੇ ਦੀ ਸਟੋਰੀ ਦੀ ਸਮਝ ਨਹੀਂ ਆਉਣੀ ਕਿਸੇ ਨੂੰ, ਕਿ ਭਾਈ ਭਗਤੂ ਦੇ 2 ਵਿਆਹ, ਦੂਜਾ ਵਿਆਹ ਜਿਹੜਾ ਹੁਣ ਵਿਆਹ ਹੀ ਕਹਿਣਾ ਪੈਣਾ ਉਹਨੂੰ, ਪਰ ਉਹ ਹੈ ਇੱਕ ਘਟਨਾ ਘਟੀ ਹੋਈ ਜ਼ਿੰਦਗੀ ਦੇ ਵਿੱਚ, ਜਿਹੜੀ ਕਿ 7ਵੇਂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਸੇਵਾ ਕਰਦੇ ਆ, ਉੱਥੇ ਰਹਿੰਦੇ ਆ ਭਾਈ ਭਗਤੂ ਦੀ ਜਿਹੜੀ ਪਹਿਲੀ ਪਤਨੀ ਉਹ ਵੀ ਨਾਲ ਉੱਥੇ ਸੇਵਾ ਕਰਾਉਂਦੀ। ਤਾਂ ਇੱਕ ਦਿਨ ਤੜਕੇ 3 ਵਜੇ ਜਦੋਂ ਭਾਈ ਭਗਤੂ ਜਾਣੀ ਜਾਣ ਲੱਗਿਆ ਤਾਂ ਉਹਨੂੰ ਪਤਾ ਨਾ ਲੱਗਿਆ ਕਿ ਸਿਰ ਤੇ ਬਲੇਟਣ ਵਾਲਾ ਪਰਨਾ ਮੇਰਾ ਕਿ ਇਹ ਮਾਤਾ ਦੀ ਚੁੰਨੀ ਆ, ਫੁਲਕਾਰੀ ਸੀਗੀ। ਦਵਾ ਦਵ ਕਾਲ ਦੇ ਵਿੱਚ ਹਨੇਰੇ ਦੇ ਵਿੱਚ ਫੁਲਕਾਰੀ ਬਲੇਟੀ ਤੇ ਗੁਰੂ ਦਰਬਾਰ 'ਚ ਚਲਿਆ ਗਿਆ। ਜਦੋਂ ਥੋੜਾ ਮੂੰਹ ਸੋਝਲਾ ਜਿਹਾ ਹੋਇਆ, ਦਿਸਣ ਲੱਗ ਗਏ ਸਿਰ ਮੂੰਹ ਸਾਰਿਆਂ ਦੇ, ਥੋੜਾ ਚਾਨਣ ਹੋਇਆ ਜੋਤ ਬੱਤੀ 'ਚ, ਸਤਿਗੁਰਾਂ ਦੇ ਜੋ ਚਰਨਾਂ 'ਚ ਗਿਆ, ਸਤਿਗੁਰੂ ਉੱਚੀ ਉੱਚੀ ਹੱਸ ਪਏ, ਕਹਿੰਦੇ ਵੀ ਆਹ ਭਗਤੂ ਅੱਜ ਕਿੱਥੋਂ ਜੰਨਾਂ ਦਾ ਲਾੜਾ ਬਣਿਆ ਫਿਰਦਾ। ਜਦੋਂ ਇੰਨੀ ਗੱਲ ਕਹੀ, ਭਗਤੂ ਹਰ ਗੱਲ ਤੇ ਧਿਆਨ ਦੇ ਕੇ ਇਹ ਗੱਲ ਸਮਝਦਾ ਸੀ ਕਿ ਗੁਰੂ ਜੋ ਵੀ ਕਹਿੰਦਾ ਐਵੇਂ ਤਾਂ ਕਹਿੰਦਾ ਹੀ ਨਹੀਂ, ਕੋਈ ਕਾਰਨ ਹੁੰਦਾ। ਤਾਂ ਜਦੋਂ ਭਾਈ ਭਗਤੂ ਨੂੰ ਜੰਨਾਂ ਦਾ ਲਾੜਾ ਕਿਹਾ ਤੇ ਉੱਥੋਂ ਉਹਦੇ ਮਨ 'ਚ ਸੰਕਲਪ ਆਇਆ ਕਿ ਮੈਨੂੰ ਜੰਨਾਂ ਦਾ ਲਾੜਾ ਮਹਾਰਾਜ ਨੇ ਬਣਾਤਾ, ਕਹਿਤਾ ਜਾਂ ਤਾਂ ਮੈਨੂੰ ਜਨਮ ਹੋਰ ਲੈਣਾ ਪਊ, ਸਾਧਨਾ ਕਰ ਰਿਹਾ ਸੀ, ਤੇ ਜਾਂ ਮੈਂ ਇਸੇ ਜਨਮ 'ਚ ਇਹ ਨਿਬੇੜਾਂ। ਇਹ ਬਸ ਮਨ 'ਚ ਹੀ ਫੁਰਨਾ ਉਹਦੇ ਜੱਚ ਗਿਆ। ਤਾਂ ਇਹ ਗੱਲ ਨੂੰ ਮੁੱਖ ਰੱਖ ਕੇ ਚਿੱਤ 'ਚ ਰੱਖੀ ਗੱਲ। ਚਲੋ ਮਾफ़ੀ ਮੰਗੀ ਸਤਿਗੁਰਾਂ ਤੋਂ, ਕਹਿੰਦੇ ਜੀ ਮੈਥੋਂ ਗਲਤੀ ਨਾ ਇਹ ਹੋ ਗਿਆ। ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਆਪਣਾ ਦਰਬਾਰ ਆ, ਕੋਈ ਤੂੰ ਫਿਕਰ ਨਾ ਕਰ। ਕਹਿੰਦੇ ਤੁਸੀਂ ਜੰਨਾਂ ਦਾ ਲਾੜਾ ਕਹਿਤਾ, ਕਹਿੰਦੇ ਇਹ ਵੀ ਫਿਕਰ ਨਾ ਕਰ, ਭਾਣੇ 'ਚ ਹੀ ਹੈ। ਚਲੋ ਭਾਈ ਭਗਤੂ ਉੱਥੇ ਸੇਵਾ ਕਰਨ ਦੌਰਾਨ ਵਿੱਚ ਦੀ ਆਪਦਾ ਭੁੱਚੋ ਪਿੰਡ ਬੰਨਿਆ ਸੀ ਇਹਨਾਂ ਨੇ, ਜਿਹੜੀ ਆ ਭੁੱਚੋ ਸੜਕ ਦੇ ਉੱਤੇ ਆਉਂਦੀ ਹੈ, ਕੱਚੀ ਭੁੱਚੋ ਆਪਾਂ ਕਹਿ ਦਿੰਦੇ ਹਾਂ। ਇਹ ਦੋਨੇ ਭੁੱਚੋ ਹੀ ਭਾਈ ਭਗਤੂ ਦੀਆਂ ਅੰਸ-ਵੰਸ ਦੀਆਂ। ਪਹਿਲਾਂ ਇੱਥੇ ਥੋੜ੍ਹੇ ਵੱਡੇ ਘਰ ਵੀ ਉਹੋ ਜਿਹੇ ਹੈਗੇ, ਇੱਥੇ ਭਾਈ ਭਗਤੂ ਜੀ ਰਹਿੰਦੇ ਹੁੰਦੇ ਸੀਗੇ। ਇੱਥੇ ਜਦੋਂ ਵਾਪਸ ਆਏ, ਇੱਥੇ ਮਿਲ ਕੇ ਬੱਚਿਆਂ ਨੂੰ ਜਦੋਂ ਜਾ ਰਹੇ ਸੀਗੇ ਘੋੜੇ 'ਤੇ ਇਕੱਲੇ, ਇੱਥੋਂ ਦੀ ਜਾਂਦੇ ਇੱਕ ਡਿੱਖ ਪਿੰਡ ਆਉਂਦਾ ਸਨ ਦੇ ਵਿੱਚ, ਉੱਥੇ ਦੀ ਲੜਕੀ ਗਿੱਲ ਗੋਤ ਆ ਉਹਨਾਂ ਦਾ, ਬੀਬੀ ਬੀਰੋ, ਉਹ ਮਣੇ 'ਤੇ ਖੜੀ ਬਾਜਰਾ ਹਕਾਰੀ ਜਾਂਦੀ ਹੈ। ਤੇ ਜਦੋਂ ਭਾਈ ਭਗਤੂ ਕੋਲ ਦੀ ਲੰਘਣ ਲੱਗੇ ਤੇ ਵੇਖਿਆ ਇਹ ਕੋਈ ਜਨਮਾਂ ਜਨਮਾਂ ਦੀ ਖੇਡ ਹੁੰਦੀ ਹੈ, ਰੂਹਾਂ ਦਾ ਮੇਲ, ਜਾਨੀ ਜਿਹੜਾ ਤੁਹਾਡੇ ਨਾਲ ਰੂਹ ਦਾ ਕੋਈ ਭਾਜਨ ਬੰਦਗੀ ਤੁਸੀਂ ਇਕੱਠਿਆਂ ਨੇ ਕੀਤਾ, ਕਿਤੇ ਸੇਵਾ ਇਕੱਠਿਆਂ ਨੇ ਕੀਤੀ ਆ, ਉਹ ਪਹਿਲੀ ਨਜ਼ਰੇ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ। ਕਲੀਅਰ ਤਾਂ ਨਹੀਂ ਹੁੰਦਾ ਹਾਲੇ ਵੀ ਇਹ ਕਾਰਨ ਕੀ ਹੈ। ਚਲੋ ਜਿਹੜੇ ਭਗਤੀ ਵਾਲੇ ਉਹ ਆਪਸ ਵਿੱਚ ਸਮਝਦੇ ਆ। ਤਾਂ ਭਾਈ ਭਗਤੂ ਨੇ ਚੁੱਪ ਕਰਕੇ ਜਾ ਕੇ ਮਣੇ ਦੇ ਉੱਦੀ ਆਏ 6-7 ਗੇੜੇ ਦਿੱਤੇ, ਜਿਵੇਂ 4 ਗੇੜੇ ਦਿੱਤੇ ਜੋ ਕਹਿ ਲਓ, ਦੇ ਕੇ ਕਹਿੰਦੇ ਵੀ ਤੂੰ ਅੱਜ ਤੋਂ ਸਾਡੀ ਹੋ ਚੁੱਕੀ, ਮੈਂ ਆਪਦੇ ਗੁਰੂ ਦਾ ਬਚਨ ਪੁਗਾ ਚੱਲਿਆ। ਜਦੋਂ ਇਹ ਕਿਹਾ ਤਾਂ ਉਹ ਬੀਬੀ ਨੇ ਬੇਨਤੀ ਕੀਤੀ, ਕਹਿੰਦੀ ਵੀ ਮੈਨੂੰ ਇਹ ਤਾਂ ਦੱਸ ਦਿਓ ਵੀ ਤੁਸੀਂ ਹੈ ਕੌਣ, ਇਹ ਗੱਲ ਤੁਸੀਂ ਕੀਤੀ ਕਿਵੇਂ ਆ। ਤਾਂ ਕਿਹਾ ਮੇਰਾ ਨਾਂ ਭਗਤੂ ਆ। ਉਸ ਵੇਲੇ ਤੱਕ ਭਾਈ ਭਗਤੂ ਦਾ ਨਾਂ ਤਕਰੀਬਨ ਲੋਕ ਜਾਣਨ ਲੱਗ ਗਏ ਸੀ, ਕਿਉਂਕਿ ਗੁਰੂਆਂ ਦੇ ਦਰਬਾਰ 'ਚ ਰਹਿਣ ਕਰਕੇ ਇਸ ਇਲਾਕੇ ਦੇ ਵਿੱਚੋਂ ਮੁਖੀਆਂ ਵਾਂਗੂ ਵਿਚਰਦੇ ਸੀਗੇ। ਇੱਥੋਂ ਦਸਵੰਧ ਲਿਜਾਣਾ, ਸੇਵਾ ਲੈ ਕੇ ਜਾਣੀ, ਸਾਰੇ ਨਗਰਾਂ ਦੇ ਵਿੱਚ ਨਾਂ ਚੱਲਦਾ ਸੀ। ਚਲੋ ਬੀਬੀ ਨੇ ਕਿਹਾ ਵੀ ਮੇਰੇ ਧੰਨ ਭਾਗ ਜੇ ਤੁਸੀਂ ਮੈਨੂੰ ਅਪਣਾਇਆ, ਤੁਸੀਂ ਇਹ ਗੱਲ ਕੀਤੀ ਆ। ਤਾਂ ਜਦੋਂ ਮੇਰਾ ਪਰਿਵਾਰ, ਮੇਰਾ ਮਾਂ ਪਿਓ ਪੁੱਛੂਗਾ ਕਿ ਇਹ ਕਾਰਨ ਕੀ ਆ, ਤਾਂ ਮੈਂ ਕੀ ਸਬੂਤ ਦੇਵਾਂ ਕਿ ਮੈਨੂੰ ਇਹ ਗੱਲ ਕਹਿ ਕੇ ਗਏ ਆ। ਤਾਂ ਜਿਹੜੇ ਮਣੇ 'ਤੇ ਖੜੀ ਸੀ ਉਹਨਾਂ ਨੇ ਕਿਹਾ ਕਿ ਮਣਾ ਤੇਰੀ ਗਵਾਹੀ ਭਰੂਗਾ। ਇਹ ਗੱਲ ਕਹਿ ਕੇ ਆਪ ਅੱਗੇ ਚਲੇ ਗਏ। ਚਲੋ ਸਾਲ ਸੀ, ਮਹੀਨੇ, 2 ਸਾਲ ਜੋ ਸਮਾਂ ਲੰਘਿਆ, ਲੰਘਣ ਤੋਂ ਬਾਅਦ ਅੱਗੇ ਆਪਣੇ ਸਾਰੇ ਲੋਕਾਂ ਦੇ ਇਹ ਹੁੰਦਾ ਸੀ ਕਿ ਪੰਡਤ ਤੋਂ ਸਾਹਾ ਕਢਾਉਂਦੇ ਕਿ ਬੱਚੀ ਦਾ ਸਾਹਾ ਕਰਨਾ। ਉਹ ਜਦੋਂ ਸਾਹਾ ਕੱਢਣ ਦਾ ਕੋਈ ਲਗਨ ਵਗੈਰਾ ਇਸ ਤਰ੍ਹਾਂ ਦਾ ਹੁੰਦਾ, ਉਹ ਪੰਡਤ ਕਹਿਣ ਜੀ ਬੀਬੀ ਦੇ ਲਾਗ ਆਉਂਦੀ ਆ, ਰਸਤੇ ਦੇ ਵਿੱਚ ਕੋਈ ਕਾਰਨ ਹੋਇਆ ਵਾ। ਮਾਂ ਨੂੰ ਭਾਵੇਂ ਹੱਥਾਂ ਪੈਰਾਂ ਦੀ ਪੈ ਗਈ ਵੀ ਇਹ ਜੀ ਤਾਂ ਸਾਡੀ ਬੱਚੀ ਨਹੀਂ, ਹਾਲੇ ਵੀ ਕੋਈ ਐਸੀ ਵੈਸੀ ਗੱਲ ਹੋਈ ਹੋਵੇ। ਚਲੋ ਪੰਡਤ ਨੂੰ ਵਾਪਸ ਕਰਤਾ, ਕਹਿੰਦੇ ਅਸੀਂ ਕੱਲ੍ਹ ਨੂੰ ਬੁਲਾਵਾਂਗੇ, ਪੁੱਛਦੇ ਹਾਂ। ਬੀਬੀ ਨੂੰ ਕੱਲੀ ਨੂੰ ਬਹਾ ਕੇ ਪੁੱਛਿਆ ਵੀ ਕੋਈ ਕਾਰਨ ਤਾਂ ਨਹੀਂ ਹੈ ਤੇਰੇ ਚਿੱਤ ਦੇ ਵਿੱਚ, ਕੋਈ ਗੱਲਬਾਤ ਐਸੀ ਵੀ ਵਿਆਹ ਨਹੀਂ ਕਰਾਉਣਾ ਜਾਂ ਕੁਛ ਹੋਰ। ਪੰਡਤ ਜੀ ਦੱਸ ਰਿਹਾ ਕੋਈ ਲਾਗ ਆ ਰਹੀ ਆ। ਤਾਂ ਬੀਬੀ ਨੇ ਫਿਰ ਉਹ ਸਾਰੀ ਸਟੋਰੀ ਮਾਤਾ ਨੂੰ ਦੱਸੀ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਆ। ਮਾਤਾ ਨੇ ਆਪਦੇ ਘਰ ਵਾਲੇ ਨੂੰ, ਹੋਰਾਂ ਨੂੰ ਦੱਸੀ। ਉਹ ਕਹਿੰਦੇ ਵੀ ਐਂ ਹੁਣ ਇਹਦੀ ਕਿਵੇਂ ਗੱਲ ਮੰਨ ਲਗੇ, ਐਡੀ ਛੇਤੀ ਵੀ ਐਂ ਹੁੰਦਾ ਕਿਤੇ। ਉਹ ਕਹਿੰਦੀ ਮੈਨੂੰ ਆ ਵੀ ਬਚਨ ਕੀਤਾ ਸੀ, ਜਦੋਂ ਤੈਨੂੰ ਕਹਿਣਗੇ ਅਸੀਂ ਨਹੀਂ ਮੰਨਦੇ ਤਾਂ ਮਣੇ ਕੋਲੇ ਲਿਆਈ। ਉੱਥੇ ਇਤਿਹਾਸ ਦਾ ਜ਼ਿਕਰ ਹੈ ਕਿ ਜਦੋਂ ਮਣੇ ਕੋਲੇ ਸਾਰਿਆਂ ਨੇ ਜਾ ਕੇ ਦੇਖਿਆ ਤਾਂ ਬੀਬੀ ਨੇ ਜਦੋਂ ਅਰਦਾਸ ਕਰਕੇ ਕਿਹਾ ਕਿ ਮੇਰੀ ਗਵਾਹੀ ਤੂੰ ਦੇਣੀ ਆ, ਤਾਂ ਉਹ ਜਿਹੜਾ ਮਣਾ ਸੀ ਸੁੱਕੀਆਂ ਲੱਕੜਾਂ ਗੱਡੀਆਂ ਵੀ ਉਹ ਕਰੁੰਬਲਾਂ ਕੱਢਿਆ ਆ। ਉੱਥੇ ਉਹ ਗਵਾਹੀ ਮੰਨੀ ਗਈ। ਇਹ ਗੱਲ ਪਹਿਲਾਂ ਦੱਸੀ ਕਿ ਇਹ ਜੇ ਤਾਂ ਹਰਾ ਹੋ ਗਿਆ ਤਾਂ ਸਮਝ ਲਓ ਸਾਡਾ ਹੋ ਚੁੱਕਿਆ ਸਗਨ ਆ ਜਿਹੜਾ, ਜਾਂ ਵਿਆਹ ਹੋ ਚੁੱਕਿਆ, ਤੇ ਜੇ ਇਹ ਨਹੀਂ ਗਵਾਹੀ ਦਿੰਦਾ ਤਾਂ ਠੀਕ ਹੈ। ਉੱਥੇ ਫਿਰ ਸਾਰੇ ਨਗਰ ਨੇ, ਪੰਚਾਇਤ ਨੇ ਮੰਨਿਆ ਤੇ ਕਹਿੰਦੇ ਚਲੋ ਆਪਾਂ ਭਾਈ ਭਗਤੂ ਦੇ ਨਗਰ ਚਲੋ। ਉੱਥੋਂ ਦੀ ਪੰਚਾਇਤ ਚੱਲ ਕੇ ਭੁੱਚੋ ਆਈ। ਭੁੱਚੋ ਆ ਕੇ ਭਾਈ ਗੌਰੇ ਨੂੰ ਮਿਲੇ, ਇੱਥੇ ਆ ਕੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਆਹ ਕਹਾਣੀ ਹੋਈ ਹੈ ਤੇ ਆਹ ਗੱਲ ਆ। ਜਦੋਂ ਭਾਈ ਗੌਰੇ ਵਰਗੇ ਦਰਬਾਰ ਜਾਂਦੇ ਰਹਿੰਦੇ ਸੀ, ਜਿਹੜੇ ਕਿ ਉਹਨਾਂ ਨੂੰ ਪਤਾ ਸੀ ਐਵੇਂ ਤਾਂ ਪਿਤਾ ਜੀ ਨੇ ਕੋਈ ਗੱਲ ਕਹੀ ਨਹੀਂ ਹੋਣੀ,
ਜੇ ਗੁਰੂ ਦਾ ਕੋਈ ਹੁਕਮ ਸੀ ਫੇਰ ਹੀ ਹੋਇਆ। ਉਹ ਕਹਿੰਦੇ ਵੀ ਉਹ ਤਾਂ ਜਦੋਂ ਦੀ ਇਹ ਗੱਲ ਦੱਸਦੇ ਆ ਜਾਣ ਸਾਰੀ ਸਰੀਰ ਤਿਆਗ ਗਏ ਤੇ ਚੜ੍ਹਾਈ ਕਰ ਗਏ ਸੀਗੇ। ਤੇ ਉਹ ਬੀਬੀ ਨੇ ਮਤਲਬ ਫੈਸਲਾ ਪਹਿਲਾਂ ਹੀ ਦੱਸਤਾ ਸੀ ਵੀ ਮੈਂ ਤਾਂ ਹੋਰ ਕਿਤੇ ਹੁਣ ਜਾਣਾ ਹੀ ਨਹੀਂ ਹੈ। ਤੇ ਇਸ ਕਰਕੇ ਜੇ ਤੁਹਾਡਾ ਫੈਸਲਾ ਵੀ ਉਹ ਇਸੇ ਤਰ੍ਹਾਂ ਹੀ ਪੂਰਾ ਕਰਨਾ ਤੇ ਅਸੀਂ ਆਪਦੀ ਮਾਤਾ ਸਮਾਨ ਉਹਨੂੰ ਸਤਿਕਾਰ ਨਾਲ ਘਰੇ ਲਿਆਵਾਂਗੇ ਤੇ ਉਹ ਆਪੇ ਆ ਕੇ ਆਪਦਾ ਘਰ ਆ ਜਿਹੜਾ ਇਹ ਸਾਂਭੇ। ਤਾਂ ਪੰਚਾਇਤ ਨੇ ਚਲੋ ਸਿਰ ਮੱਥੇ ਮੰਨਿਆ, ਜਾ ਕੇ ਦੱਸਿਆ ਬੀਬੀ ਵੀਰੋ ਨੂੰ। ਉਹ ਕਹਿੰਦੀ ਵੀ ਮੈਨੂੰ ਉਵੇਂ ਹੀ ਮਨਜ਼ੂਰ ਆ, ਮੈਂ ਐਵੇਂ ਜਿਵੇਂ ਜੱਤ ਸੱਤ ਨਾਲ ਰਹਿ ਕੇ ਜੀਵਨ ਲਗਾਊਂ। ਮੈਂ ਜਦੋਂ ਇੱਕ ਵਾਰੀ ਕਹਿਤਾ ਵੀ ਮੈਂ ਹੋ ਚੁੱਕੀ ਭਾਈ ਭਗਤੂ ਦੀ, ਤਾਂ ਹੋ ਚੁੱਕੀ, ਗੱਲ ਖਤਮ ਹੋ ਗਈ ਉਹ। ਤਾਂ ਫਿਰ ਇੱਥੋਂ ਨਗਰ ਦੀਆਂ ਕਹਿ ਲਓ ਸੰਗਤਾਂ ਜਾ ਕੇ ਭਾਈ ਭਗਤੂ ਦਾ ਖੂੰਡਾ ਸੀ ਘਰ, ਉਹ ਖੂੰਡੇ ਨੂੰ ਜਿਵੇਂ ਮਾਨਤਾ ਲੈ ਕੇ ਲਈ ਇਹ ਭਾਈ ਭਗਤੂ ਦੀ ਨਿਸ਼ਾਨੀ ਹੈ, ਜਾ ਕੇ ਬੀਬੀ ਵੀਰੋ ਨੂੰ ਲੈ ਕੇ ਆਏ। ਲਿਆ ਕੇ ਭਾਈ ਗੌਰੇ ਨੇ ਬਚਨ ਨਿਭਾਇਆ ਕਿ ਆਉਂਦੀ ਨੂੰ ਵੀ ਲੈ ਮਾਂ ਘਰ ਦੀਆਂ ਚਾਬੀਆਂ ਤੂੰ ਸਾਂਭ, ਅਸੀਂ ਬਾਹਰ ਦੇ ਕੰਮ ਸਾਂਭਾਂਗੇ, ਘਰ ਦੀ ਕਬੀਲਦਾਰੀ ਤੇਰੇ ਕੋਲ ਆ। ਉਦੋਂ ਤੱਕ ਇਹ ਜਿਹੜੀ ਬੀਬੀ ਵੀਰੋ ਆ ਇਹ ਮਾਈ ਵੀਰੋ ਬਣ ਕੇ ਇਸ ਘਰ ਦੇ ਵਿੱਚ ਆਪਦੀ ਜਿਹੜੀ ਮੁਖੀ ਬਣ ਕੇ ਰਹਿ ਰਹੀ ਸੀ। ਜਦੋਂ ਇਹਨੂੰ ਪਤਾ ਲੱਗਿਆ ਕਿ ਸੱਤਵੇਂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਮੇਰੀ ਨੂੰਹ ਨਾਲ ਆਹ ਗੱਲ ਵਾਪਰ ਗਈ, ਤਾਂ ਇਹਨੇ ਵੀ ਦਿਲਾਸਾ ਦਿੱਤਾ ਵੀ ਜੋ ਗੁਰੂ ਦਾ ਹੁਕਮ ਆਪਾਂ ਸਿਰ ਮੱਥੇ ਬੰਨਣਾ, ਮੈਂ ਵੀ ਤੇਰੇ ਸਾਹਮਣੇ ਮੰਨਿਆ। ਉਹ ਜੱਤ ਸਤਨਾ ਰਹਿਣ ਵਾਲੀ ਬੀਬੀ ਦਾ ਜੋ ਪ੍ਰਭਾਵ ਸੀ ਉਹ ਨੂੰਹ 'ਤੇ ਵੀ ਸੀਗਾ। ਤਾਂ ਉੱਥੋਂ ਫਿਰ ਇੱਥੇ ਸੰਤ ਦਾਸ ਪੈਦਾ ਹੁੰਦਾ ਸਤਿਗੁਰੂ ਦੇ ਬਚਨਾਂ ਨਾਲ। ਇਹ ਸੰਤ ਦਾਸ ਜੋ ਪੈਦਾ ਹੁੰਦਾ ਤਾਂ ਉਦੋਂ ਬਾਅਦ ਬੀਬੀ ਵੀਰੋ ਨੂੰ ਮਾਈ ਵੀਰੋ ਨੂੰ ਇਹ ਫਿਕਰ ਹੁੰਦਾ ਕਿ ਹੁਣ ਇਹਦਾ ਮੈਂ ਇੱਕ ਅਲੱਗ ਘਰ-ਬਾਰ ਸਾਰਾ ਕੁਝ ਬਣਾ ਦਿਆਂ। ਤੇ ਭਾਈ ਗੌਰੇ ਨਾਲ ਗੱਲ ਕੀਤੀ, ਭਾਈ ਗੌਰਿਆ ਤੂੰ ਬਾਹਰ ਜੰਗਾਂ ਯੁੱਧਾਂ 'ਚ ਤੁਰਿਆ ਫਿਰਦਾ, ਮੈਨੂੰ ਹੁਣੀ ਦੱਸ ਦੇ ਕਿ ਮੈਂ ਇਹਦਾ ਜਿਹੜਾ ਭਾਈ ਜੀਵਨ ਦਾ ਹਿੱਸਾ ਇਹਨੂੰ ਕਿਹੜੇ ਪਾਸੇ ਆਪਾਂ ਘਰ ਬਣਾ ਕੇ ਜਾਂ ਇਹਦੇ ਨਾਂ 'ਤੇ ਇਹ ਪਿੰਡ ਬੰਨ੍ਹਣਾ ਚਾਹੁੰਦੇ ਬੱਚੇ ਦੇ ਨਾਂ 'ਤੇ ਜਾਂ ਕੁਛ ਵੀ ਆਪਾਂ ਕਰੀਏ। ਤਾਂ ਭਾਈ ਗੌਰੇ ਨੇ ਉਹ ਲਿਖਿਆ ਮਿਲਦਾ ਮਾਂ ਆਹ ਭੁੱਚੋ ਤੋਂ ਲੈ ਕੇ ਜਿਹੜੀ ਭੁੱਚੋ 'ਚ ਆਪਾਂ ਬੈਠੇ ਹਾਂ ਜਿੱਥੋਂ ਲਵੇਰੀਸਰ ਆ ਜਾਂਦਾ, ਇੱਥੋਂ ਲੈ ਕੇ ਝੰਡੂਕਿਆ ਤੱਕ, ਉਹ ਇਤਿਹਾਸ 'ਚ ਝੰਡੂਕੇ ਪੁਰਾਣਾ ਪਿੰਡ ਇਹਦਾ ਜ਼ਿਕਰ ਆਉਂਦਾ, ਝੰਡੂਕਿਆ ਤੱਕ ਜਿੰਨਾ ਰਕਬਾ ਇਹ ਜੀਵਨ ਦਾ ਹੀ ਹੈ। ਇੱਧਰ ਨੂੰ ਜਿੱਥੋਂ ਤੱਕ ਤੁਹਾਡਾ ਮਨ ਮੰਨਦਾ ਉੱਥੋਂ ਤੱਕ ਰੋਕ ਲਓ। ਇਹ ਗੱਲ ਤੋਂ ਬਾਅਦ ਫਿਰ ਮਾਈ ਵੀਰੋ ਆਪ ਇੱਧਰ ਵੇਖਣ ਆਏ ਘੋੜੇ 'ਤੇ ਕਿ ਜਦੋਂ ਆ ਕੇ ਇੱਥੇ ਤੁਰੇ ਫਿਰਦੇ ਸੀ, ਇੱਥੇ ਦੇਖਿਆ ਤਾਂ ਉਹਨਾਂ ਨੂੰ ਕੋਈ ਖਿੱਚ ਪਈ ਜਗ੍ਹਾ 'ਤੇ ਕਿ ਇਹ ਕੋਈ ਭਗਤੀ ਵਾਲੀ ਜਗ੍ਹਾ ਜਿੱਥੇ ਪਹਿਲਾਂ ਵੀ ਕੋਈ ਪੀਰ ਫਕੀਰ ਸਿੱਧ ਪੁਰਸ਼ ਰਹਿ ਚੁੱਕੇ ਆ। ਤਾਂ ਇੱਥੇ ਆ ਕੇ ਮਾਤਾ ਨੇ ਰੋਕ ਲਿਆ ਘੋੜਾ ਆਪਣਾ। ਇੱਥੇ ਜਿਹੜੀਆਂ ਨਾਲ ਸੰਗਤਾਂ ਸੀ ਉਹਨਾਂ ਨੂੰ ਕਿਹਾ ਵੀ ਇੱਥੇ ਆਪਾਂ ਪਿੰਡ ਬਣਾਉਣਾ। ਇਹ ਪਿੰਡ ਦਾ ਫਿਰ ਇੱਥੇ ਅੱਗੇ ਚੱਕ ਪਾਉਂਦੇ। ਫਿਰ ਪਹਿਲੀ ਮਤਲਬ ਜਿਹੜੀ ਇਮਾਰਤ ਬਣਾਈ ਇੱਥੇ ਮਾਈ ਵੀਰੋ ਨੇ, ਇਹ ਬੁਰਜ ਆ ਜਿਹੜਾ ਇਹ ਮਾਈ ਵੀਰੋ ਨੇ ਆਪਣੇ ਹੱਥੀਂ ਤਿਆਰ ਕਰਵਾਇਆ। ਤਿਆਰ ਕਰਕੇ ਫਿਰ ਹੋਰ ਘਰ ਪਾਉਣੇ ਲਾਮੀ ਸ਼ੁਰੂ ਕੀਤੇ। ਇਹਦਾ ਨਾਂ ਰੱਖਿਆ ਭਾਈ ਕਾ ਚੱਕ। ਉੱਥੋਂ ਇਹ ਭਾਈ ਕਾ ਚੱਕ ਵੱਜਿਆ। ਇਹ ਨਗਰ ਦੀ ਜਿਹੜੀ ਹੋਂਦ ਇੱਥੋਂ ਮਾਈ ਵੀਰੋ ਦੇ ਹੱਥੋਂ ਜਾਣੀ ਸ਼ੁਰੂ ਹੁੰਦੀ ਆ। ਇੱਥੋਂ ਬਾਅਦ ਫਿਰ ਇੱਥੇ ਸੰਤ ਦਾਸ ਜਵਾਨ ਹੁੰਦਾ, ਵੱਡਾ ਹੁੰਦਾ, ਤਾਂ ਮਾਈ ਵੀਰੋ ਇਹਦੇ ਵਿਆਹ ਕਰਦੀ ਆ। ਜਦੋਂ ਇਹਦਾ ਵਿਆਹ ਕੀਤਾ ਤਾਂ ਉਹ ਮਾਤਾ ਦੇ ਪੇਟੋਂ 2 ਬੱਚੇ ਪੈਦਾ ਹੋਏ, ਵੱਡਾ ਭਾਈ ਰਾਮ ਸਿੰਘ, ਉਦੋਂ ਛੋਟਾ ਭਾਈ ਫਤਿਹ ਸਿੰਘ। ਉਦੋਂ ਦਾ ਕੋਈ ਰਿਵਾਜ ਹੋਣਾ ਜਾਂ ਕੋਈ ਕਾਰਨ ਹੋਰ ਹੋਣਾ ਕਿ ਦੂਸਰਾ ਵਿਆਹ ਕੀਤਾ। ਦੂਸਰਾ ਵਿਆਹ ਕੀਤਾ ਤਾਂ ਉਹਦੇ ਮਾਤਾ ਦੇ ਪੇਟੋਂ ਭਾਈ ਬਖਤ ਸਿੰਘ ਤੇ ਤਖਤ ਸਿੰਘ 2 ਬੱਚੇ ਹੋਏ। ਤਾਂ ਇਸੇ ਵੇਲੇ ਹੀ ਸੰਤ ਦਾਸ ਦਾ ਜੋ ਤੀਜਾ ਵਿਆਹ ਹੋਇਆ ਤਾਂ ਇਹ ਹੋਇਆ ਭਾਈ ਜੇਠੂ ਸਿੰਘ ਢਿੱਲੋਂ, ਜਿਨ੍ਹਾਂ ਨੇ ਜੇਠੂ ਕੇ ਪਿੰਡ ਬੰਨਿਆ ਵਾ, ਉਹਨਾਂ ਦੀ ਸਪੁੱਤਰੀ ਮਾਈ ਦੇਸਾਂ ਨਾਲ। ਉਹ ਪਰਿਵਾਰ ਵੀ ਗੁਰੂ ਦੇ ਦਰਬਾਰ ਜਾਣ ਵਾਲਾ ਸੀ ਤੇ ਇਹ ਪਰਿਵਾਰ ਵੀ। ਤਾਂ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਦੀ ਜਿਹੜੀ ਬੇਟੀ ਦੀ ਸ਼ਾਦੀ ਇੱਥੇ ਸੰਤ ਦਾਸ ਨਾਲ ਕੀਤੀ। ਇਹ ਇੱਥੋਂ ਤੱਕ ਦਾ ਇਤਿਹਾਸ ਇੱਥੇ ਆ ਜਾਂਦਾ, ਇਸ ਨਗਰ ਦੇ ਵਿੱਚ ਮਾਈ ਦੇਸਾਂ ਤੱਕ ਆ ਜਾਂਦਾ। ਤੇ ਇੱਥੋਂ ਮਾਈ ਦੇਸਾਂ ਦੀ ਫਿਰ ਲੜੀ ਸ਼ੁਰੂ ਹੁੰਦੀ ਆ ਜਿਹੜੀ ਕਿ ਅੱਗੇ ਜਾ ਕੇ 10ਵੇਂ ਪਾਤਸ਼ਾਹ ਤੱਕ ਜੁੜਦੀ ਆ। ਤਾਂ ਜਿਵੇਂ ਪਰਿਵਾਰਾਂ ਦੇ ਵਿੱਚ ਇੱਕ ਮਸਲੇ ਚੱਲਦੇ ਆ, ਜਦੋਂ ਨੂੰ ਮਾਈ ਦੇਸਾਂ ਆਉਂਦੀ ਆ ਜਾਂ ਸਣ ਦੇ ਵਿੱਚ ਵਿਆਹ ਹੁੰਦਾ ਤੇ ਮਾਈ ਵੀਰੋ ਆ ਜਿਹੜੀ ਉਦੋਂ ਪਹਿਲਾਂ ਸਵਰਗ ਸੁਧਾਰ ਜਾਂਦੇ ਆ, ਕਿਉਂਕਿ ਮਾਈ ਦੇਸਾਂ ਦੇ ਵੇਲੇ ਕਿਸੇ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਆਉਂਦਾ ਹੈ। ਮਾਤਾ ਦਾ ਉਦੋਂ ਪਹਿਲਾਂ ਆਉਂਦਾ ਜਦੋਂ ਪਿੰਡ ਬੰਨਿਆ, ਸੰਤ ਦਾਸ ਨੂੰ ਪਾਲਿਆ, ਵਿਆਹ ਕੀਤਾ। ਤੇ ਵਿਆਹ ਤੋਂ ਬਾਅਦ ਮਤਲਬ ਮਾਈ ਵੀਰੋ ਆ ਜਿਹੜੇ ਚੜ੍ਹਾਈ ਕਰ ਜਾਂਦੇ ਆ, ਉਹਨਾਂ ਦਾ ਇੱਥੇ ਅਗੀਠਾ ਵੀ ਬਣਿਆ ਹੋਇਆ ਸਾਡੇ ਨਗਰ ਦੇ ਵਿੱਚ, ਜਿੱਥੋਂ ਇੱਟ ਲਿਜਾ ਕੇ ਤੇ ਕਰਤਾਰਪੁਰ ਤੋਂ ਭਾਈ ਭਗਤੂ ਦੀ ਸਮਾਧ ਚੋਂ ਇੱਟ ਲਿਆ ਕੇ ਚੱਕ ਰਾਮ ਸਿੰਘ ਵਾਲੇ ਜਿਹੜੀ ਮਾਈ ਵੀਰੋ ਦੀ ਜਗ੍ਹਾ ਉਹ ਬਣਾਈ ਗਈ ਹੈ। ਤੇ ਜਿੱਥੇ ਜਾਨੀ ਬਹੁਤ ਸੋਹਣਾ ਸੁੰਦਰ ਗੁਰਦੁਆਰਾ, ਬਹੁਤ ਜ਼ਿਆਦਾ ਕਿਰਪਾ, ਜਿੱਥੇ ਬੜਾ ਹੀ ਕੁਛ ਬਣਿਆ ਹੋਇਆ। ਉਹ ਨਗਰ ਦੇ ਫਿਰ ਭਾਈ ਰਾਮ ਸਿੰਘ ਨੇ ਆਪਣਾ ਨਗਰ ਬਣਿਆ। ਉਹ ਸਾਰਾ ਨਗਰ ਹੀ ਬੜੇ ਪਿਆਰ ਨਾਲ ਸਰਧਾ ਨਾਲ ਸੇਵਾ ਕਰਦਾ ਮਾਈ ਵੀਰੋ ਦੇ ਸਥਾਨ 'ਤੇ। ਇੱਥੇ ਫਿਰ ਮਾਈ ਦੇਸਾਂ ਦਾ ਇਤਿਹਾਸ ਆਉਂਦਾ। ਤਾਂ ਮਾਈ ਦੇਸਾਂ ਦਾ ਇੱਕ ਬੜੀ ਘਟਨਾ ਘਟਦੀ ਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਸੰਤ ਦਾਸ ਦੀ ਮ੍ਰਿਤੂ ਹੋ ਜਾਂਦੀ ਹੈ। ਜਦੋਂ ਸੰਤ ਦਾਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਆਮ ਹੀ ਰਿਵਾਜ ਕਹਿ ਲਓ ਜਾਂ ਸਮਾਜ ਦੇ ਵਰਤਾਰੇ ਕਹਿ ਲਓ, ਤੇ ਦੂਜਿਆਂ ਦੀਆਂ ਸਾਰਿਆਂ ਦੀਆਂ ਅੱਖਾਂ ਫਿਰ ਜਾਂਦੀਆਂ ਤੇ ਮਾਈ ਦੇਸਾਂ ਨੂੰ ਬੁਲਾਉਣਾ ਚਲਾਉਣਾ ਘੱਟ ਕਰ ਦਿੰਦੇ ਆ। ਕੋਈ ਕਹਿੰਦਾ ਇਹਦੇ ਆਉਣ ਨਾਲ ਮੌਤ ਹੋਈ, ਕੋਈ ਕਹਿੰਦਾ ਕਲੈਣੀ ਆ, ਕੋਈ ਕੁਛ ਜਿਵੇਂ ਬੁੜੀਆਂ ਦੇ ਹੁੰਦੇ ਆ ਉਹਨੇ ਬਚਨ ਉਹ ਗਲਤ ਬੋਲਣੇ ਤੇ ਬੜਾ ਜਲੀਲ ਕਰਨਾ, ਤੰਗ ਕਰਨਾ। ਸਰੀਕੇ ਕਬੀਲੇ ਨੇ, ਉਹ ਦੂਜੀਆਂ ਮਾਈਆਂ ਨੇ ਜਾਂ ਹੋਰ ਸਾਰਾ ਹੈ ਨਾ।
ਤਾਂ ਇਹ ਮਾਈ ਦਾ ਇੱਕ ਫਿਰ ਸੁਭਾਅ ਬਣ ਗਿਆ ਤੇ ਪੰਚਾਇਤੀ ਤੌਰ ਤੇ ਗੱਲਬਾਤ ਹੋ ਕੇ ਕਿ ਲੈ ਵੀ ਤੂੰ ਸਾਡੇ ਘਰੇ ਨਾ ਬੜੀ, ਵੀ ਤੈਨੂੰ ਆ ਕੋਠੜੀ ਦਿੱਤੀ ਹੈ ਜਿਹੜਾ ਬੁਰਜ ਹੈ, ਤੂੰ ਆਪਦੇ ਘਰੇ ਰਹਿਣਾ। ਇਹਦੇ ਐਂ ਕੰਧ ਲਾਤੀ, ਇੱਧਰਲੇ ਪਾਸੇ ਰਾਮ ਸਿੰਘ ਫਤਿਹ ਸਿੰਘ ਦਾ ਘਰ ਸੀ, ਉਹਨਾਂ ਦਾ ਬਣਿਆ ਹੋਇਆ ਕੋਈ ਮਕਾਨ ਸੀਗਾ, ਦੂਜੇ ਪਾਸੇ ਕੰਧ ਲਾਤੀ ਜਿੱਥੇ ਕਿ ਬਖਤ ਸਿੰਘ ਤਖਤ ਸਿੰਘ ਦਾ ਘਰ ਸੀ, ਤੇ ਬਸ ਵਿਚਾਲੇ ਇਹ ਮਾਤਾ ਨੂੰ ਕੋਠੜੀ ਦੇਤੀ। ਮਾਤਾ ਇਹਦੇ 'ਚ ਬੈਠੀ ਆਪਦਾ ਭਜਨ ਬੰਦਗੀ ਮਤਲਬ ਸੇਵਾ ਸਿਮਰਨ ਕਰਦੀ। ਜੋ ਮਾਈ ਦੇਸਾਂ ਨਾਲ ਘਟਨਾ ਘਟੀ ਕਿ ਜਿਵੇਂ ਸੰਤ ਦਾਸ ਨਾਲ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਉਹਨਾਂ ਨੇ ਆਨੰਦਪੁਰ ਸਾਹਿਬ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੇਵਾ ਕਰਨੀ, ਉੱਥੇ ਮਹੀਨਾ 2 ਮਹੀਨੇ ਰਹਿ ਕੇ ਆਉਣਾ, ਸਾਹਿਬਜ਼ਾਦਿਆਂ ਦੀ ਸੇਵਾ ਕਰਕੇ ਆਉਣੀ, ਗੁਰੂ ਸਾਹਿਬ ਦੇ ਦਰਬਾਰ 'ਚ ਸੇਵਾ ਕਰਨੀ ਮਾਈ ਦੇਸਾਂ ਨੇ। ਉਹ ਸਾਰੀਆਂ ਯਾਦਾਂ ਨੂੰ ਮਨ 'ਚ ਲੈ ਕੇ ਜੋ ਨਾਮਦਾਨ ਸਿਮਰਨ ਦਿੱਤਾ ਹੋਇਆ ਸੀਗਾ ਸਤਿਗੁਰਾਂ ਨੇ, ਉਹ ਜਪਦੇ ਰਹਿਣਾ। ਇੱਕ ਇਤਿਹਾਸ 'ਚ ਜ਼ਿਕਰ ਆਉਂਦਾ, ਭਾਈ ਵੀਰ ਸਿੰਘ ਜ਼ਿਕਰ ਕਰਦੇ ਆ ਕਿ ਬੀਬੀ ਅਤੀਸੋ ਕੋਈ ਨਗਰ ਦੀ ਬੁੜੀ ਆ, ਜਿਹੜੀ ਮਾਈ ਦੇਸਾਂ ਦੇ ਦੁੱਖ ਨੂੰ ਦਰਦ ਨੂੰ ਸਮਝਦੀ ਆ। ਉਹ ਰੋਜ਼ਾਨਾ ਇੱਕ ਗੇੜਾ ਮਾਈ ਦੇਸਾਂ ਕੋਲ ਲਾਉਂਦੀ ਆ, ਉਹਨੂੰ ਮਤਲਬ ਕੋਈ ਚੀਜ਼ ਵਸਤ ਦੀ ਲੋੜ ਆ, ਹੋਰਾਂ ਦੀ ਮਦਦ ਕਰਦੀ ਹੈ। ਤਾਂ ਮਾਈ ਦੇਸਾਂ ਉਹਦੇ ਕੋਲ ਜ਼ਿਕਰ ਕਰਦੀ ਹੈ ਕਿ ਮੈਨੂੰ ਸਿਮਰਨ ਕਰਦੀ ਨੂੰ ਵੀ ਇਹ ਦੀਂਦਾ ਕਿ ਸਤਿਗੁਰੂ ਮੇਰੇ ਘਰ ਆ ਰਹੇ ਆ, ਤੇ ਮੈਂ ਚਾਹੁੰਦੀ ਹਾਂ ਕਿ ਸਤਿਗੁਰੂ ਮੇਰੇ ਪ੍ਰਾਣ ਤਿਆਗਣ ਤੋਂ ਪਹਿਲਾਂ ਜ਼ਰੂਰ ਮੇਰੇ ਘਰ ਆਉਣ, ਤੇ ਜਦੋਂ ਆਉਣ ਆਪਾਂ ਕੋਈ ਉਹਨਾਂ ਨੂੰ ਯਾਦਗਾਰ ਨਿਸ਼ਾਨੀ ਭੇਟਾ ਕਰੀਏ, ਤੂੰ ਮੇਰੀ ਮਦਦ ਕਰ। ਤਾਂ ਜ਼ਿਕਰ ਆਉਂਦਾ ਕਿ ਉਹਨੇ ਮਾਈ ਨੇ ਬਾਹਰੋਂ ਜਾਂਦੀ ਸੀ, ਉਹਨੂੰ ਤਾਂ ਬਾਹਰ ਜਾਣ ਦਾ ਹੁਕਮ ਹੀ ਨਹੀਂ ਸੀਗਾ, ਜੋ ਪਤੀ ਗੁਜ਼ਰ ਗਿਆ ਬਸ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿਣਾ। ਉਹਨੇ ਫਿਰ ਅੱਕਾਂ ਦੀਆਂ ਕੁਕੜੀਆਂ ਤੋੜ ਕੇ ਹੋਰ ਕਪਾਹ ਦਾ ਜਿਹੇ ਜਿਹਾ ਵੀ ਇੰਤਜ਼ਾਮ ਉਦੋਂ ਹੁੰਦਾ ਕਰਕੇ ਫਿਰ ਦੋਨਾਂ ਨੇ ਕੱਤ ਕੇ ਉਹ ਚੀਜ਼ ਨੂੰ ਇੱਕ ਬਹੁਤ ਸੋਹਣਾ ਸੁੰਦਰ ਖੇਸ ਬਣਾਇਆ, ਜਾਣੀ ਰੇਸ਼ਮ ਦੇ ਲਾਲ ਡੋਰੇ ਲਾਏ, ਤੇ ਰੋਜ਼ ਜਾਣੀ ਝਾੜੂ ਦੇਣਾ, ਸੇਵਾ ਸਿਮਰਨ ਕਰਦਿਆਂ ਇਹ ਕਹਿਣਾ ਕਿ ਪਾਤਸ਼ਾਹ ਇੱਥੋਂ ਦੀ ਆਪਣੇ ਘਰ ਆਉਣਗੇ। ਇਸ ਤਰ੍ਹਾਂ ਦੀ ਭਾਵ ਜਾਣੀ ਬਣਾਈ ਜਾਣਾ, ਅਰਦਾਸ ਬੇਨਤੀ ਕਰੀ ਜਾਣੀ। ਤਾਂ ਫਿਰ ਉਹ ਜ਼ਿਕਰ ਆਉਂਦਾ ਕਿ ਇਹੋ ਜਿਹੀਆਂ ਖਬਰਾਂ ਵੀ ਆਉਣੀਆਂ ਕਿ ਅਨੰਦਪੁਰ ਸਾਹਿਬ 'ਤੇ ਹਮਲਾ ਹੋ ਗਿਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਛੋਟੇ ਸ਼ਹੀਦ ਹੋ ਗਏ। ਤਾਂ ਹਰ ਵੇਲੇ ਬਰਾਗ ਵੱਧਦਾ ਜਾਣਾ ਕਿ ਸਤਿਗੁਰੂ ਤੁਹਾਡੇ 'ਤੇ ਕਿਹੋ ਜਿਹਾ ਵਕਤ ਆ ਗਿਆ। ਤੇ ਇਵੇਂ ਚੱਲਦੇ ਜਦੋਂ ਸਤਿਗੁਰੂ ਮੁਕਤਸਰ ਸਾਹਿਬ ਤੋਂ ਜੰਗਾਂ ਤੋਂ ਬਾਅਦ ਦਮਦਮਾ ਸਾਹਿਬ ਆ ਕੇ ਰੁਕ ਜਾਂਦੇ ਆ, ਤਾਂ ਉੱਥੋਂ ਇੱਕ ਖਬਰ ਆਉਂਦੀ ਹੈ ਕਿ ਪਾਤਸ਼ਾਹ ਦਮਦਮਾ ਸਾਹਿਬ ਆ ਚੁੱਕੇ ਆ ਤੇ ਉੱਥੇ ਠਹਿਰੇ ਹੋਏ ਆ। ਤਾਂ ਮਾਤਾ ਨੂੰ ਖਿੱਚ ਹੋਰ ਪੈ ਜਾਂਦੀ ਹੈ ਕਿ ਕੋਲੀ 20-30 ਕਿਲੋਮੀਟਰ 'ਤੇ ਬੈਠੇ ਆ, ਪਾਤਸ਼ਾਹ ਮੇਰੇ ਘਰ ਜ਼ਰੂਰ ਆਉਣਗੇ। ਇਹ ਮਨ ਦੇ ਵਿੱਚ ਧਿਆ ਕੇ ਅਰਦਾਸ ਬੇਨਤੀ ਕਰਦੇ ਰਹਿੰਦੇ ਆ, ਤੇ ਇਲਾਕੇ ਦੀਆਂ ਸੰਗਤਾਂ ਨੂੰ ਚਾਅ ਹੋਇਆ ਕਿ ਆਪਾਂ ਵੀ ਦਰਸ਼ਨ ਦਿਦਾਰੇ ਕਰੀਏ ਜਾ ਕੇ। ਤਾਂ ਇਸ ਨਗਰ ਦੀ ਸੰਗਤ ਚਾਰੇ ਭਾਈ, ਜਿਨ੍ਹਾਂ ਦਾ ਉਦੋਂ ਇਤਿਹਾਸ 'ਚ ਨਾਂ ਰਾਮਾ, ਫੱਤਾ, ਬਖਤਾ, ਤਖਤਾ ਇਸ ਤਰ੍ਹਾਂ ਦੇ ਨਾਂ ਸੀਗੇ, ਇਹ ਸੰਗਤ ਨੂੰ ਨਾਲ ਲੈ ਕੇ ਦਰਸ਼ਨ ਦਿਦਾਰੇ ਕਰਨ ਜਾਂਦੇ ਆ। ਇਹ ਉਹ ਸਮਾਂ ਬਣਦਾ ਜਦੋਂ ਮਾਤਾ ਸੁੰਦਰ ਕੌਰ, ਸਾਹਿਬ ਕੌਰ ਦਿੱਲੀ ਤੋਂ ਪਾਤਸ਼ਾਹ ਨੂੰ ਮਿਲਣ ਆਉਂਦੇ ਆ। ਉੱਥੇ ਜਦੋਂ ਮਿਲਣ ਆਉਂਦੇ ਆ ਤਾਂ ਉੱਥੇ ਉਹ ਘਟਨਾ ਵਾਪਰਦੀ ਹੈ ਜਿਹੜੀ ਕਿ ਜਦੋਂ ਆ ਕੇ ਪੁੱਛਿਆ ਲੈ ਵੀ ਸਾਡੇ ਲਾਲ ਨਹੀਂ ਦਿੰਦੇ ਹੈ, ਤਾਂ ਪਾਤਸ਼ਾਹ ਨੇ ਉੱਥੇ ਬਚਨ ਕੀਤਾ ਕਿ ਇਨ ਪੁੱਤਨ ਕੇ ਸੀਸ ਪਰਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ। ਇਹ ਘਟਨਾ ਦੇ ਵਿੱਚ ਉਦੋਂ ਫਤਿਹ ਸਿੰਘ, ਰਾਮ ਸਿੰਘ ਹੋਰੀ ਵੀ ਹਾਜ਼ਰ ਹੈ। ਉੱਥੇ ਬੈਠੇ ਮਾਤਾ ਹੋਰਾਂ ਨਾਲ ਪ੍ਰੇਮ ਸੀ ਨਗਰ ਦੀਆਂ ਹੋਰ ਮਾਈਆਂ ਜਿਹੜੀਆਂ ਗਈਆਂ, ਤਾਂ ਉਹ ਜਦੋਂ ਬੀਬੀ ਦੇਸਾਂ ਦਾ ਜ਼ਿਕਰ ਛਿੜਿਆ ਲਈ ਵੀ ਉਹਦਾ ਕੀ ਹਾਲ ਆ, ਵੀ ਠੀਕ ਹੈ। ਇੱਥੋਂ ਗੱਲ ਚੱਲਦੀ ਪਾਤਸ਼ਾਹ ਕੋਲ ਪਹੁੰਚੀ ਕਿ ਭਾਈ ਭਗਤੂ ਦੀ ਅੰਸ ਬੰਸ 'ਚੋਂ ਕਾਫੀ ਸੰਗਤ ਦਰਸ਼ਨ ਦਿਦਾਰੇ ਕਰਨ ਆਈ ਆ। ਤਾਂ ਪਾਤਸ਼ਾਹ ਨੇ ਕਿਹਾ ਵੀ ਮੁਖੀ ਸਿੰਘ ਖੜਾ ਹੋ ਜੇ, ਜਿਹੜਾ ਮੁਖੀ ਸਿੰਘ ਆਇਆ ਨਾਲ। ਤਾਂ ਰਾਮ ਸਿੰਘ ਵੱਡਾ ਸੀ ਖੜਾ ਹੋ ਗਿਆ, ਪਾਤਸ਼ਾਹ ਲਈ ਵੀ ਅਸੀਂ ਆਏ ਹਾਂ ਚੱਲ ਕੇ। ਤਾਂ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ, ਰਾਮ ਸਿਆਂ ਸਾਡਾ ਦਿਲ ਕਰਦਾ ਅਸੀਂ ਵੀ ਤੇਰੇ ਨਗਰ ਆਈਏ, ਸਾਨੂੰ ਬੜੀ ਖਿੱਚ ਪੈਂਦੀ ਹੈ, ਅਸੀਂ ਆਉਣਾ ਚਾਹੁੰਦੇ ਹਾਂ। ਤਾਂ ਰਾਮ ਸਿੰਘ ਨੂੰ ਯੱਕ ਲੱਗ ਤਿੱਕੇ ਦਮ, ਜਾਣੀ ਓਡਾ ਵੱਡਾ ਸੋਚਿਆ ਨਹੀਂ ਹੁੰਦਾ ਕਦੇ ਬੰਦੇ ਨੇ ਕਈ ਵਾਰੀ ਕਿ ਆਹ ਗੱਲ ਵੀ ਵਾਪਰ ਸਕਦੀ ਹੈ ਜਾਂ ਸਾਡੇ ਘਰ ਵੀ ਐਂ ਹੋ ਸਕਦਾ। ਤੇ ਰਾਮ ਸਿੰਘ ਦੇ ਮੂੰਹ ਇੱਕੋ ਹੀ ਬਚਨ ਕਰਦੇ ਨਿਕਲਿਆ, ਮਹਾਰਾਜ ਧੰਨ ਭਾਗ ਸਾਡੇ, ਪਰ ਗਰਮੀ ਬਹੁਤ ਜ਼ਿਆਦਾ, ਜੇਠ ਦਾ ਮਹੀਨਾ, ਕੋਈ ਇੰਤਜ਼ਾਮ ਵੀ ਚੇਤੇ ਆ ਗਏ ਵੀ ਕਿਵੇਂ ਕਰਨੇ ਪੈਣਗੇ। ਉਹ ਇੱਕ ਆਪਦੀਆਂ ਮਜਬੂਰੀਆਂ ਹੁੰਦੀਆਂ ਚਿੱਤ ਦੀਆਂ। ਤਾਂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਕਿਹੜਾ ਬਗਾਨੇ ਘਰ ਜਾਣਾ, ਸਾਡਾ ਆਪਣਾ ਘਰ ਹੈ, ਤੁਸੀਂ ਚੱਲ ਕੇ ਤਿਆਰੀਆਂ ਕਰੋ, ਘਬਰਾਹਟ ਨਾ ਮੰਨੋ। ਤਾਂ ਫਿਰ ਰਾਮ ਸਿੰਘ ਹੋਰਾਂ ਨੇ ਉੱਥੋਂ ਆ ਕੇ ਨਗਰ 'ਚ ਹੋਰਾਂ ਨੂੰ ਵੀ ਦੱਸਿਆ ਕਿ ਪਾਤਸ਼ਾਹ ਨੇ ਆਉਣ ਨੂੰ ਕਿਹਾ ਕਿ ਅਸੀਂ ਉੱਥੇ ਆਉਣਾ, ਸਾਨੂੰ ਕੋਈ ਰੂਹ ਯਾਦ ਕਰਦੀ ਆ। ਤੇ ਨਾਲੇ ਸੋਚਦੇ ਆ ਵੀ ਆਪਾਂ ਤਾਂ ਸਾਰਾ ਨਗਰ ਚਲੇ ਗਏ ਸੀ, ਵੀ ਇਹੋ ਜਿਹਾ ਕੌਣ ਹੋਇਆ ਜਿਹਦਾ ਕਰਕੇ ਆ ਰਹੇ ਆ, ਪਰ ਉਹ ਚੇਤਾ ਆਉਂਦਾ ਹੀ ਨਹੀਂ ਹੁੰਦਾ, ਕਿਉਂਕਿ ਆਪਾਂ ਜਿਹਨੂੰ ਮਾੜਾ ਮੰਨੀ ਬੈਠੇ ਉਹਨੂੰ ਤਾਂ ਮਾੜਾ ਮੰਨੀ ਬੈਠੇ ਆ, ਉਹਦੇ ਬਾਰੇ ਤਾਂ ਧਿਆਨ ਹੀ ਨਹੀਂ ਆਉਂਦਾ ਹੈ। ਤਾਂ ਫਿਰ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਇੱਥੇ ਵੱਡਾ ਗੁਰਦੁਆਰਾ ਅਸੀਂ ਕਹਿ ਦਿੰਦੇ ਹਾਂ, ਵੱਡਾ ਗੁਰੂ ਘਰ ਬਣਿਆ ਹੋਇਆ ਪਾਤਸ਼ਾਹੀ ਦਸਵੀਂ, ਉੱਥੇ ਹੁਣ ਤੱਕ ਜਾਣੀ ਜਦੋਂ ਕਾਰ ਸੇਵਾ ਵਾਲਿਆਂ ਨੇ ਨਹੀਂ ਵੱਢੇ ਸੀ ਉਦੋਂ ਤੱਕ ਇੱਕ ਪਿੱਪਲਾਂ ਦੀ ਬਹੁਤ ਵੱਡੀ ਝੰਗੀ ਹੁੰਦੀ ਸੀ, ਬੋਹੜ ਸੀ ਬਹੁਤ ਵੱਡਾ, ਛਪੜੀ ਹੁੰਦੀ ਉਸ ਟਾਈਮ 'ਤੇ ਇੱਥੇ ਜਾਣੀ ਆਮ ਹੀ ਨਗਰ ਵਾਲੇ ਜਾ ਕੇ ਬਹਿੰਦੇ ਤੇ ਠੰਡਾ ਜਾਣੀ ਮਾਹੌਲ ਸੀਗਾ। ਫਿਰ ਰਾਮ ਸਿੰਘ ਹੋਰਾਂ ਨੇ ਉਹ ਜਗ੍ਹਾ ਨੂੰ ਸਿਲੈਕਟ ਕੀਤਾ ਕਿ ਇੱਥੇ ਆਪਾਂ ਪਾਤਸ਼ਾਹ ਵਾਸਤੇ ਜਗ੍ਹਾ ਬਣਾਈਏ। ਬਹੁਤ ਸੋਹਣਾ ਜਾਣੀ ਝੁੰਬਾ, ਜਿਹਨੂੰ ਕਾਠ ਦਾ ਬੰਗਲਾ ਵੀ ਨਰਿੰਦਰ ਸਿੰਘ ਸਾਥੀ ਨੇ ਲਿਖਿਆ, ਤਾਂ ਉਹ ਬਣਾਇਆ, ਬਣਾ ਕੇ ਬਹੁਤ ਸੋਹਣਾ ਜਾਣੀ ਪਾਣੀ ਛਿੜਕ ਕੇ ਕੱਕਾਰੇ ਤੇ ਵਧੀਆ ਬਣਾ ਕੇ ਆਪਦੇ ਬੰਨਿਓ ਜਾਣੀ ਜਿੰਨਾ ਜ਼ੋਰ ਲਾ ਸਕਦਾ ਗੁਰਸਿੱਖ ਉਹਨਾਂ ਲਾਇਆ, ਤੇ ਵਧੀਆ ਤਿਆਰੀ ਕਰਕੇ ਜਾਂ ਸੁਨੇਹਾ ਭੇਜਿਆ, ਪਾਤਸ਼ਾਹ ਸਾਡੀ ਪੂਰੀ ਤਿਆਰੀ ਹੈ, ਤੁਸੀਂ ਆਓ। ਤਾਂ ਫਿਰ ਉੱਥੋਂ ਪਾਤਸ਼ਾਹ ਮੁਖੀ ਸਿੰਘਾਂ ਨੂੰ ਨਾਲ ਲੈ ਕੇ ਜੋ ਤਿਆਰਾ ਕਰਦੇ ਆ,
ਤਾਂ ਭਾਈ ਡੱਲੇ ਨੇ ਬਚਨ ਕੀਤਾ, ਪਾਤਸ਼ਾਹ ਤੁਸੀਂ ਕਈ ਵਾਰ ਜ਼ਿਕਰ ਕਰ ਚੁੱਕੇ ਹੋ ਕਿ ਬਠਿੰਡੇ ਵਾਲਾ ਕਿਲ੍ਹਾ ਵੀ ਜ਼ਰੂਰ ਦੇਖਣਾ ਜਾਣਾ, ਤੇ ਜੇ ਤੁਸੀਂ ਚੱਕ ਫਤਿਹ ਸਿੰਘ ਵਾਲੀ ਚੱਲੇ ਹੋ ਨਾ, ਭਾਈ ਕੇ ਚੱਕ ਹੀ ਚੱਲੇ ਹੋ, ਉਦੋਂ ਭਾਈ ਕਾ ਚੱਕ ਸੀਗਾ, ਤਾਂ ਭਾਈ ਕੇ ਚੱਕ ਤੋਂ ਥੋੜ੍ਹੀ ਦੂਰੀ 'ਤੇ ਹੀ ਮਤਲਬ ਉਹ ਜਗ੍ਹਾ ਹੈ ਕਿਲ੍ਹਾ ਜਿਹੜਾ, ਤੇ ਅਸੀਂ ਵੀ ਨਾਲ ਚੱਲਦੇ ਹਾਂ, ਚਲੋ ਆਪਾਂ ਉਹ ਕਿਲ੍ਹੇ ਵੀ ਚੱਲ ਕੇ ਆਵਾਂਗੇ। ਉਹ ਸਾਰੇ ਮੁਖੀ ਸਿੰਘਾਂ ਦੇ ਨਾਲ ਪਾਤਸ਼ਾਹ ਫਿਰ ਉੱਥੋਂ ਚੱਲ ਕੇ ਇਸ ਨਗਰ ਦੇ ਵਿੱਚ ਆ ਜਾਂਦੇ ਆ, ਮੂਹਰੇ ਜਾਂਦੇ ਆ ਰਾਮ ਸਿੰਘ ਹੋਰੀ ਰਹਿਣ, ਆ ਕੇ ਫਿਰ ਉੱਥੇ ਜਗ੍ਹਾ ਦੇ ਵਿੱਚ ਜਿੱਥੇ ਤਿਆਰਾ ਕੀਤਾ ਹੋਇਆ ਸਾਰਾ ਬਹਿੰਦੇ ਆ, ਬਹਿ ਕੇ ਮਹਾਰਾਜਾ ਇੰਨੇ ਪ੍ਰਸੰਨ ਹੁੰਦੇ ਆ। ਉਹ ਗਰਮੀ ਵਾਲਾ ਬਚਨ ਸੀ ਜਿਹੜਾ ਰਾਮ ਸਿੰਘ ਦਾ, ਉਹਨੂੰ ਸੱਦ ਕੇ ਕਹਿੰਦੇ ਆ, ਰਾਮ ਸਿਆਂ ਤੂੰ ਤਾਂ ਕਹਿੰਦਾ ਸੀ ਮੇਰੇ ਨਗਰ 'ਚ ਗਰਮੀ ਬੜੀ ਹੈ, ਸਾਨੂੰ ਤਾਂ ਇੱਥੇ ਪੌਂਟੇ ਵਰਗਾ ਆਨੰਦ ਆ ਰਿਹਾ, ਸਾਨੂੰ ਤਾਂ ਜਮਨਾ ਦੇ ਕਿਨਾਰੇ ਜੈਸੀ ਇੱਥੇ ਠੰਡੀ ਸੀਤ ਵਗ ਰਹੀ ਹੈ। ਜਾਣੀ ਇੰਨੀ ਖੁਸ਼ੀ ਦੇ ਵਿੱਚ ਪੌਂਟਾ ਸਾਹਿਬ ਦਾ ਵਰ ਦਿੱਤਾ ਉਸ ਸਥਾਨ ਨੂੰ ਜਿੱਥੇ ਬੈਠੇ ਸੀ। ਫਿਰ ਉਹ ਮਾਘੀ ਸਿੰਘ ਗਿੱਲ ਨੇ ਲਿਖਿਆ, ਛੱਪੜ ਸਮਝੀ ਨਾ ਇਸ ਨੂੰ ਫਤਿਹ ਸਿੰਘ, ਇਹ ਤਾਂ ਪੌਂਟਾ ਸਾਹਿਬ ਦਾ ਤਾਲ ਭਾਈ। ਉਹ ਕਾਫੀ ਵੱਡੀ ਕਵਿਤਾ। ਜਾਣੀ ਇਸ ਤਰ੍ਹਾਂ ਮਹਾਰਾਜ ਨੇ ਬੜੀ ਖੁਸ਼ੀ ਦੇ ਨਾਲ ਕਹਿੰਦੇ ਵੀ ਅੱਜ ਇੱਥੇ ਹੀ ਵਿਰਾਜਾਂਗੇ, ਰਾਤ ਨੂੰ ਵੀ ਉੱਥੇ ਹੀ ਵਿਰਾਜੇ। ਮਾਤਾ ਸਾਹਿਬ ਕੌਰ ਸੁੰਦਰ ਕੌਰ ਨਾਲ ਆ, ਹੋਰ ਸਿੰਘ ਨਾਲ ਹੈ। ਮਾਤਾ ਨੂੰ ਬੜੀ ਇੱਧਰ ਖਿੱਚ ਪੈ ਰਹੀ ਹੈ ਉਧਰੋਂ ਮਾਈ ਦੇਸਾਂ ਨੂੰ ਕਿ ਪਾਤਸ਼ਾਹ ਨਗਰ 'ਚ ਵੀ ਆ ਗਏ, ਮੇਰਾ ਘਰੇ ਹਲੇ ਵੀ ਨਹੀਂ ਆਏ। ਉਹ ਇੱਕ ਹੋਰ ਤਰ੍ਹਾਂ ਮਾਹੌਲ ਚਿੱਤ 'ਚ ਬਣਦਾ, ਸ਼ਾਇਦ ਵੀ ਮੂਹਰੇ ਜਿਹੜੇ ਲੱਗੇ ਹੋਏ ਆ ਉਹ ਨਾ ਰੋਕ ਦੇਣ। ਬੜੀਆਂ ਜਾਣੀ ਉਤਰਦੀਆਂ ਚੜ੍ਹਦੀਆਂ ਜਦੋਂ ਇੱਕ ਇਹ ਸਿਚੁਏਸ਼ਨ ਹੁੰਦੀ ਹੈ, ਬੰਦੇ ਦੇ ਹਾਲਾਤ ਹੁੰਦੇ ਆ। ਤਾਂ ਉੱਥੋਂ ਜਦੋਂ ਜਕਾਰਿਆਂ ਦੀ ਗੂੰਜ ਸ਼ੁਰੂ ਹੋਈ ਤਾਂ ਅਤੀਸੋ ਨੇ ਆ ਕੇ ਕਿਹਾ ਕਿ ਦੇਸਾਂ ਮੈਨੂੰ ਲੱਗਦਾ ਪਾਤਸ਼ਾਹ ਆਪਾਂ ਨੂੰ ਮਿਲਣ ਆ ਰਹੇ ਆ, ਚਲੋ ਤਿਆਰੀ ਕਰੋ ਸਾਰੀ। ਮਾਈ ਦੇਸਾਂ ਤਿਆਰੀ ਕਰੀ ਬੈਠੀ ਆ ਭੋਜਨ ਪ੍ਰਸਾਦੇ ਦੀ, ਅਤੇ ਆਪਦੇ ਕੋਲੇ ਉਹ ਖੇਸ ਕੱਢੀ ਬੈਠੀ ਆ ਕਿ ਮੈਂ ਖੇਸ ਵੀ ਮੱਥਾ ਟੇਕੂੰਗੀ। ਤਾਂ ਮਨ ਦੇ ਵਿੱਚ ਆਉਂਦਾ ਕਿ ਰਾਮ ਸਿੰਘ ਹੋਰਾਂ ਕੋਲੇ ਤਾਂ ਬੜੀਆਂ ਵੱਡੀਆਂ ਜਾਇਦਾਦਾਂ, ਫਤਿਹ ਸਿੰਘ ਹੋਰਾਂ ਕੋਲੇ ਇਹ ਤਾਂ ਪਤਾ ਨਹੀਂ ਕੀ ਕੀ ਟੇਕਣਗੇ, ਜਾਂ ਇਹਨਾਂ ਦੀਆਂ ਘਰਾਂ ਵਾਲੀਆਂ ਕੀ ਕੀ ਟੇਕਣਗੀਆਂ, ਅਤੇ ਮੇਰੇ ਕੋਲੇ ਤਾਂ ਨਮਾਨੀ ਕੋਲੇ ਆਪਾਂ ਉਹੀ ਦੇਖੋ ਇੱਕ ਖੇਸ ਮਸਾਂ ਬੁਣਿਆ। ਇਹ ਵੀ ਕੋਈ ਮਾਹੌਲ ਇਹੋ ਜਿਹਾ ਬਣੇ ਕਿ ਪਾਤਸ਼ਾਹ ਇਕੱਲੇ ਹੀ ਹੁਣ ਮੈਂ ਦਵਾ ਦਵ ਫੜਾ ਦਿਆਂ, ਮੈਨੂੰ ਕਿਸੇ ਦੇ ਸਾਹਮਣੇ ਨਿੰਮੋ ਝਾੜਤਾ ਨਾ ਆਵੇ। ਕਦੇ ਕੁਛ ਸੋਚਦੀ ਆ, ਉਹ ਸਾਰਾ ਭਾਈ ਵੀਰ ਸਿੰਘ ਨੇ ਦਰਜ ਕੀਤਾ ਕਿ ਕਿਵੇਂ ਕਿਵੇਂ ਹਾਲਾਤ ਸੀ ਉਸ ਤਰ੍ਹਾਂ ਦੇ ਉਦੋਂ, ਕਿਉਂਕਿ ਸੂਰਜ ਪ੍ਰਕਾਸ਼ ਦੇ ਵਿੱਚ ਸਾਖੀ ਪੋਥੀ ਵਿੱਚ ਇਹ ਸਾਰਾ ਲੜੀਵਾਰ ਆਉਂਦਾ। ਫਿਰ ਪਾਤਸ਼ਾਹ ਜਦੋਂ ਇੱਧਰ ਨੂੰ ਆ ਜਾਂਦੇ ਆ ਬਿਲਕੁਲ ਨੇੜੇ ਮੂਹਰੇ ਫਤਿਹ ਸਿੰਘ, ਰਾਮ ਸਿੰਘ ਹੋਰੀ, ਕਿਉਂਕਿ ਉੱਥੇ ਜਾ ਕੇ ਅੰਮ੍ਰਿਤ ਛਕ ਆਏ ਸੀ ਚਾਰੇ ਭਰਾ। ਫਿਰ ਉੱਥੇ ਸਿੰਘ ਨਾਲ ਲੱਗ ਗਿਆ, ਭਾਈ ਰਾਮ ਸਿੰਘ, ਭਾਈ ਫਤਿਹ ਸਿੰਘ, ਭਾਈ ਭਗਤ ਸਿੰਘ, ਭਾਈ ਤਖਤ ਸਿੰਘ, ਇਹ ਨਾਂ ਰੱਖੇ ਪਾਤਸ਼ਾਹ ਨੇ ਇਹਨਾਂ ਦੇ। ਫਿਰ ਆ ਰਹੇ ਆ ਮੂਹਰੇ ਅਤੇ ਬਿਲਕੁਲ ਮਾਤਾ ਦੇ ਦਰਵਾਜ਼ੇ ਕੋਲ ਆ ਕੇ ਸਤਿਗੁਰਾਂ ਨੇ ਘੋੜਾਂ ਦੀਆਂ ਬਾਂਗਾਂ ਖਿੱਚ ਲਈਆਂ। ਜਦੋਂ ਬਾਂਗਾਂ ਖਿੱਚੀਆਂ ਤਾਂ ਫਿਰ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਫਤਿਹ ਸਿੰਘ ਨੇ ਕਿਹਾ, ਰਾਮ ਸਿੰਘ ਉਹੀ ਗੱਲ ਹੋ ਗਈ ਜਿਹੜੀ ਤੋਂ ਡਰਦੇ ਸੀ। ਤਾਂ ਰਾਮ ਸਿੰਘ ਨੇ ਕਿਹਾ, ਪਾਤਸ਼ਾਹ ਇੱਥੇ ਨਾ ਰੁਕੋ, ਸਾਡਾ ਘਰ ਅੱਗੇ ਅੱਗੇ ਆ ਜਾਓ। ਤਾਂ ਪਾਤਸ਼ਾਹ ਕਹਿੰਦੇ, ਰਾਮ ਸਿੰਘ ਤੇਰਾ ਘਰ ਅੱਗੇ ਹੋਣਾ ਭਾਈ, ਸਾਡਾ ਤਾਂ ਆ ਗਿਆ। ਇਹ ਕਹਿ ਕੇ ਘੋੜੇ ਤੋਂ ਉਤਰੇ ਅਤੇ ਵਾਰ ਨੂੰ ਖੋਲ੍ਹਿਆ, ਅਤੇ ਵਾਰ ਦੇ ਅੰਦਰਲੇ ਪਾਸੇ ਜਾਣੀ ਬਿਰਲਾਂ 'ਚ ਦੋਨੇ ਮਾਈਆਂ ਖੜੀਆਂ ਸੀ। ਅਤੇ ਮਹਾਰਾਜ ਨੇ ਹੱਸ ਕੇ ਜਾਣੀ ਕਿਹਾ ਕਿ ਮਾਤਾ ਵੀ ਬਾਹਰ ਖੋਲ੍ਹੋ। ਜੋ ਬੂਹਾ ਖੋਲ੍ਹਿਆ ਉਹ ਇੰਨੀ ਮਾਤਾ ਜਾਣੀ ਹੋ ਗਿਆ ਵੀ ਮੱਥਾ ਤਾਂ ਟੇਕ ਲਿਆ, ਅਤੇ ਉਹ ਬਾਂਹ 'ਤੇ ਖੇਸ ਉਵੇਂ ਹੀ ਧਰਿਆ ਬਾਂਹ ਹੀ ਖੜੀ ਆ, ਅਤੇ ਸਿਰ 'ਤੇ ਪਾਤਸ਼ਾਹ ਨੇ ਹੱਥ ਰੱਖਿਆ ਕਿ ਜੇ ਅੱਜ ਅਸੀਂ ਇੱਥੇ ਆਏ ਹਾਂ ਤੁਹਾਡੀ ਪ੍ਰੇਮਾ ਭਗਤੀ ਸਦਕਾ, ਤੁਹਾਡੇ ਪ੍ਰੇਮ ਸਦਕਾ ਆਏ ਹਾਂ। ਅਤੇ ਮਾਤਾ ਦੇ ਜਾਣੀ ਹੰਝੂ ਬਹਿਣ ਲੱਗ ਜਾਂਦੇ ਆ ਜਦੋਂ ਪਾਤਸ਼ਾਹ ਇੰਨਾ ਬਚਨ ਕਰਦੇ ਆ ਸਿਰ 'ਤੇ ਹੱਥ ਰੱਖ ਕੇ। ਤਾਂ ਮਹਾਰਾਜ ਫਿਰ ਖੁਸ਼ੀ ਕਹਿੰਦੇ ਦੇਸਾਂ ਜਿਹੜਾ ਤੂੰ ਹੀ ਕਹਿੰਦੇ ਆ, ਤੂੰ ਹੀ ਕਹਿੰਦੇ ਆ, ਤੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਖੇਸ ਬੁਣਿਆ, ਲਿਆ ਸਾਡੀ ਨਿਸ਼ਾਨੀ। ਫਿਰ ਚੇਤੇ ਆਉਂਦਾ ਕਿ ਮੈਂ ਤਾਂ ਹਾਲੇ ਖੇਸ ਮੱਥਾ ਵੀ ਨਹੀਂ ਟੇਕਿਆ। ਅਤੇ ਪਾਤਸ਼ਾਹ ਨੇ ਉਹ ਖੇਸ ਫੜਿਆ, ਜੇਠ ਦਾ ਮਹੀਨਾ ਜਾਣੀ ਜੂਨ ਦਾ ਉਸ ਟਾਈਮ, ਤਾਂ ਉਹ ਖੋਲ੍ਹਿਆ ਖੇਸ ਕੇ ਆਪਦੇ ਮੋਢਿਆਂ 'ਤੇ ਲੈ ਲਿਆ, ਆਪਦੇ ਲੈ ਕੇ ਕਹਿੰਦੇ ਜੇ ਅਸੀਂ ਪ੍ਰਸ਼ਾਦਾ ਤੁਹਾਡੇ ਕੋਲ ਛਕਾਂਗੇ, ਪ੍ਰਸ਼ਾਦੇ ਦੀਆਂ ਤਿਆਰੀਆਂ ਕਰੋ। ਇਹ ਕਹਿ ਕੇ ਵਾਪਸ ਉਹਦੀ ਰਾਮ ਸਿੰਘ ਦੇ ਘਰ ਚਲੇ ਜਾਂਦੇ ਆ। ਜਦੋਂ ਰਾਮ ਸਿੰਘ ਦੇ ਘਰ ਜਾਂਦੇ ਆ ਅਤੇ ਰਾਮ ਸਿੰਘ ਨੇ ਜਿਹੜਾ ਪਾਤਸ਼ਾਹ ਦਾ ਉਤਾਰਾ ਬੈਠਣ ਦਾ, ਉਹ ਜਿਹੜੀ ਇਹ ਕੋਠੜੀ ਇਹਦੇ ਉੱਪਰ ਹੀ ਚੁਬਾਰਾ ਹੁੰਦਾ ਸੀ ਜਿਹੜਾ ਹੁਣ ਤੱਕ ਰਿਹਾ। ਅਸੀਂ ਬਚਪਨ 'ਚ ਉਹਦੀਆਂ ਕੰਧਾਂ ਦੇਖੀਆਂ। ਬਜ਼ੁਰਗ ਦੱਸਦੇ ਸੀ ਕਿ ਉਦੋਂ 20 ਸਾਲ ਪਹਿਲਾਂ ਬਹੁਤ ਜ਼ਿਆਦਾ ਗੜੇ ਆਏ ਸੀ, ਅਤੇ ਜਾਣੀ ਸਾਰੇ ਪੰਜਾਬ 'ਚ ਉਦੋਂ ਸਾਰੀਆਂ ਫਸਲਾਂ ਮਰ ਗਈਆਂ ਸੀ, ਅਤੇ ਉਹਦੇ 'ਤੇ ਗੜਿਆਂ ਦਾ ਇੰਨਾ ਭਾਰ ਪੈ ਗਿਆ ਚੁਬਾਰੇ ਦੇ ਉੱਤੇ ਕਿ ਉਹ ਚੁਬਾਰੇ ਦੀ ਸੱਤ ਵਿੱਚ ਡਿੱਗ ਪਈ। ਤਾਂ ਉਦੋਂ ਫਿਰ ਇਹੀ ਫੈਸਲਾ ਹੋਇਆ ਵੀ ਇਹ ਹੁਣ ਦੂਜੀ ਸੱਤ ਨੂੰ ਵੀ ਨਾ ਕਿਤੇ ਸਿੱਟ ਲੇ। ਉਹਦਾ ਸਾਰਾ ਮਲਬਾ ਪਾਸੇ ਕਰਤਾ ਅਤੇ ਕੰਧਾਂ ਰੱਖ ਲਈਆਂ ਸੀ। ਉਹ ਕੰਧਾਂ ਇੱਥੇ ਜਦੋਂ ਇਹ ਸੇਵਾ ਹੋਈ ਆ ਗੁਰੂ ਘਰ ਦੀ, ਉਦੋਂ ਕੁਛ ਥੋੜ੍ਹੀਆਂ ਲਾਹਤੀਆਂ, ਕੁਛ ਸਾਂਭੀਆਂ ਹੋਈਆਂ ਵਿੱਚ ਹੀ। ਉਹ ਚੁਬਾਰੇ ਦਾ ਮਹਾਂਦਰਾ ਉਵੇਂ ਦੀਂਦਾ ਜਦੋਂ ਆਪਾਂ ਪੌੜੀ ਚੜ੍ਹ ਕੇ ਵੇਖਦੇ ਹਾਂ। ਅਤੇ ਪਾਤਸ਼ਾਹ ਦਾ ਉਤਾਰਾ ਰਾਮ ਸਿੰਘ ਨੇ ਚੁਬਾਰੇ 'ਚ ਕੀਤਾ। ਤਾਂ ਪਾਤਸ਼ਾਹ ਜਦੋਂ ਚੁਬਾਰੇ 'ਚ ਜਾ ਕੇ ਚੜ੍ਹੇ, ਲੱਕੜ ਦੀ ਪੌੜੀ ਲਾਤੀ ਰਾਮ ਸਿੰਘ ਨੇ, ਅਤੇ ਦੂਜੇ ਪਾਸੇ ਦੇਖਿਆ ਭਗਤ ਸਿੰਘ, ਤਖਤ ਸਿੰਘ ਦੇ ਘਰੋਂ ਪੌੜੀਆਂ ਕੱਚੀਆਂ ਤਾਂ ਚੜ੍ਹਦੀਆਂ ਸੀ। ਅਤੇ ਪਾਤਸ਼ਾਹ ਨੇ ਮਤਲਬ ਭਾਂਪਿਆ ਕਿ ਇਹਨਾਂ ਦਾ ਜੋ ਮਾਹੌਲ ਕੁਛ ਥੋੜ੍ਹਾ ਜਿਹਾ ਮੈਨੂੰ ਠੀਕ ਨਹੀਂ ਲੱਗ ਰਿਹਾ। ਤਾਂ ਰਾਮ ਸਿੰਘ ਨੂੰ ਉੱਪਰ ਸੱਦਿਆ, ਰਾਮ ਸਿੰਘ ਨੂੰ ਕਿਹਾ, ਰਾਮ ਸਿਆਂ ਤੇਰੇ ਭਾਈ ਦੇ ਘਰੋਂ ਬਹੁਤ ਸੋਹਣੀਆਂ ਪੌੜੀਆਂ ਚੜ੍ਹਦੀਆਂ, ਤੂੰ ਸਾਨੂੰ ਲੱਕੜ ਦੀ ਪੌੜੀ ਉੱਦੀ ਚੜ੍ਹਾਇਆ, ਟੰਬਾ ਟੁੱਟ ਜੇ, ਪੈਰ ਤਿਲਕ ਜੇ, ਕੁਛ ਵੀ ਹੋ ਜੇ, ਤੂੰ ਇਹ ਕੀ ਕੀਤਾ? ਤਾਂ ਰਾਮ ਸਿੰਘ ਕਹਿੰਦਾ ਜੀ ਮੈਂ ਮਾफ़ੀ ਮੰਗਦਾ, ਮੈਥੋਂ ਗਲਤੀ ਹੋ ਗਈ। ਫਿਰ ਪਾਤਸ਼ਾਹ ਨੇ ਉੱਥੇ ਤਾਂ ਉਹਨੂੰ ਬਖਸ਼ਿਆ। ਫਿਰ ਬਾਅਦ 'ਚ ਸੰਗਤ 'ਚ ਗੱਲ ਕਰਦੇ ਆ, ਅਤੇ ਉੱਥੋਂ ਮਹਾਰਾਜ ਉਹਦੀ ਉਤਰਦੇ ਆ ਭਾਈ ਭਗਤ ਸਿੰਘ ਦੇ ਘਰ ਨੂੰ, ਜਲ ਪਾਣੀ ਛਕਿਆ।
ਭਗਤ ਸਿੰਘ ਦੇ ਘਰ ਉਤਰ ਗਏ। ਉਹਨਾਂ ਨੂੰ ਛੋਟੇ ਸੀਗੇ ਉਮਰ 'ਚ, ਇਹ ਚਿੱਤ ਚੇਤਾ ਵੀ ਨਹੀਂ ਸੀ ਪਾਤਸ਼ਾਹ ਸਾਡੇ ਘਰ ਵੀ ਚਰਨ ਪਾ ਦੇਣਗੇ। ਬੜਾ ਚਾਅ ਚੜਿਆ, ਉਹਨਾਂ ਨੇ ਚਾਦਰਾਂ ਵਸਾਈਆਂ, ਬੈਠੇ ਪਾਤਸ਼ਾਹ, ਉਹਨਾਂ ਨੇ ਵੀ ਜਲ ਪਾਣੀ ਛਕਾਇਆ ਪਾਤਸ਼ਾਹ ਨੂੰ। ਜਦੋਂ ਮਹਾਰਾਜ ਨੇ ਨਿਗਾਹ ਮਾਰੀ ਕਿ ਉਹ ਬਾਰ ਬੰਦ ਕਿਉਂ ਕੀਤਾ, ਕਹਿੰਦੇ ਜੀ ਇੱਧਰ ਦੇਸਾਂ ਦਾ ਘਰ ਆ। ਤੇ ਪਾਤਸ਼ਾਹ ਉੱਠੇ ਤੇ ਉਹ ਜਿਹੜਾ ਬੰਦ ਕਰਿਆ ਹੋਇਆ ਬਾਰ ਸੀ, ਜਾ ਕੇ ਪੈਰ ਦੇ ਜ਼ੋਰ ਨਾਲ ਉਹ ਕੰਧ ਦੇ ਵਿੱਚੋਂ, ਪਹਿਲਾਂ ਬਾਰ ਸੀਗਾ ਜਾਨੀ ਪਿੱਛੋਂ ਆਪਾਂ ਜਿਵੇਂ 5 ਇੰਚੀ ਲਾਈਆਂ ਹੋਈਆਂ ਸੀ, ਉਹ ਜਾਨੀ ਸਿੜਤੀ ਕੰਧ। ਕਿਹਾ ਕਿ ਆਓ ਭਾਈ ਕਿ ਉਹ ਤੁਹਾਡੇ 'ਚੋਂ ਨਫ਼ਰਤ ਦੀ ਦੀਵਾਰ ਦੂਰ ਕਰ ਗਏ। ਇਹ ਕਹਿ ਕੇ ਪਾਤਸ਼ਾਹ ਦੇਸਾਂ ਦੇ ਘਰ ਚਲੇ ਗਏ। ਉੱਥੇ ਜਾ ਕੇ ਫਿਰ ਮਹਾਰਾਜ ਜਾ ਕੇ ਅੰਦਰ ਪਲੰਘ ਤੇ ਸੱਜ ਜਾਂਦੇ ਆ, ਤੇ ਗਾਹਾਂ ਬੀਬੀ ਦੇਸਾਂ ਜਾਨੀ ਪ੍ਰਸ਼ਾਦਾ ਐ ਰੱਖ ਕੇ ਜਾਨੀ ਅੱਖਾਂ ਵਿੱਚ ਗਿਆ ਪੱਖੀ ਚੱਲੀ ਜਾਂਦੀ ਹੁੰਦੀ ਆਪਦੀ ਸੁਰਤੀ ਜੀ। ਪਾਤਸ਼ਾਹ ਬੋਝ ਕਿਤੇ ਨੇ ਬੈਠ ਕੇ ਜਾਨੀ ਪ੍ਰਸ਼ਾਦਾ ਛਕਣ ਲੱਗ ਜਾਂਦੇ ਆ। ਤੇ ਥੋੜ੍ਹੇ ਟਾਈਮ ਬਾਅਦ ਕਹਿੰਦੇ ਬੀਬੀ ਲਿਆ ਪਾਣੀ। ਜਦੋਂ ਇਹ ਕਹਿੰਦੇ ਫਿਰ ਉਹਨੂੰ ਜਾਨੀ ਪਤਾ ਲੱਗਦਾ ਵੀ ਮਹਾਰਾਜ ਤਾਂ ਇਹ ਵੀ ਬੈਠੇ ਆ। ਤੇ ਕਿਉਂਕਿ ਸੰਗਤ ਬੋਝ ਕੇ ਸਾਰੀ ਪਾਸੇ ਸੱਜ ਗਈ, ਪਾਤਸ਼ਾਹ ਬਹਿ ਗਏ। ਫਿਰ ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਪਾਤਸ਼ਾਹ ਨੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਉਹਨਾਂ ਸਾਰਿਆਂ ਨੂੰ ਕਿਹਾ, ਸਾਰਿਆਂ ਨੇ ਰਲ ਮਿਲ ਕੇ ਪ੍ਰਸ਼ਾਦਾ ਛਕਿਆ, ਸੰਗਤਾਂ ਨੂੰ ਵੀ ਛਕਾਇਆ। ਤਾਂ ਉੱਥੇ ਫਿਰ ਬਚਨ ਵਿਲਾਸ ਆ ਜਿਹੜੇ ਪਾਤਸ਼ਾਹ ਸ਼ੁਰੂ ਕਰਦੇ ਆ। ਉੱਥੇ ਫਿਰ ਕਿਹਾ ਰਾਮ ਸਿਆਂ, ਜਿਹੜਾ ਈਰਖਾ ਦਾ ਭੂਤ ਆ ਇਹ ਬੜੇ ਬੜੇ ਰਿਸ਼ੀਆਂ ਮੁਨੀਆਂ ਨੂੰ, ਬੜੇ ਬੜੇ ਭਗਤਾਂ ਨੂੰ ਸਿੱਟ ਲੈਂਦਾ, ਪਰ ਤੁਸੀਂ ਸਾਡੇ ਹੱਥੋਂ ਅੰਮ੍ਰਿਤ ਛਕਿਆ, ਸਾਡੇ ਗੁਰਸਿੱਖੋਂ, ਤੁਹਾਨੂੰ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਜਿਹੜੀਆਂ ਤੁਸੀਂ ਕਰ ਰਹੇ ਹੋ। ਜੋ ਪੌੜੀ ਵਾਲੀ ਗੱਲ ਆ ਉਹ ਤੁਹਾਨੂੰ ਕਹਿ ਚੁੱਕੇ ਆ, ਪਰ ਉਦੋਂ ਬਾਅਦ ਵੀ ਜਿਹੜਾ ਬੀਬੀ ਨਾਲ ਤੁਹਾਡਾ ਵਿਹਾਰ ਆ ਇਹ ਵੀ ਠੀਕ ਨਹੀਂ ਹੈਗਾ। ਤੁਹਾਡੇ ਵਾਲੇ ਪਾਸੇ ਵੀ ਵਾਰ ਬੰਦ ਆ, ਇੱਧਰੋਂ ਵੀ ਵਾਰ ਬੰਦ ਸੀ, ਤੇ ਦੂਜੇ ਹਾਲਾਤ ਦੱਸ ਰਹੇ ਆ ਕਿ ਇਹਦੇ ਘਰ ਦੇ ਵਿੱਚ ਐਡਾ ਕੁਛ ਹੈ ਵੀ ਨਹੀਂ। ਤੁਸੀਂ ਐਡੀਆਂ 500 700 ਕਿੱਲੇ, 1000 ਕਿੱਲੇ ਦੇ ਮਾਲਕ ਹੋ, 5-7000 ਕਿੱਲਾ ਉਸ ਟਾਈਮ ਸੀਗਾ, ਤੇ ਤੁਸੀਂ ਸਾਰਾ ਕੁਝ ਰੱਖੀ ਬੈਠੋ ਤੇ ਇਹਨੂੰ ਦਿੱਤਾ ਕੁਛ ਨਹੀਂ ਹੈ, ਤੇ ਇਹਦਾ ਤੁਸੀਂ ਸੇਵਾ ਵੀ ਨਹੀਂ ਕਰ ਰਹੇ। ਦੂਜਾ ਮਹਾਰਾਜ ਨੇ ਬਚਨ ਕੀਤਾ ਕਿ ਇਹ ਮਾਈ ਦੀ ਸਾਈਂਦਾਰ ਸਮਾਈ ਆ, ਜਿਹਦਾ ਮਤਲਬ ਬਣਦਾ ਕਿ ਹਰ ਵੇਲੇ ਸਿਮਰਨ ਕਰ ਦੇਣਾ। ਇਹਦੀ ਸੁਰਤ ਆ ਜਿਹੜੀ ਕਰਤੇ ਪੁਰਖ ਦੇ ਅਕਾਲ ਪੁਰਖ ਨਾਲ ਜੁੜੀ ਹੋਈ ਆ, ਤੇ ਇੰਨੀਆਂ ਤੰਗੀਆਂ ਕੱਟਣ ਦੇ ਬਾਵਜੂਦ ਵੀ ਕਦੇ ਕੁਝ ਮੰਗਿਆ ਨਹੀਂ, ਕਦੇ ਤੁਹਾਡੇ ਬਰਖਲਾਫ ਕੋਈ ਸੋਚਿਆ ਨਹੀਂ। ਜੇ ਸੋਚੇ ਤਾਂ ਪੂਰਾ ਹੋ ਸਕਦਾ। ਇੰਨੀ ਪਾਵਰ ਮਹਾਰਾਜ ਨੇ ਦੇਤੀ ਹੈ ਇਹਨੂੰ ਕਿ ਅਕਾਲ ਪੁਰਖ ਨੇ, ਕਰਤੇ ਪੁਰਖ ਨੇ ਬਖਸ਼ਿਸ਼ ਕੀਤੀ ਹੋਈ ਹੈ। ਇਹਦੀ ਸਾਈਂਦਾਰ ਸਮਾਈ ਆ। ਚਲੋ ਉੱਠ ਕੇ ਚਰਨੀ ਲੱਗੋ, ਮੱਥਾ ਟੇਕੋ। ਜਿਹੜਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਮਾਂ ਪਿਓ ਦੀ ਕਦਰ ਨਹੀਂ ਕਰਦਾ, ਉਹ ਸਾਡਾ ਵੀ ਸਿੱਖ ਨਹੀਂ ਹੈ, ਸਾਡਾ ਵੀ ਕੁਝ ਨਹੀਂ ਲੱਗਦਾ। ਇੱਥੇ ਫਿਰ ਪਾਤਸ਼ਾਹ ਨੇ ਇਹ ਬਚਨ ਕੀਤੇ। ਉਦੋਂ ਫਿਰ ਸਾਰੀ ਸੰਗਤ ਦੇ ਵਿੱਚ ਮਾਈਆਂ ਨੇ ਵੀ, ਦੂਜੀਆਂ ਨੇ, ਤੇ ਰਾਮ ਸਿੰਘ ਹੋਰਾਂ ਨੇ ਵੀ ਮਾफ़ੀ ਮੰਗੀ ਕਿ ਪਾਤਸ਼ਾਹ ਪਿਛਲੀਆਂ ਗਲਤੀਆਂ ਬਖਸ਼ੋ, ਅੱਗੇ ਤੋਂ ਅਸੀਂ ਪੂਰੀ ਸੇਵਾ ਕਰਾਂਗੇ, ਧਿਆਨ ਰੱਖਾਂਗੇ। ਬਸ ਇਹ ਗੱਲ ਕਰਕੇ ਹੀ ਹਟੇ ਸੀ। ਸੰਗਤ ਦੇ ਵਿੱਚੋਂ ਇੱਕ ਬੱਚਾ ਬਾਹਰੋਂ ਖੇਡਦਾ ਆਇਆ, ਭੱਜ ਕੇ ਜਾ ਕੇ ਮਹਾਰਾਜ ਦੀ ਬੁੱਕਲ 'ਚ ਹੀ ਵੜ ਗਿਆ ਸਿੱਧਾ। ਜਦੋਂ ਇਹ ਦੇਖਿਆ ਰਾਮ ਸਿੰਘ ਨੇ, ਉਹ ਆਦਤ ਤੋਂ ਮਜਬੂਰ ਹੁੰਦਾ ਬੰਦਾ, ਜਿਹੋ ਜਿਹੇ ਬਣੇ ਵਿਆ ਸੁਭਾਅ, ਉਹ ਭੱਜ ਕੇ ਜਾ ਕੇ ਉੱਠਿਆ, ਕਹਿੰਦਾ ਮੂਰਖਾ ਕੱਪੜੇ ਖਰਾਬ ਕਰਦਾ, ਉੱਠ ਇੱਥੋਂ। ਤੇ ਮਹਾਰਾਜ ਨੇ ਫੇਰ ਰੁਕਿਆ, ਰਾਮ ਸਿੰਘ ਰੁੱਖਾ ਨਾ ਬੋਲ, ਇਹ ਮੂਰਖ ਕਿੱਥੇ, ਤਾਂ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਆ, ਇਹ ਤਾਂ ਬਹੁਤ ਉੱਚੀ ਰੂਹ ਨੇ ਤੁਹਾਡੇ ਘਰ 'ਚ ਜਨਮ ਲਿਆ। ਉਹ ਬੱਚਾ ਘੂਰਿਆ ਕਰਕੇ ਕੁਛ ਇਸ ਤਰ੍ਹਾਂ ਦੇ ਹਾਲਾਤ ਬਣੇ, ਨੀਵੀਂ ਪਾ ਕੇ ਸੰਗ ਗਿਆ। ਮਹਾਰਾਜ ਸਿਰ ਤੇ ਹੱਥ ਫੇਰੀ ਗਏ, ਬੀਬੀ ਦੇਸਾਂ ਕਣੀ ਝਾਕੇ, ਫੁਰਨਾ ਫੜਿਆ ਮਾਤਾ ਦਾ, ਕਿਉਂਕਿ ਮਾਤਾ ਦੇ ਚਿੱਤ 'ਚ ਵੀ ਇਹ ਚੱਲਦਾ ਸੀ ਕਿ ਜੇ ਕਿਤੇ ਮੇਰੇ ਇੱਕ ਬੱਚਾ ਹੁੰਦਾ, ਪਤਾ ਨਹੀਂ ਮੈਂ ਕਿੰਨੇ ਵਾਰੀ ਅਨੰਦਪੁਰ ਸਾਹਿਬ ਜਾਇਆ ਆਉਂਦੀ, ਕਿੰਨੇ ਵਾਰੀ ਦਮਦਮਾ ਸਾਹਿਬ ਜਾਂਦੀ, ਨਾਲ ਇਹਨਾਂ ਦੇ ਦਰਸ਼ਨ ਕਰਨ ਜਿੱਦੇ ਦੇ ਪਾਤਸ਼ਾਹ ਆਏ ਸੀ। ਉਹ ਮਹਾਰਾਜ ਨੇ ਦੇਖਿਆ, ਤੇ ਮਹਾਰਾਜ ਕਹਿੰਦੇ ਵੀ ਮਾਤਾ ਦੇਖੋ ਇਹ ਸੰਗੂ ਸੰਗਦਾ ਬਹੁਤ ਆ, ਸੰਗਦਾ ਕਰਕੇ ਸੰਗੂ ਕਹਤਾ। ਉਹੀ ਨਾ ਟਿਕ ਗਿਆ। ਮਾਤਾ ਨੂੰ ਕਹਿੰਦੇ ਨੇੜੇ ਹੋ, ਝੋਲੀ ਕਰ। 5 ਸਾਲ ਦਾ ਸੀ ਬੱਚਾ, ਚੱਕ ਕੇ ਝੋਲੀ ਪਾਤਾ, ਕਹਿੰਦੇ ਵੀ ਇਹ ਤੇਰਾ ਬੱਚਾ, ਇਹਨੂੰ ਆਪਣਾ ਬੱਚਾ ਜਾਣ, ਤੇਰੀ ਸੇਵਾ ਇਹ ਕਰੂਗਾ। ਇਹ ਪਾਤਸ਼ਾਹ ਨੇ ਮਾਤਾ ਦੇਸਾਂ ਨੂੰ ਬਖਸ਼ਿਸ਼ ਕੀਤੀ ਬੱਚੇ ਦੀ। ਫਿਰ ਬਾਬਾ ਸੰਗੂ ਸਿੰਘ ਨੇ ਵੱਡਾ ਹੋ ਕੇ ਜਾਣੀ ਮਾਤਾ ਦੇਸਾਂ ਦੀ ਸੇਵਾ ਸੰਭਾਲ, ਮਾਤਾ ਦੇਸਾਂ ਦਾ ਮਤਲਬ ਜੋ ਵੀ ਇੱਥੋਂ ਦੀ ਕਿਰਤ ਬਿਰਤ ਸੀ ਉਹ ਸਾਂਭੀ। ਤਾਂ ਉਦੋਂ ਵੀ ਹਾਲਾਤ ਫਿਰ ਇਹ ਰਹੇ ਬਾਅਦ ਦੇ ਵਿੱਚ ਕਿ ਬਾਬਾ ਸੰਗੂ ਸਿੰਘ ਨੂੰ ਵੀ ਮਾਤਾ ਦੇਸਾਂ ਦਾ ਬਹੁਤਾ ਸੇਵਾ ਕਰਦੇ ਕਰਕੇ ਜੋ ਉਹਦਾ ਭਰਾਵੀਂ ਹੱਕ ਇੱਕ ਬਣਦਾ ਹੁੰਦਾ ਆਪਣੇ ਘਰੇ ਜਾਇਦਾਦ ਦੇ ਵਿੱਚ, ਉਹ ਦੂਜਿਆਂ ਨੇ ਉਹ ਵੀ ਨਹੀਂ ਦਿੱਤਾ ਹੈ। ਤੇ ਉਹ ਵੀ ਬਾਬਾ ਜੀ ਨੇ ਮੰਗ ਕੇ ਇੰਨਾ ਕਿ ਮੇਰੇ ਕੋਲੇ ਘੋੜੇ ਆ ਰੱਖੇ ਹੋਏ, ਘੋੜੇ ਰੱਖਣ ਦੇ ਸ਼ੌਕੀਨ ਸੀ ਬਾਬਾ ਜੀ, ਕਿ ਮੈਨੂੰ ਮਤਲਬ ਤੁਸੀਂ ਉਹਨਾਂ ਕੁ ਘੋੜਿਆਂ ਦੀ ਚਰਾਂਦ ਛੱਡ ਦਿਓ, 100 ਕਿੱਲਾ ਬਾਣ। ਫਿਰ ਉਸ ਟਾਈਮ ਛੜਾਇਆ, ਜਿਹੜਾ ਹੁਣ 2-2 3-3 ਕਿੱਲੇ ਜਾਂ 10-10 20-20 ਕਿੱਲੇ ਆ, ਜਾਨੀ ਪਰਿਵਾਰਾਂ ਕੋਲ ਆ, ਜਿੰਨੇ ਪਰਿਵਾਰ ਮਾਤਾ ਦੇਸਾਂ ਦੀ ਅੰਸ਼ ਵੰਸ਼ 'ਚੋਂ ਆ। ਤਾਂ ਉਦੋਂ ਫਿਰ ਇੱਕ ਘਟਨਾ ਘਟਦੀ ਹੈ ਕਿ ਪਾਤਸ਼ਾਹ ਇੱਥੇ 9 ਦਿਨ ਠਹਿਰਦੇ ਆ, ਰਾਤ ਨੂੰ ਇੱਥੇ ਵਿਰਾਜਦੇ ਆ, ਦਿਨ ਵੇਲੇ ਸੰਗਤਾਂ ਨੂੰ ਉੱਥੇ ਮਿਲਦੇ ਆ। ਇੱਕ ਘਟਨਾ ਜਿਹੜੀ ਇਤਿਹਾਸ ਦੇ ਵਿੱਚ ਸੂਰਜ ਪ੍ਰਕਾਸ਼ 'ਚ ਵੀ ਹੋਰਾਂ 'ਚ ਵੀ ਹੈ, ਤੇ ਕਈ ਇਤਿਹਾਸਕਾਰ ਉਹਨੂੰ ਛੱਡਣ ਵੀ ਲੱਗ ਗਏ ਕਿ ਕਾਹਨੂੰ ਇਹ ਗੱਲ ਕਰਨੀ, ਪਰ ਮੈਂ ਕਹਿਣਾ ਕਿ ਆਪਾਂ ਵਧੀਆ ਢੰਗ ਨਾਲ ਗੱਲ ਕਰ ਰਹੇ ਹਾਂ, ਉਹ ਵੀ ਇੱਥੇ ਜ਼ਿਕਰ ਕਰ ਦਈਏ ਕਿਉਂਕਿ ਇਤਿਹਾਸ ਦਾ ਹੀ ਲੇਖ ਆ। ਇੱਥੇ ਇੱਕ ਘਟਨਾ ਵਾਪਰੀ ਕਿ ਮਾਈਆਂ ਨੇ ਇੱਕ ਸਪੈਸ਼ਲ ਭੋਜ ਕੀਤਾ ਮਾਤਾ ਸੁੰਦਰ ਕੌਰ ਨੂੰ, ਸਾਹਿਬ ਕੌਰ ਨੂੰ ਰਲ ਕੇ, ਜੋ ਮਾਤਾ ਜੀ ਹੋਰੇ ਸੀਗੇ ਰਾਮ ਸਿੰਘ ਹੋਰਾਂ ਦੇ ਘਰੋਂ ਸੀ, ਉਹਨਾਂ ਦੀਆਂ ਮਾਈਆਂ ਸੀ। ਅਤੇ ਉਹ ਪ੍ਰਸ਼ਾਦਾ ਛਕਾਇਆ ਆਪਦੇ ਘਰ ਸੱਦ ਕੇ। ਪ੍ਰਸ਼ਾਦਾ ਜਦੋਂ ਛਕਾਇਆ ਤੇ ਉਹ ਥੋੜ੍ਹਾ ਸੀਤ ਪ੍ਰਸਾਦ ਕਹਿੰਦੇ ਆਪਾਂ, ਜੂਠਾ ਛੜਾ ਲੈਂਦੇ ਅੱਗੇ ਗੁਰੂ ਤੋਂ, ਵੱਡਿਆਂ ਤੋਂ, ਸੰਤਾਂ ਤੋਂ, ਫਿਰ ਆਪ ਛਕਦੀ ਸੰਗਤ ਜਿਹੜੀ ਪਿਆਰ ਕਰਦੀ ਹੈ।
ਉਹ ਛਡਾ ਲਿਆ। ਉਹ ਛਡਾ ਕੇ ਫਿਰ ਮਾਤਾ ਸੁੰਦਰ ਕੌਰ ਨੇ ਜਿਹੜਾ ਛੱਡਿਆ ਉਹ ਤਾਂ ਮਾਈਆਂ ਨੇ ਛਕ ਲਿਆ। ਜਿਹੜਾ ਸਾਹਿਬ ਕੌਰ ਨੇ ਛੱਡਿਆ ਸੀ ਉਹ ਛਕਿਆ ਨਹੀਂ। ਉਹ ਬੋਝ ਕੇ ਚੱਕ ਕੇ ਥਾਲੀ ਬਾਹਰ ਕੇ ਜਾ ਕੇ ਕੁੱਤਿਆਂ ਨੂੰ ਪਾਤਾ। ਮਾਤਾ ਸਾਹਿਬ ਕੌਰ ਦੀ ਨਿਗਾਹ ਸੀਗੀ ਵੀ ਇਹ ਕਰ ਕੀ ਰਿਹਾ, ਕਿਉਂਕਿ ਬੰਦੇ ਦੇ ਹਾਵ ਭਾਵ ਤੋਂ ਵੀ ਪਤਾ ਲੱਗ ਜਾਂਦਾ ਵੀ ਇਹ ਸੋਚ ਕੀ ਰਿਹਾ, ਕਰ ਕੀ ਰਿਹਾ। ਤਾਂ ਮਾਤਾ ਸਾਹਿਬ ਕੌਰ ਨੇ ਸਿੰਘ ਨੂੰ ਬੁਲਾਇਆ, ਸੱਦ ਕੇ ਪਾਤਸ਼ਾਹ ਕੋਲ ਸ਼ਿਕਾਇਤ ਭੇਜੀ ਕਿ ਭਾਈ ਕਿਆਂ ਦੀਆਂ ਇਸਤਰੀਆਂ ਨੇ ਮੇਰਾ ਨਰਾਦਰ ਕੀਤਾ। ਫਿਰ ਸ਼ਾਮ ਨੂੰ ਜਦੋਂ ਪਾਤਸ਼ਾਹ ਆਏ ਤੇ ਆ ਕੇ ਗੱਲਬਾਤ ਕੀਤੀ, ਬੀਬੀ ਦੇਸਾਂ ਦੇ ਘਰੇ ਬੈਠੇ ਤਾਂ ਮਾਤਾ ਸਾਹਿਬ ਕੌਰ ਨੇ ਸਾਰੀ ਗੱਲ ਦੱਸੀ। ਤਾਂ ਫਿਰ ਪਾਤਸ਼ਾਹ ਨੇ ਰਾਮ ਸਿੰਘ ਨੂੰ ਸੱਦ ਕੇ ਕਿਹਾ ਕਿ ਤੁਹਾਡੀਆਂ ਮਾਈਆਂ ਨੇ ਮਤਲਬ ਇਹ ਕੀ ਕੀਤਾ। ਤਾਂ ਕਹਿੰਦਾ ਜੀ ਮੈਂ ਪੁੱਛ ਕੇ ਦੱਸਦਾ। ਉਹ ਜਿਵੇਂ ਲਿਖਿਆ ਉਹਦੇ 'ਚ ਇਤਿਹਾਸ 'ਚ ਜਾ ਕੇ ਪੁੱਛਿਆ, ਦੱਸਿਆ। ਫਿਰ ਆ ਕੇ ਕਹਿੰਦਾ ਜੀ ਉਹ ਮਾਈਆਂ ਇਹ ਵਹਿਮ ਕਰਦੀਆਂ ਕਿ ਇਹਦਾ ਤੁਹਾਡੇ ਨਾਲ ਗੋਤ ਕਨਾਲਾ ਨਹੀਂ ਹੋਇਆ, ਇਹਦਾ ਅੰਗਣਾ ਅੰਗ ਨਹੀਂ ਲੱਗਿਆ। ਜਾਣੀ ਇਹ ਇਤਿਹਾਸ ਦਾ ਇੱਕ ਜ਼ਿਕਰ ਹੈ ਕਿ ਇਹ ਮਾਤਾ ਸਾਹਿਬ ਕੌਰ ਨੇ ਜਦੋਂ ਤੋਂ ਪਾਤਸ਼ਾਹ ਦੇ ਕਿਤੇ ਦਰਸ਼ਨ ਕੀਤੇ ਬਚਪਨ 'ਚ ਉੱਥੋਂ ਹੀ ਮੰਨ ਲਿਆ ਸੀ ਕਿ ਮੈਂ ਪਾਤਸ਼ਾਹ ਦੀ ਹੋਈ। ਤਾਂ ਇਹ ਫਿਰ ਉਹਨਾਂ ਦੇ ਮਾਤਾ ਪਿਤਾ ਨੇ ਵੀ ਪਾਤਸ਼ਾਹ ਨੂੰ ਬੇਨਤੀ ਕਰਕੇ ਕਿ ਸਾਡੀ ਬੱਚੀ ਇਹੀ ਸੋਚਦੀ ਆ, ਤੇ ਪਾਤਸ਼ਾਹ ਨੇ ਉਹਦੀ ਕਹਿਤਾ ਸੀ ਕਿ ਸਾਡੇ ਬੱਚੇ ਹੋ ਚੁੱਕੇ ਆ, ਅਸੀਂ ਆਪ ਦਾ ਜਿਹੜਾ ਅਗਲਾ ਜੀਵਨ ਆ ਜਾਣੀ ਨਾਮ ਦੇ ਲੇਖੇ ਹੀ ਲਾਉਣਾ, ਅਸੀਂ ਇਹ ਗ੍ਰਸਤੀ ਜੀਵਨ 'ਚ ਨਹੀਂ ਰਹਿਣਾ। ਤਾਂ ਉਹ ਮਾਤਾ ਨੇ ਕਿਹਾ ਸੀ ਕਿ ਮੈਂ ਫਿਰ ਵੀ ਤਿਆਰ ਆ ਰਹਿਣ ਨੂੰ, ਮੈਂ ਇਸੇ ਰੂਪ 'ਚ ਹੀ ਰਹਿਣ ਨੂੰ ਤਿਆਰ ਆ। ਤਾਂ ਹੀ ਮਾਤਾ ਸਾਹਿਬ ਕੌਰ ਨੂੰ ਨਿਹੰਗ ਸਿੰਘ ਅੱਜ ਵੀ ਆਦ ਮਾਤਾ ਸਮਝ ਕੇ ਉਵੇਂ ਜੋਤ ਲਾਉਂਦੇ ਆ ਤੇ ਉਵੇਂ ਹੀ ਉਹਨੂੰ ਮੰਨਦੇ ਪੂਜਦੇ ਆ। ਆਮ ਦੁਨੀਆ ਵੀ ਮੰਨਦੀ ਹੈ, ਪਰ ਉਹ ਜਿੰਨੀ ਡੂੰਘਾਈ ਨਾਲ ਨਿਹੰਗ ਸਿੰਘ ਜਾਣੀ ਮਾਤਾ ਨੂੰ ਆਦ ਸ਼ਕਤੀ ਦੇ ਰੂਪ 'ਚ ਪੂਜਦੇ ਆ, ਉਹ ਨਹੀਂ ਕੋਈ ਪੂਜਦਾ ਹੈ, ਉਹਨਾਂ ਬੇਨਤੀ ਨਹੀਂ ਕਰਦਾ ਉਸ ਤਰ੍ਹਾਂ ਦੀ। ਤਾਂ ਫਿਰ ਮਾਤਾ ਨੇ ਜਦੋਂ ਦੱਸਿਆ ਤਾਂ ਫਿਰ ਪਾਤਸ਼ਾਹ ਨੇ ਕਿਹਾ ਕਿ ਇਹਦੀ ਤਾਂ ਝੋਲੀ ਖਾਲਸਾ ਪੰਥ ਪਾਇਆ ਹੋਇਆ, ਸਾਰੇ ਖਾਲਸਿਆਂ ਦੀ ਬੱਚਿਆਂ ਦੀ ਮਾਤਾ ਇਹ ਹੈ, ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਨੀ। ਤਾਂ ਉੱਥੇ ਫਿਰ ਕੋਈ ਪਛਤਾਵੇ ਵਜੋਂ ਦੁਬਾਰਾ ਇਹ ਚੋਰਾ ਜਿਹੜੀ ਆਪਣੀ ਹੁਣ ਵੀ ਉਵੇਂ ਮੌਜੂਦ ਆ, ਇਹਦੇ ਉੱਤੇ ਫਿਰ ਦੁਬਾਰਾ ਉਵੇਂ ਭੋਜਨ ਤਿਆਰ ਕੀਤਾ, ਤਿਆਰ ਕਰਕੇ ਤੇ ਫਿਰ ਉਹ ਸਾਰਾ ਉਵੇਂ ਛਕਾਇਆ ਤੇ ਫਿਰ ਆਪ ਸਾਰਿਆਂ ਨੇ ਛਕਿਆ। ਜਾਣੀ ਉਹ ਪਛਤਾਵੇ ਦੀ ਮਾਫੀ ਮੰਗੀ ਜਿਹੜੀਆਂ ਮਾਤਾ ਨੇ ਗਲਤੀ ਕੀਤੀ ਸੀ। ਇਹ ਘਟਨਾ ਵੀ ਇੱਥੇ ਘਟਦੀ ਹੈ। ਤੀਜੀ ਘਟਨਾ ਜਿਹੜੀ ਇੱਥੇ ਘਟੀ ਉਹ ਇਹ ਸੀ ਕਿ ਪਾਤਸ਼ਾਹ ਸੁਬਾਹ 2 ਵਜੇ ਉੱਠ ਕੇ ਉਦੋਂ ਬਾਅਦ ਜਦੋਂ ਨਿਤਨੇਮ ਦੇ ਵਿੱਚ ਬੈਠੇ ਸੀ ਸਿਮਰਨ ਦੇ ਵਿੱਚ ਭਜਨ 'ਚ, ਤਾਂ ਉਹਨਾਂ ਨੂੰ ਕੋਈ ਇਲਹਾਮ ਜਦੋਂ ਹੋਇਆ ਤੇ ਪਾਤਸ਼ਾਹ ਯਰਕਦ ਨੇ ਖੜੇ ਹੋਏ ਤੇ ਗਏ, ਘੋੜਾ ਦੇ ਕਾਠੀ ਵੀ ਨਹੀਂ ਪਾਈ, ਘੋੜੇ ਤੇ ਸਵਾਰ ਹੋਈ ਚੱਲ ਪਏ। ਮੁਖੀ ਸਿੰਘਾਂ ਨੇ ਨਾਲ ਦੀ ਨਾਲ ਦੇਖਿਆ ਕਿ ਪਾਤਸ਼ਾਹ ਨੇ ਕਿਸੇ ਨੂੰ ਕਿਹਾ ਨਹੀਂ, ਗੱਲ ਕੀ ਹੋ ਗਈ। ਮਗਰ ਹੀ ਉਹਨਾਂ ਨੇ ਜਾਣੀ ਘੋੜੇ ਦੜਾਤੇ ਤੇ ਲਵੇਰੀ ਸਰ ਵਾਲਾ ਜਿਹੜਾ ਟਿੱਬਾ ਉੱਥੇ ਜਦੋਂ ਗਏ ਗਾਹਾਂ ਜਾ ਕੇ ਦੇਖਿਆ ਤਾਂ ਇੱਕ ਗਊ ਸੂਈ ਆ ਉਸੇ ਰਾਤ ਹੀ। ਤਾਂ ਉੱਥੇ ਬਘਿਆੜ ਉਹਦਾ ਬੱਚਾ ਚੱਕਣਾ ਚਾਹੁੰਦੇ ਆ, 4-5 ਬਘਿਆੜ ਉਹਨੂੰ ਪੈਂਦੇ ਆ, ਉਹ ਸਿੰਘਾਂ ਨਾਲ ਜਾਣੀ ਉਹਨਾਂ ਨੂੰ ਦੂਰ ਦੂਰ ਕਰੀ ਜਾਂਦੀ ਹੈ, ਭੂਸਰ ਕੇ ਜਾਣੀ ਦਵੱਲੀ ਬੈਠੀ ਆ। ਫਿਰ ਪਾਤਸ਼ਾਹ ਨੇ ਜਾ ਕੇ ਉਹ ਬਘਿਆੜ ਦਵੱਲੇ ਮਾਰੇ ਜਾਂ ਦੂਰ ਕੀਤੇ, ਉਹ ਗਊ ਨੂੰ ਬਚਾਇਆ। ਉਦੋਂ ਨੂੰ ਸਿੰਘ ਚਲੇ ਗਏ। ਸਿੰਘਾਂ ਦੇ ਮਗਰ ਦਿਨ ਚੜ੍ਹਦੇ ਨੂੰ ਸੰਗਤ ਵੀ ਉੱਥੇ ਸਾਰੀ ਪਹੁੰਚ ਗਈ। ਬਾਬਾ ਸੰਗੂ ਸਿੰਘ ਵੀ ਆਪਦੇ ਮਤਲਬ ਸੰਗ ਦੇ ਨਾਲ ਚਲਿਆ ਗਿਆ। ਉੱਥੇ ਫਿਰ ਪਾਤਸ਼ਾਹ ਨੇ ਇਹ ਜ਼ਿਕਰ ਕੀਤਾ ਕਿ ਇਹ ਜਗ੍ਹਾ ਦੇ ਉੱਤੇ ਜਿੱਥੇ ਇਹ ਗਊ ਠਹਿਰੀ ਹੋਈ ਹੈ, ਟਿੱਬੇ ਦੇ ਉੱਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਿੱਧਾ ਨਾ ਗੋਸ਼ਟ ਕੀਤੀ ਹੈ ਇੱਥੇ। ਉਹ ਤੋਂ ਪਹਿਲਾਂ ਵੀ ਇੱਥੇ ਜਦੋਂ ਬਨਵਾਸ ਕੱਟਿਆ ਰਾਮਚੰਦਰ ਹੋਰੀ ਵੀ ਰਹਿ ਕੇ ਗਏ। ਤਾਂ ਇਸ ਤਰ੍ਹਾਂ ਦਾ ਜ਼ਿਕਰ ਕਰਦਿਆਂ ਪਾਤਸ਼ਾਹ ਨੇ ਦੂਜਾ ਵਚਨ ਕੀਤਾ ਕਿ ਸਾਡੇ ਦਾਦਾ ਗੁਰੂ ਜਦੋਂ ਗੁਰੂ ਸਾਹਿਬ ਮਹਾਰਾਜ ਦੀ ਜੰਗ ਹੋਈ ਆ, ਉਦੋਂ ਕਾਲੂ ਨਾਥ ਨੂੰ ਜਦੋਂ ਮਿਲਣ ਆਏ ਆ ਤਾਂ ਉਹਦੇ ਨਾਲ ਵੀ ਜਿਹੜੀ ਗੋਸ਼ਟ ਹੈ ਇਸ ਟਿੱਬੇ 'ਤੇ ਹੀ ਹੋਈ। ਇੱਥੇ ਚਰਨ ਪਏ ਹੋਏ ਆ, ਬੜੀ ਕਰਨੀ ਵਾਲੀ ਜਗ੍ਹਾ, ਇੱਥੇ ਸੇਵਾ ਸੰਭਾਲ ਕਰਨੀ ਆ। ਉਹ ਇਤਿਹਾਸ ਦਾ ਉਹਦੀ ਦਾ ਲਿਖਿਆ ਜ਼ਿਕਰ ਮਿਲਦਾ ਕਿ ਕੋਈ ਸਿੰਘ ਇੱਥੇ ਰਹੋ, ਇੱਥੇ ਦੀਵਾ ਬੱਤੀ ਕਰਦੇ ਰਹਿਣਾ। ਇਹ ਬਚਨ ਫਿਰ ਬਾਬੇ ਸੰਗੂ ਸਿੰਘ ਦੇ ਤਾਂ ਇਹ ਜਣੇ ਐਂ ਮੰਨ ਲਓ ਦਿਲ 'ਤੇ ਲਿਖੇ ਗਏ ਵੀ ਪਾਤਸ਼ਾਹ ਨੇ ਆਹ ਗੱਲ ਕਹੀ ਹੈ। ਉਦੋਂ ਤਾਂ ਸਿਆਣੇ ਸਿੰਘਾਂ ਦੀ ਡਿਊਟੀ ਲਾਤੀ, ਬਾਬਾ ਬੱਚਾ ਸੀ, ਪਰ ਫਿਰ ਵੀ ਉਦੋਂ ਬਾਅਦ ਨੇਮ ਰੱਖਿਆ ਕਿ ਰੋਜ਼ ਜਾਇਆ ਕਰੇ। ਉਹ ਜਿੱਥੇ ਮਹਾਰਾਜ ਨੇ ਕਿਹਾ ਸੀ ਆਹ ਜਗ੍ਹਾ, ਉੱਥੇ ਉਦੋਂ ਸਿੰਘਾਂ ਨੇ ਖੜੇ ਖੜੇ ਨਾਲ ਦੀ ਨਾਲ ਹੀ ਮਿੱਟੀ ਦਾ ਇੱਕ ਥੜਾ ਬਣਾਤਾ ਸੀ, ਉੱਥੇ ਜਾਣਾ, ਝਾੜੂ ਦੇਣਾ, ਉੱਥੇ ਜੋ ਜੋਤ ਬੱਤੀ ਕਰਕੇ ਆਉਣੀ। ਇਹ ਨੇਮ ਬਾਬਾ ਸੰਗੂ ਸਿੰਘ ਦਾ ਜਾਣੀ ਸਾਰੀ ਜ਼ਿੰਦਗੀ ਰਿਹਾ। ਇੱਧਰ ਜਦੋਂ ਬਾਬਾ ਜੀ ਦਮਦਮਾ ਸਾਹਿਬ ਮਿਲਣ ਜਾਂਦੇ, ਬਾਬਾ ਦੀਪ ਸਿੰਘ ਨੂੰ ਜੰਗਾਂ ਯੁੱਧਾਂ 'ਚ ਵੀ ਜਾਂਦੇ ਰਹੇ। ਮੁੜਦੇ ਹੋਏ ਇੱਕ ਜੋਧਪੁਰ ਪਾਖਰ ਪਿੰਡ ਆ, ਉੱਥੇ ਖੇਤਾਂ 'ਚ ਠਹਿਰਦੇ, ਉੱਥੇ ਵੀ ਸੰਗੂਆਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਜੀ ਦੀ ਯਾਦ ਦੇ ਵਿੱਚ, ਉੱਥੇ ਠਹਿਰਦੇ। ਜਾਂ ਲਵੇਰੀ ਸਾਰੇ 2 ਬਾਬੇ ਦੀਆਂ ਵੱਡੀਆਂ ਠਾਰਾਂ ਸੀਗੀਆਂ। ਇਹ ਬਾਬਾ ਜੀ ਦਾ ਘਰ ਆ ਬਾਬਾ ਸੰਗੂ ਸਿੰਘ ਦਾ, ਜਿੱਥੇ ਜਨਮ ਹੋਇਆ। ਤਾਂ ਫਿਰ ਵੱਡੇ ਹੋ ਕੇ ਬਾਬਾ ਜੀ ਨੇ ਜਦੋਂ ਸੇਵਾ ਸੰਭਾਲ ਕਰਦਿਆਂ ਸਾਰੀ ਜ਼ਿੰਦਗੀ ਲੇਖੇ ਲਾਈ, ਮਾਤਾ ਦੇਸਾਂ ਦੀ ਵੀ ਸੇਵਾ ਕੀਤੀ। ਕੁਦਰਤ ਦੀ ਕਰਨੀ ਇਹ ਹੋਈ ਕਿ ਬਾਬਾ ਸੰਗੂ ਸਿੰਘ ਦੇ ਆਪਣੇ ਵੀ ਕੋਈ ਔਲਾਦ ਨਹੀਂ ਹੋਈ। ਜਦੋਂ ਆਪਣੇ ਔਲਾਦ ਨਹੀਂ ਸੀ, ਆਪ ਫੱਕਰ ਸੁਭਾਅ ਦੇ ਵਿੱਚ ਰਹਿੰਦੇ, ਘੋੜੇ ਰੱਖੇ ਹੁੰਦੇ, ਤਾਂ ਮਾਤਾ ਦੇਸਾਂ ਨੇ ਫਿਰ ਉਸ ਟਾਈਮ ਜਦੋਂ ਗੱਲਬਾਤ ਕੀਤੀ ਬਾਬਾ ਸੰਗੂ ਸਿੰਘ ਨਾਲ ਕਿ ਆਪਾਂ ਨੂੰ ਅੱਗੇ ਵੀ ਸੇਵਾਦਾਰ ਚਾਹੀਦਾ, ਉਹ ਕਹਿੰਦੇ ਮਾਂ ਜਿਵੇਂ ਤੇਰੀ ਰਜਾ ਉਵੇਂ ਤੁਸੀਂ ਕਰ ਸਕਦੇ ਹੋ। ਤਾਂ ਫਿਰ ਜਾ ਕੇ ਮਾਤਾ ਦੇਸਾ ਜੇਠੂ ਕਿਹਾ ਤੂੰ ਆਪਦੇ ਭਰਾ ਦਾ ਪਿਰਥਾ ਸਿੰਘ ਦਾ ਲੜਕਾ ਸੁੱਖਾ ਸਿੰਘ, ਉਹਨੂੰ ਲਿਆ ਕੇ ਬਾਬਾ ਸੰਗੂ ਸਿੰਘ ਦੀ ਝੋਲੀ ਪਾਇਆ। ਜਦੋਂ ਉਹਨੂੰ ਬਾਬਾ ਸੰਗੂ ਸਿੰਘ ਦੀ ਝੋਲੀ ਪਾਇਆ ਤਾਂ ਉਦੋਂ ਫਿਰ ਉਹੀ ਜਿਹੜਾ ਇੱਕ ਕਲੇਸ਼ ਹੁੰਦਾ ਕਿ ਇਹ ਬਗਾਨਾ ਜੱਟ ਇੱਥੇ ਰੋਡਾ ਲਾਈ ਜਾਂਦੇ ਹੋ। ਬਾਬਾ ਜੀ ਨੂੰ ਜਾਣੀ ਨਾ ਸਰੀਕੇ ਕਬੀਲੇ ਵਾਲਿਆਂ ਨੇ ਕਿਹਾ। ਉਦੋਂ ਹੀ ਫਿਰ ਬਾਬਾ ਜੀ ਨੇ ਜ਼ਮੀਨ ਦਾ ਹਿੱਸਾ ਛੱਡਿਆ ਆਪਦਾ
ਤੇ ਵੀ ਇਹ ਹੁਣ ਜ਼ਮੀਨਾਂ ਸਾਂਭੂਗਾ। ਬਾਬਾ ਜੀ ਕਹਿੰਦੇ ਜ਼ਮੀਨਾਂ ਸਾਂਭਣ ਨਹੀਂ ਆਇਆ, ਇਹ ਜੋ ਪਾਤਸ਼ਾਹ ਦੀ ਦਿੱਤੀ ਹੋਈ ਬਖਸ਼ਿਸ਼ ਆ ਉਹਦੀ ਸੇਵਾ ਕਰਨ ਆਇਆ, ਉਹਦੀ ਕੋਈ ਸੇਵਾ ਕਰੂਗਾ। ਜਿਹੜਾ ਮੈਂ ਆਪਦਾ ਘੋੜਿਆਂ ਦੀ ਚਰਾਂਦ 100 ਕਿੱਲਾ, ਇਹ ਉਹੀ ਇਹਦੇ ਹਿੱਸੇ ਕਹਿ ਲਓ, ਇਹ ਸੇਵਾ ਦੇ ਹਿੱਸੇ ਕਹਿ ਲਓ, ਜਿਹੜਾ ਮੇਰਾ ਹਿੱਸਾ ਸੀ ਮੈਂ ਸੋਨੂੰ ਦਿੱਤਾ। ਇਸੇ ਕਰਕੇ ਜਿਹੜੀ ਚੱਕ ਫਤਿਹ ਸਿੰਘ ਵਾਲੇ ਕੋਲ ਜ਼ਮੀਨ ਆ ਇਹ ਕਾਫੀ ਵੱਧ ਆ। ਰਾਮ ਸਿੰਘ ਵਾਲੇ ਕੋਲ 1800 ਕਿੱਲਾ, ਬਖਤੂ ਕੋਲ ਮਤਲਬ 2500 ਹੋਣਾ ਜਾਂ 3000, ਤੇ ਫਤਿਹ ਸਿੰਘ ਕੋਲ 7000 ਦੇ ਨੇੜੇ। ਬਾਬਾ ਸੰਗੂ ਸਿੰਘ ਦਾ ਹਿੱਸਾ, ਮਾਈ ਦੇਸਾਂ ਦਾ ਹਿੱਸਾ, ਸਾਰਾ ਹਿੱਸਾ ਇਸ ਪਿੰਡ ਦੇ ਵਿੱਚ ਹੀ ਉਹ ਉਦੋਂ ਹੀ ਰਿਹਾ ਜਦੋਂ ਬਾਬਾ ਜੀ ਨੇ ਬਚਨ ਕੀਤੀ। ਫਿਰ ਇਹ ਬਾਬਾ ਸੰਗੂ ਸਿੰਘ ਦੇ ਸੁੱਖਾ ਸਿੰਘ ਤੋਂ ਗਾਹਾਂ ਸਾਰੀ ਸੇਵਾ ਸੰਭਾਲਦੇ ਰਹੇ। ਹੁਣ ਸਾਡੀ ਇੱਥੇ 10ਵੀਂ ਪੀੜ੍ਹੀ ਹੈ ਜਿਹੜੀ ਮਤਲਬ ਅਸੀਂ ਉਹ ਸਾਰੀਆਂ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਰਦੇ ਹਾਂ। ਹੁਣ ਜਿਹੜੀ ਮੈਂ ਦੱਸ ਸਕਦਾ ਕਿ ਮੈਂ ਬਚਪਨ ਤੋਂ ਕੀ ਦੇਖਿਆ ਇੱਥੇ, ਬਚਪਨ ਤੋਂ ਜਦੋਂ ਸੇਵਾ ਕਰਦੇ ਸੀਗੇ, ਇਹ ਵੀ ਇੱਕ ਇੱਥੇ ਵਿਲੱਖਣ ਕਹਿ ਲਓ ਗੱਲ ਕਿ ਸਮਾਜ ਦੇ ਵਿੱਚ ਇੱਕ ਹੋਰ ਚੱਲਦਾ ਕਿ ਜਦੋਂ ਵੀ ਕੋਈ ਬਖਸ਼ਿਸ਼ ਆ ਘਰ ਦੇ ਵਿੱਚ ਜਾਂ ਨੰਬਰਦਾਰੀ ਆ ਜਾਂ ਹੋਰ ਵੱਡੇ ਨੂੰ ਮਿਲਦੀ ਹੈ, ਪਰ 3 ਕੁ ਪੀੜ੍ਹੀਆਂ ਦਾ ਪਿਛਲਾ ਇਤਿਹਾਸ ਬਜ਼ੁਰਗ ਦੱਸਦੇ ਹੁੰਦੇ ਕਿ ਮੇਰੇ ਪੜਦਾਦੇ ਹੋਰੀ ਸੀ ਜਿਹੜੇ, ਉਹਨਾਂ 'ਚੋਂ ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹ ਸੇਵਾ ਕਰਦਾ ਰਿਹਾ। ਫਿਰ ਮੇਰੇ ਦਾਦੇ ਹੋਰੀ ਸੀ ਜਿਹੜੇ ਦੂਜੇ ਵੱਡੇ ਭਰਾ ਸੀ, ਉਹ ਆਪਦੇ ਖੇਤੀਬਾੜੀ ਦੇ ਕੰਮ ਕਰਦੇ। ਸਾਡੇ ਸਕੇ ਆ ਜਿਹੜੇ ਪਿੰਡ ਜਵਾਰੇ ਵਾਲਾ ਚੱਕ ਆ ਮੁਕਤਸਰ ਕੋਲ, ਉੱਥੇ ਕਰਨਪੁਰ ਥੇੜੀ ਰਾਜਸਥਾਨ ਦੇ ਵਿੱਚ, ਤੇ ਹੋਰ ਵੀ ਕਾਫੀ ਜਗ੍ਹਾ ਵਸੇ ਹੋਏ ਆ, ਗੰਗਾ ਨਗਰ, ਇਸ ਤਰ੍ਹਾਂ ਕਰਕੇ ਜਾਣੀ ਜਿਹੜੇ ਰਹਿੰਦੇ ਆ। ਫਿਰ ਮੇਰੇ ਦਾਦਾ ਜੀ ਇੱਥੇ ਰਹੇ, ਦੂਜੇ ਭਰਾ ਡੋਡੀ ਖਿਲਰ ਗਏ, ਕੋਈ ਕਿਤੇ ਚਲਿਆ ਗਿਆ, ਕੋਈ ਕਿਤੇ। ਤਾਂ ਮੇਰੇ ਪਿਤਾ ਜੀ ਹੋਰੀ 4 ਭਰਾ ਸੀਗੇ, ਜਿਨ੍ਹਾਂ ਦੇ ਵਿੱਚੋਂ ਮੇਰੇ ਪਿਤਾ ਜੀ ਸਾਰਿਆਂ ਤੋਂ ਛੋਟੇ ਸੀ, ਉਹ ਸੇਵਾ ਕਰਦੇ ਸੀਗੇ। ਅਸੀਂ 3 ਭਰਾ, ਦੂਜੇ ਭਰਾ ਮੈਥੋਂ ਵੱਡੇ ਆ ਦੋਨੇ, ਉਹ ਮਤਲਬ ਆਪਦਾ ਖੇਤੀਬਾੜੀ ਦਾ ਕੰਮ ਕਰਦੇ ਆ। ਅਤੇ ਮੈਂ ਬਚਪਨ ਤੋਂ ਹੀ ਇਸ ਜਗ੍ਹਾ ਦੇ ਵਿੱਚ ਮਾਂ ਪਿਓ ਦੇ ਨਾਲ ਆ ਕੇ ਸੇਵਾ ਕਰਨੀ, ਇੱਥੇ ਰਹਿਣਾ ਵੱਧ ਤੋਂ ਵੱਧ, ਯਾਨੀ ਇਸੇ ਤਰ੍ਹਾਂ ਸੇਵਾ ਕਰਦੇ ਆ, ਇੱਥੇ ਰਹਿੰਦੇ ਆ। ਕਹਿ ਲਓ ਵੀ ਹੁਣ 48 ਸਾਲ ਦੀ ਉਮਰ ਹੋ ਗਈ, ਉਦੋਂ 6-7 ਸਾਲ ਦੇ ਸੀ, 40 ਸਾਲ ਦੇ ਵਾਂਗੂ 41 ਸਾਲ ਵਾਂਗੂ ਹੋ ਗਿਆ ਇੱਥੇ ਰਹਿੰਦੇ ਆ, ਸੇਵਾ ਕਰਦੇ ਆ। ਇਹ ਸੇਵਾ ਦੇ ਵਿੱਚ ਉਦੋਂ ਤੋਂ ਵੀ ਇਤਿਹਾਸ ਪੜ੍ਹਨ ਦਾ ਸ਼ੌਂਕ ਬਹੁਤ ਜ਼ਿਆਦਾ ਸੀਗਾ। ਮਾਂ ਪਿਓ ਨੂੰ ਜਾਣੀ ਪੜ੍ਹ ਕੇ ਸੁਣਾਉਣਾ, ਉਹ ਸਾਖੀਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ ਇਤਿਹਾਸ ਪੜ੍ਹਦੇ ਪੜ੍ਹਦੇ ਫਿਰ ਹੋਰ ਇਤਿਹਾਸਾਂ ਦਾ ਵੀ ਚਿੱਤ ਨੂੰ ਹੋਇਆ ਕਿ ਪੜ੍ਹੀਏ। ਸਾਰਾ ਕੁਝ ਇੱਕ ਟਾਈਮ ਮਹਾਰਾਜ ਨੇ ਬਹੁਤ ਜ਼ਿਆਦਾ ਦਿੱਤਾ ਕਿ ਇੱਥੇ ਸੇਵਾ ਕਰਨ ਤੋਂ ਬਾਅਦ ਸਾਰਾ ਦਿਨ ਵਿਹਲੇ ਆ, ਅਤੇ ਵਿਹਲੇ ਸਮੇਂ ਨੂੰ ਅਸੀਂ ਪੜ੍ਹਨ ਦੇ ਲੇਖੇ ਲਾਇਆ, ਗੁਰਬਾਣੀ ਪੜ੍ਹਦੇ ਜਾਂ ਹੋਰ ਇਤਿਹਾਸ ਪੜ੍ਹਦੇ, ਇਸ ਤਰ੍ਹਾਂ ਦਾ ਜੋ ਸਿੱਖਿਆ। ਤਾਂ ਇਸ ਤਰ੍ਹਾਂ ਇੱਥੇ ਰਹਿੰਦਿਆਂ ਵਿਚਰਦਿਆਂ ਕਦੇ ਕਿਸੇ ਨੂੰ ਕਿਤੇ ਬਹੁਤਾ ਕਿਹਾ ਨਹੀਂ ਆਏ ਨੂੰ ਕਿ ਤੁਸੀਂ ਵੀ ਸੇਵਾ ਕਰਾ ਦਿਓ ਜਾਂ ਕਰ ਦਿਓ। ਇੱਥੇ ਹੁਣ ਤੱਕ ਦਾ ਇਹ ਚੱਲਦਾ ਕਿ ਆਪਦੀ ਆਪ ਜੇ ਕੋਈ ਕੁਛ ਕਰਾ ਜਾਂਦਾ ਜਾਂ ਕਰ ਜਾਂਦਾ ਠੀਕ ਹੈ, ਬਹੁਤਾ ਨਹੀਂ, ਕਿਤੇ ਨਾ ਹੀ ਬਾਹਰ ਕਿਤੇ ਗਰਾਈਆਂ ਨੂੰ ਗਏ ਆ। ਹਾਂ, ਇੱਕ ਘਟਨਾ ਜਿਹੜੀ ਇੱਥੇ ਘਟਦੀ ਆ, ਜਿਹੜੀ ਹੁਣ ਦੀ ਆ, ਉਹ ਇਹ ਹੈ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਗ੍ਰਹਿ ਮੰਤਰੀ ਸੀਗੇ, ਉਹਨਾਂ ਦੇ ਮਨ ਦਾ ਇੱਕ ਭਾਵ ਸੀ, ਉਹਨਾਂ ਨੇ ਮਤਲਬ ਉੱਥੇ ਇੱਕ ਭਾਈ ਵੀਰ ਸਿੰਘ ਸਾਹਿਤ ਸਦਨ ਬਣਿਆ ਵਾ ਦਿੱਲੀ, ਜਿਹੜਾ ਕਿ ਭਾਈ ਵੀਰ ਸਿੰਘ ਦੀ ਸਾਰੀ ਰਚਨਾ ਨੂੰ ਸਾਂਭਦਾ, ਉਹਨਾਂ ਦੇ ਗ੍ਰੰਥਾਂ ਨੂੰ ਸਾਂਭਦਾ। ਉਹਦੇ ਚੇਅਰਮੈਨ ਜਦੋਂ ਇਹ ਬਣੇ ਡਾਕਟਰ ਸਾਹਿਬ, ਇਹਨਾਂ ਨੇ ਉਹ ਲਿਖਤਾਂ ਦੇਖੀਆਂ ਅਤੇ ਇਹਨਾਂ ਦੇ ਮਨ ਦਾ ਭਾਵ ਬਣਿਆ ਕਿ ਆਪਣੇ ਕੋਲ ਤਾਕਤ ਆ, ਸਭ ਕੁਛ ਆ। ਹੁਣ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਸਾਡੀਆਂ ਸਿੱਖ ਕੌਮ ਦੀਆਂ ਕਿੱਥੇ ਨਿਸ਼ਾਨੀਆਂ, ਕਿੱਥੇ ਅਸਥਾਨ ਹੈ, ਉਹ ਸਾਰੀ ਨਿਸ਼ਾਨਦੇਹੀ ਕਰਕੇ ਵੀ ਕਿਹੇ ਜਿਹੇ ਹਾਲਾਤਾਂ 'ਚ ਅਤੇ ਉਹ ਸਾਰਾ ਆਪਣੀ ਕੌਮ ਕੋਲ ਇੱਕ ਪਲੰਦਾ ਹੋਣਾ ਚਾਹੀਦਾ, ਤਾਂ ਕਿ ਉਹਦੇ 'ਤੇ ਆਉਣ ਵਾਲੇ ਸਮੇਂ 'ਚ ਹੋਰ ਪੀੜ੍ਹੀਆਂ ਜਿਹੜੀਆਂ ਕੰਮ ਕਰ ਸਕਣ। ਤਾਂ ਉਹ ਇੱਕ ਕਮੇਟੀ ਜਿਹੜੀ ਬਣੀ, ਉਹਦੇ ਮੁਖੀ ਡਾਕਟਰ ਮਹਿੰਦਰ ਸਿੰਘ ਨੂੰ ਬਣਾਇਆ, ਜਿਹੜੇ ਕਿ ਹੁਣ ਵੀ ਡਾਇਰੈਕਟਰ ਹੈ ਭਾਈ ਵੀਰ ਸਿੰਘ ਸਾਹਿਤ ਸਦਨ ਦੇ। ਜਸਵੰਤ ਸਿੰਘ ਨੇਕੀ ਉਹ ਸਕੱਤਰ ਸੀਗੇ। ਤਾਂ ਉਹਨਾਂ ਨੇ ਨਾਲ ਇੱਕ ਪੰਜਾਬ ਨੈਸ਼ਨਲ ਸਟੱਡੀਜ਼ ਕੋਈ ਮਹਿਕਮਾ, ਉਹਨਾਂ ਨੂੰ ਨਾਲ ਲਿਆ। ਸੰਦੀਪ ਸ਼ੰਕਰ ਜੀ ਇੱਕ ਬਹੁਤ ਮਸ਼ਹੂਰ ਫੋਟੋਗ੍ਰਾਫਰ ਆ, ਉਹ ਨਾਲ ਸੀਗੇ। ਉਹਨਾਂ ਨੇ ਫਿਰ ਪੂਰੇ ਇੰਡੀਆ ਦਾ ਭਰਮਣ ਕੀਤਾ, ਜਿੱਥੇ ਜਿੱਥੇ ਵੀ ਕੋਈ ਸਿੱਖ ਕੌਮ ਦਾ ਕੋਈ ਗੁਰੂ ਪੀਰ ਬੱਚਾ ਕੋਈ ਸਿੰਘ ਗਿਆ, ਉੱਥੇ ਵੀ ਗਏ ਉਹ। ਅਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਥਾਨ ਰਹਿ ਗਏ, ਉੱਥੇ ਵੀ ਜਾ ਕੇ ਉਹਨਾਂ ਨੇ ਉਹ ਤਿਆਰ ਕੀਤਾ। ਇੰਗਲੈਂਡ ਦੇ ਅਜਾਇਬ ਘਰਾਂ ਦੇ ਵਿੱਚ ਕੁਛ ਆਪਣੀਆਂ ਨਿਸ਼ਾਨੀਆਂ ਗਈਆਂ ਹੋਈਆਂ, ਉਹ ਵੀ ਜਾ ਕੇ ਦੇਖ ਕੇ ਆਏ। ਫਿਰ ਉਹ ਸਾਰੀਆਂ ਨਿਸ਼ਾਨੀਆਂ ਤੋਂ ਬਾਅਦ ਉਹਨਾਂ ਨੇ ਆ ਕੇ 4 ਸਚਿੱਤਰ ਪੁਸਤਕਾਂ ਛਾਪੀਆਂ ਹੋਈਆਂ। ਇੱਕ ਹਜੂਰ ਸਾਹਿਬ ਦੇ ਨਾਂ 'ਤੇ ਆ, ਇੱਕ ਗੋਲਡਨ ਟੈਂਪਲ ਦੇ ਨਾਂ 'ਤੇ, ਇੱਕ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਆ, ਇੱਕ ਖਾਲਸੇ ਦੇ ਅਨੰਦਪੁਰ ਸਾਹਿਬ ਦੇ ਨਾਂ 'ਤੇ। ਉਹ ਅੰਗਰੇਜ਼ੀ 'ਚ ਮਿਲਦੀਆਂ, ਕੋਈ ਵੀ ਉਹਨਾਂ ਨੂੰ ਪੜ੍ਹ ਸਕਦਾ। ਉਦੋਂ ਜਦੋਂ ਫਿਰ ਉਹ ਇੱਥੇ ਆਏ ਗੁਰਮੁਖ ਪਿਆਰੇ, ਤਾਂ ਇਹ ਉਦੋਂ ਆਹ ਦਰਬਾਰ ਨਹੀਂ ਸੀਗਾ, ਕੁਝ ਵੀ ਨਹੀਂ ਸੀਗਾ, ਇਕੱਲਾ ਕੱਚਾ ਬੁਰਜ ਹੁੰਦਾ ਸੀ। ਇਹਦੇ ਜੋ ਕੰਧਾਂ ਆਸੇ ਪਾਸੇ ਇੱਕ ਮੂਹਰੇ ਛੋਟਾ ਜਿਹਾ ਕਮਰਾ ਉਸ ਟਾਈਮ ਹੁੰਦਾ ਸੀਗਾ, ਜਿਹੜਾ ਬਾਅਦ ਦੇ ਵਿੱਚ ਮੀਂਹ ਨਾਲ ਹੀ ਉਹਨੂੰ ਖਰਾਬੀ ਹੋਈ। ਤਾਂ ਉਹਨਾਂ ਨੇ ਜੋ ਦੇਖਿਆ ਕਿ ਇੱਥੇ ਜਿੰਨਾ ਕੁ ਸਮਾਨ ਹੈਗਾ ਇਹ ਸਾਰਾ ਲੱਕੜ ਦੇ ਵਿੱਚ ਆ, ਜਾਂ ਮਿੱਟੀ ਦਾ, ਜਾਂ ਕੱਪੜੇ ਆ, ਅਤੇ ਇਹਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਆ। ਇੱਥੋਂ ਜਾ ਕੇ ਉਹਨਾਂ ਨੇ ਫਿਰ ਆਪਦੀ ਰਿਪੋਰਟ ਦੇ ਵਿੱਚ ਇਹ ਅੱਗੇ ਮਤਾ ਪਾਇਆ ਕਿ ਜਿੰਨੀ ਜਲਦੀ ਹੋ ਸਕੇ ਇਹ ਚੀਜ਼ਾਂ ਸੰਭਾਲੀਆਂ ਜਾਣ। ਤਾਂ ਸਾਲ 1.5 ਸਾਲ ਬਾਅਦ ਸਾਨੂੰ 6 ਮਹੀਨਿਆਂ ਤੋਂ ਫੋਨ ਆਉਂਦਾ ਰਿਹਾ ਉਹਨਾਂ ਦਾ, ਡਾਕਟਰ ਮਹਿੰਦਰ ਸਿੰਘ ਦਾ, ਕਿ ਕੀ ਹਾਲਾਤ ਨੇ ਤੁਹਾਡੇ, ਕਿਵੇਂ ਆ, ਠੀਕ ਆ, ਸਾਰਾ ਪੁੱਛਦੇ ਰਹੇ। ਜਾਨੀ ਉਹਨਾਂ ਨੇ ਲਿੰਕ ਬਣਾਈ ਰੱਖਿਆ। ਫਿਰ 1.5-2 ਸਾਲ ਬਾਅਦ ਜਾ ਕੇ
ਸਾਨੂੰ ਉਹਨਾਂ ਨੇ ਦਿੱਲੀ ਬੁਲਾਇਆ ਕਿ ਤੁਸੀਂ ਦਿੱਲੀ ਆਓ, ਤੁਹਾਡੇ ਨਾਲ ਕੋਈ ਖਾਸ ਗੱਲਬਾਤ ਕਰਨੀ ਹੈ। ਜਦੋਂ ਅਸੀਂ ਦਿੱਲੀ ਚਲੇ ਗਏ, ਇੱਥੋਂ ਇੱਕ ਸੱਜਣ ਹੋਰ ਸੀ ਸਾਡੇ ਨਗਰ ਦਾ, ਉਹ ਦਿੱਲੀ ਜਾਂਦਾ ਰਹਿੰਦਾ ਸੀ, ਰੋਸ਼ਨ ਸਿੰਘ, ਉਹਨੂੰ ਅਸੀਂ ਨਾਲ ਲਿਆ ਤੇ ਦਿੱਲੀ ਚਲੇ ਗਏ। ਜਾ ਕੇ ਉੱਥੇ ਜਦੋਂ ਮੀਟਿੰਗ ਹੋਈ ਤਾਂ ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਕਿ ਮਾਤਾ ਦੇਸਾਂ ਦੇ ਘਰ ਜੋ ਵੀ ਨਿਸ਼ਾਨੀਆਂ ਪਈਆਂ ਪਾਤਸ਼ਾਹ ਦੀਆਂ, ਇਹਨਾਂ ਨੂੰ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਇੰਟੈਕ ਲੈਬ ਤੋਂ ਠੀਕ ਕਰਵਾ ਦਈਏ, ਇਹਨਾਂ ਨੂੰ ਕੈਮੀਕਲ ਵਗੈਰਾ ਲਗਾ ਕੇ ਰੱਖ ਦਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਦੇਖ ਸਕਣ, ਖਰਾਬ ਨਾ ਹੋਵੇ। ਤੇ ਚਲੋ ਸਾਨੂੰ ਵੀ ਮਤਲਬ ਕਿਹੜਾ ਤਾਂ ਲੱਗਿਆ ਕਿ ਇਹ ਫੈਸਲਾ ਸੰਗਤ ਨਾਲ ਰਲ ਕੇ ਜਾਂ ਹੋਰ ਭੈਣ ਭਰਾਵਾਂ ਨੂੰ ਪੁੱਛ ਲਗੇ ਸਾਰਿਆਂ ਨੂੰ। ਮੈਂ ਕਿਹਾ ਜੀ ਅਸੀਂ ਰਾਇ ਕਰਕੇ ਜਾ ਕੇ ਦੱਸ ਦਿਆਂਗੇ। ਤਾਂ ਉਹ ਮੈਨੂੰ ਡਾਕਟਰ ਮਹਿੰਦਰ ਸਿੰਘ ਕਹਿੰਦੇ ਵੀ ਰਾਇਆਂ ਨੇ ਨਾ ਬਹੁਤ ਨੁਕਸਾਨ ਇਦੋਂ ਪਹਿਲਾਂ ਕੀਤਾ ਸਾਡਾ। ਮੈਂ ਹੀ ਕਿਵੇਂ? ਕਹਿੰਦੇ ਗੁਰੂ ਨਾਨਕ ਸਾਹਿਬ ਦਾ ਚੋਲਾ, ਉਹਦੇ 'ਤੇ ਵੀ ਮੇਰ ਕਈਆਂ ਦੀ ਆ, ਕੋਈ ਕਹਿੰਦਾ ਕਰ ਦਿਓ ਜੀ ਕੰਮ, ਕੋਈ ਕਹਿੰਦਾ ਨਹੀਂ। ਜਾਣੀ ਅੱਜ ਤੱਕ ਕਿਸੇ ਨੇ ਚੱਜ ਨਾਲ ਹਾਂ ਕਹਿ ਕੇ ਕੰਮ ਕਰਾਇਆ ਨਹੀਂ ਹੈ। ਤੁਸੀਂ ਕਹਿੰਦੇ ਅਸੀਂ ਚੈੱਕ ਕਰ ਰਹੇ ਹਾਂ 2 ਸਾਲਾਂ ਤੋਂ, ਇਕੱਲੇ ਹੀ ਮੁਖੀ ਹੋ, ਤੁਸੀਂ ਗੱਲਬਾਤ ਕਰਨੀ ਆ, ਤੁਸੀਂ ਹਾਂ ਨਾ ਕਰ ਜੋ ਵੀ ਕਰਨਾ। ਤੇ ਮੈਨੂੰ ਪਤਾ ਨਹੀਂ ਕਿਉਂ ਸਰਦਾ ਸੀ ਡਾਕਟਰ ਮਨਮੋਹਨ ਸਿੰਘ ਦੇ ਨਾਂ 'ਤੇ ਆਏ ਜੇ ਸੀਗਾ ਵੀ ਗਲਤ ਤਾਂ ਇਹ ਕਰਨਗੇ ਨਹੀਂ, ਜੋ ਕਰਨਗੇ ਸਹੀ ਕਰਨਗੇ। ਤੇ ਮੈਂ ਫਿਰ ਇਹ ਕਹਤਾ, ਮੈਂ ਕਿਹਾ ਜੀ ਆਪਾਂ ਅਰਦਾਸ ਕਰਕੇ ਬਾਕ ਲੈਂਦੇ ਹਾਂ ਪਾਤਸ਼ਾਹ ਦੇ। ਤੇ ਜਿਵੇਂ ਜੇ ਮੈਨੂੰ ਬਸ ਅਰਦਾਸ ਕਰਦੇ ਨੂੰ ਮਨ ਬਣ ਗਿਆ, ਮੇਰੀ ਹਾਂ ਹੀ ਹੈ। ਫਿਰ ਚਲੋ ਬਾਕ ਲਿਆ, ਪਤਾ ਨਹੀਂ ਉਦੋਂ ਕਿਹੜਾ ਬਾਕ ਆਇਆ ਮੇਰੇ ਹੁਣ ਚੇਤੇ ਨਹੀਂ, ਪਰ ਮੈਂ ਹਾਂ ਕਹਿ ਦਿੱਤੀ ਕਿ ਪਾਤਸ਼ਾਹ ਹਾਜ਼ਰ ਨਾਜ਼ਰ ਇਹਨਾਂ ਦੀ ਹਜ਼ੂਰੀ 'ਚ ਮੈਂ ਤੁਹਾਡੇ ਨਾਲ ਬਚਨ ਕਰਦਾ ਕਿ ਮੈਂ ਤੁਹਾਨੂੰ ਲਿਆ ਕੇ ਸਾਰਾ ਨਿਸ਼ਾਨੀਆਂ ਇੱਥੇ ਸੌਂਪ ਦੂੰਗਾ, ਅੱਗੇ ਤੁਹਾਡੀ ਰਜਾ ਰਹੀ। ਚਲੋ ਫਿਰ ਅਸੀਂ ਵਾਪਸ ਆਏ, ਇੱਥੋਂ ਚੁੱਪ ਕਰਕੇ ਕਿਸੇ ਨਾਲ ਗੱਲ ਨਹੀਂ ਕੀਤੀ। ਅਸੀਂ ਆਪਦਾ ਉਹ ਅਲਮਾਰੀ 'ਚ ਪਈਆਂ ਹੁੰਦੀਆਂ ਸੀ ਉਸ ਟਾਈਮ, ਸਾਰੀਆਂ ਨਿਸ਼ਾਨੀਆਂ ਲਈਆਂ, ਲੈ ਕੇ ਅਸੀਂ 2-3 ਜਾਣੇ ਇੱਥੋਂ ਸਿੰਘ ਜਿਹੜੇ ਨਾਲ ਸੀਗੇ ਮੇਰੇ ਗਏ। ਜਾ ਕੇ ਅਸੀਂ ਜਦੋਂ ਉਹਨਾਂ ਨੂੰ ਨਿਸ਼ਾਨੀਆਂ ਸੌਂਪੀਆਂ, ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਬੜਾ ਵੱਡਾ ਦਿਲ ਕੱਢ ਕੇ, ਕਹਿ ਲਓ ਇਹਨਾਂ ਦਾ ਤਾਂ ਕਰੋੜਾਂ ਵੀ ਅਰਬਾਂ ਵੀ ਕਹਿ ਦਈਏ ਤਾਂ ਥੋੜ੍ਹਾ, ਸਾਨੂੰ ਇਹ ਫੜਾ ਰਹੇ ਹੋ ਅਤੇ ਤੁਸੀਂ ਤਾਂ ਭੋਲੇ ਪਾਏ ਕਰ ਰਹੇ ਹੋ, ਪਰ ਅਸੀਂ ਨਹੀਂ ਭੋਲਾ ਭਾਅ ਰੱਖਣਾ। ਉਹਨਾਂ ਨੇ ਸਾਰੇ ਦੀ ਵੀਡੀਓਗ੍ਰਾਫੀ ਕੀਤੀ, ਸਾਰੇ ਦੀ ਲਿਖਤ ਕੀਤੀ, ਉਹਦਾ ਸਾਨੂੰ ਦਿੱਤਾ ਲਿਖ ਕੇ, ਉਹਦੀ ਇੰਸ਼ੋਰੈਂਸ ਕਰਾਈ ਕਿ ਵੀ ਭਾਈ ਅਸੀਂ ਅੱਜ ਇਹ ਤੋਂ ਇਹ ਨਿਸ਼ਾਨੀਆਂ ਭਾਈ ਜਸਵੀਰ ਸਿੰਘ ਤੋਂ ਇਸ ਤਰ੍ਹਾਂ ਕਰਕੇ ਲੈ ਰਹੇ ਹਾਂ, ਇੰਨੇ ਸਮੇਂ ਖਾਤਰ ਇੰਟੈਕ ਲੈਬ ਤੋਂ ਠੀਕ ਕਰਾ ਕੇ ਅਸੀਂ ਵਾਪਸ ਉੱਥੇ ਰੱਖਣ ਦੇ ਜ਼ਿੰਮੇਵਾਰ ਹੋਵਾਂਗੇ। ਜੇ ਕੋਈ ਰਸਤੇ 'ਚ ਨੁਕਸਾਨ ਹੁੰਦਾ ਕਿਤੇ ਵੀ ਤਾਂ ਉਹਦੀ ਗਰੰਟੀ ਜਾਂ ਜ਼ਿੰਮੇਵਾਰੀ ਸਾਡੀ ਹੈ। ਇਹ ਉਹਨਾਂ ਨੇ ਸਾਰਾ ਕਾਗਜ਼ੀ ਪੱਤਰੀ ਸਾਰਾ ਕੰਮ ਉਹਨਾਂ ਨੇ ਕੀਤਾ। ਫਿਰ ਅਸੀਂ ਨਾਲ ਹੀ ਗਏ ਲਖਨਊ, ਉੱਥੇ ਜਾ ਕੇ ਲੈਬ ਦੇ ਵਿੱਚ ਵੀ ਰਹੇ, ਦੇਖਿਆ। ਤਾਂ ਲੈਬ ਵਾਲਿਆਂ ਨੇ ਵੀ ਜਾਣੀ ਬੜੀ ਹੈਰਾਨੀ ਵਾਲੀ ਗੱਲ ਦੱਸੀ ਕਿ ਸਾਰੇ ਧਰਮਾਂ ਦੇ ਲੋਕ ਇੱਥੋਂ ਆ ਕੇ ਆਪਦੇ ਬਜ਼ੁਰਗਾਂ ਦੀਆਂ, ਆਪਦੇ ਸਾਧੂ ਸੰਤਾਂ ਦੀਆਂ ਚੀਜ਼ਾਂ ਠੀਕ ਕਰਵਾ ਕੇ ਜਾਂਦੇ ਆ, ਪਰ ਸਿੱਖ ਕੌਮ ਦੀ ਇਹ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਕੋਲ ਆਈਆਂ। ਅਤੇ ਉਦੋਂ ਉਹਨਾਂ ਨੇ ਦਰਬਾਰ ਸਾਹਿਬ ਬਾਰੇ ਵੀ ਬੜਾ ਦੱਸਿਆ ਸੀ, ਜੋ ਜਾਣਦੇ ਆ ਜਿਹੜਾ ਆਤਿਸ਼ਬਾਜ਼ੀ ਨਾਲ ਪ੍ਰਦੂਸ਼ਣ ਹੁੰਦਾ, ਜਿਹਦੇ ਨਾਲ ਉਹ ਖਰਾਬ ਹੋ ਰਿਹਾ ਸਾਰਾ ਕੁਛ, ਤੇ ਵੀ ਅਸੀਂ ਲਿਖ ਕੇ ਵੀ ਦੇ ਕੇ ਆਉਣੇ ਆ। ਪਰ ਇਹਨਾਂ ਚੀਜ਼ਾਂ ਕਨੀ ਧਿਆਨ ਘੱਟ ਹੈ ਕਿ ਬਚਤ ਕਿਵੇਂ ਹੋ ਸਕਦੀ ਹੈ। ਚਲੋ ਸਾਨੂੰ ਵੀ ਉਹ ਖੁਸ਼ੀ ਹੋਈ। ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਰਹਿ ਕੇ ਵੀ ਦੇਖ ਸਕਦੇ ਹੋ ਅਸੀਂ ਕਿਵੇਂ ਕਿਵੇਂ ਕੰਮ ਕਰਾਂਗੇ, ਜੇ ਤੁਸੀਂ ਚਾਹੋ ਤਾਂ ਜਾ ਵੀ ਸਕਦੇ ਹੋ, ਕਿਉਂਕਿ ਟਾਈਮ ਬਹੁਤ 6 ਮਹੀਨੇ ਲੱਗਣੇ ਆ। ਅਤੇ ਜਦੋਂ ਫਿਰ ਅਸੀਂ ਵਾਪਸ ਆ ਗਏ ਸੀਗੇ, ਉਹਨਾਂ ਨੇ ਆਪਦੇ ਕਸਟਡੀ ਦੇ ਵਿੱਚ ਸਾਰਾ ਕੁਝ ਲੈ ਲਿਆ। 6 ਮਹੀਨਿਆਂ ਬਾਅਦ ਫਿਰ ਇਹ ਸਾਰੀਆਂ ਨਿਸ਼ਾਨੀਆਂ, ਫਿਰ ਉੱਥੇ ਜਦੋਂ ਦਸਤਾਰ ਠੀਕ ਕੀਤੀ, ਇਹ ਬੜੀ ਲੰਬੀ ਜਾਣੀ ਇੱਕ ਪੱਟ ਦੀ ਕਹਿ ਰਹੀ ਉਹਨਾਂ ਨੇ, ਕਿਉਂਕਿ ਸਾਡੇ ਕੋਲ ਤਾਂ ਜਿਵੇਂ ਉਹ ਥੋੜ੍ਹੀ ਗੁੱਸਾ ਮੁੱਸਾ ਜਿਹਾ ਵੀ ਹੋ ਗਈ ਸੀ, ਮਤਲਬ ਐਂ ਵੱਟ ਖਾ ਕੇ। ਸਾਡੇ ਨਹੀਂ ਕਿਸੇ ਨੇ ਕਦੇ ਵੀ ਐਂ ਖੋਲ੍ਹ ਕੇ ਹੱਥ ਲਾਇਆ ਸੀਗੇ, ਬਸ ਐਂ ਹੀ ਕੱਪੜੇ ਦੇ ਵਿੱਚ ਵਲੇਟ ਕੇ ਐਂ ਬਾਰੀ 'ਚ ਰੱਖਿਆ ਹੁੰਦਾ, ਨਮਸਕਾਰ ਕਰਦੇ ਰਹਿੰਦੇ। ਉਹ ਲੈਬ ਵਾਲਿਆਂ ਨੇ ਪਹਿਲੀ ਵਾਰ ਜਾਣੀ ਉਹਨੂੰ ਹੌਲੀ ਹੌਲੀ ਆਪਦੇ ਢੰਗ ਨਾਲ ਠੀਕ ਕਰਨਾ ਸ਼ੁਰੂ ਕੀਤਾ। ਤਾਂ ਫਿਰ ਉਹਨਾਂ ਨੇ ਸਾਨੂੰ ਫੋਨ 'ਤੇ ਪੁੱਛਿਆ ਕਿ ਜਦੋਂ ਤੈਅ ਲਗਾਉਣੇ ਆ ਇਹਦੀ, ਇਹ ਟਸਰ ਦਾ ਕੱਪੜਾ ਬਹੁਤ ਬਰੀਕ ਹੁੰਦਾ, ਇਹ ਤਾਂ ਇੰਨਾ ਕੁ ਬਣ ਜਾਂਦਾ, ਅਤੇ ਆਪਾਂ ਕਿਉਂ ਨਾ ਇਹਨੂੰ ਬੰਨ੍ਹ ਲਈਏ। ਮੈਂ ਕਿਹਾ ਵੀ ਆਪਣੇ ਸਿੱਖਾਂ ਦੇ ਵਿੱਚ ਥੋੜ੍ਹੀ ਨੁਕਤਾਚੀਨੀ ਵਾਲਾ ਚੱਕਰ ਵੀ ਚੱਲ ਪੈਂਦਾ। ਮੇਰੀ ਤਾਂ ਹਾਂ ਹੀ ਆ, ਤੁਸੀਂ ਥੋੜ੍ਹਾ ਜਿਹਾ ਕਿਸੇ ਸਿਆਣੇ ਨੂੰ ਪੁੱਛ ਲਓ, ਕਿਸੇ ਜਥੇਦਾਰ ਸਾਹਿਬ ਨੂੰ, ਕਿਸੇ ਨੂੰ ਵੀ। ਉੱਥੇ ਗੁਰਦੁਆਰਾ ਸਾਹਿਬ ਦੇ ਕੋਈ ਪ੍ਰਧਾਨ ਸੀਗੇ ਲਖਨਊ, ਉਹਨਾਂ ਨਾਲ ਸੱਦ ਕੇ ਉਹਨਾਂ ਨੇ ਰਾਏ ਕੀਤੀ। ਉਹ ਕਹਿੰਦੇ ਵੀ ਇਹਦੇ 'ਚ ਕੀ ਹਰਜ ਆ। ਅਤੇ ਪਰ ਫਿਰ ਵੀ ਉਹ ਕਹਿੰਦੇ ਵੀ ਆਪਾਂ ਅਕਾਲ ਤਖ਼ਤ ਸਾਹਿਬ 'ਤੇ ਬੇਨਤੀ ਕਿ ਜਥੇਦਾਰ ਸਾਹਿਬ ਨੂੰ ਕਰ ਲੈਂਦੇ ਹਾਂ। ਉਦੋਂ ਬਦੰਤੀ ਸਾਹਿਬ ਸੀ ਸ਼ਾਇਦ, ਉਹਨਾਂ ਨੂੰ ਬੇਨਤੀ ਕੀਤੀ ਕਿ ਸਾਂਭਣ ਵਾਸਤੇ ਪੱਗ ਨੂੰ ਬੰਨ੍ਹਣਾ, ਨਾ ਕਿ ਕੋਈ ਟੋਪੀ ਬਣਾਉਣੀ ਹੈ ਅਤੇ ਕਿਸੇ ਮਤਲਬ ਇਸ ਤਰ੍ਹਾਂ ਦਾ ਮਾਹੌਲ ਆ। ਉਹ ਕਹਿੰਦੇ ਵੀ ਜਦੋਂ ਸੰਭਾਈ ਕਰਨੀ ਆ ਤਾਂ ਮਤਲਬ ਇਹ ਤਾਂ ਜਿਵੇਂ ਵੀ ਲੈਬ ਵਾਲੇ ਠੀਕ ਕਰਦੇ ਕਰ ਲੈਣ, ਕੋਈ ਇਹਦੇ 'ਚ ਇਤਰਾਜ਼ ਨਹੀਂ ਹੋਊ ਕਿਸੇ ਨੂੰ। ਚਲੋ ਉਹ ਚੀਜ਼ ਹੋਈ। ਫਿਰ ਉਹਨਾਂ ਨੇ ਇੰਗਲੈਂਡ ਦੇ ਜਿਹੜੇ ਆਪਣੇ ਚੇਅਰਮੈਨ ਐਂਟੈਕ ਲੈਬ ਦੇ ਕੈਪਟਨ ਅਮਰਿੰਦਰ ਸਿੰਘ ਆ, ਜਿਹੜੇ ਹੁਣ ਮੁੱਖ ਮੰਤਰੀ ਆ, ਇਹਨਾਂ ਨੇ ਵੀ ਉਦੋਂ ਤੋਂ ਬੜਾ ਸਹਿਯੋਗ ਦਿੱਤਾ ਕਿ ਕਰਾਓ ਨਿਸ਼ਾਨੀਆਂ ਠੀਕ। ਜੋ ਖਰਚਾ ਹੋਇਆ ਇੱਥੋਂ ਦੀ ਲੈਬ ਦਾ ਇਹਨਾਂ ਨੇ ਉਟਿਆ। ਇੰਗਲੈਂਡ ਦੀ ਜਿਹੜੀ ਲੈਬ ਹੈ ਐਂਟੈਕ ਲੈਬ, ਉੱਥੋਂ ਦੇ ਮਾਰਤੰਡ ਸਿੰਘ ਨਾਭੇ ਵਾਲਾ ਮਹਾਰਾਜਾ, ਉਹ ਉੱਥੋਂ ਦੇ ਮੁਖੀ ਹੈ। ਉਹਨਾਂ ਨੇ ਫਿਰ ਉੱਥੋਂ ਜਿਹੜਾ ਕੋਈ ਗੱਤਾ ਵਗੈਰਾ ਇਹਦੇ ਥੱਲੇ ਦਸਤਾਰ ਦੇ ਲਾਇਆ, ਇੱਕ ਕੱਪੜਾ ਖਾਸ ਤਰ੍ਹਾਂ ਦਾ ਮਲਮਲ ਦਾ ਥੱਲੇ ਵਲੇਟਿਆ, ਫਿਰ ਉਹ ਦਸਤਾਰ ਬੰਨ੍ਹੀ, ਬੰਨ੍ਹ ਕੇ ਫਿਰ ਹੁਣ ਜਿਵੇਂ ਦਿੰਦੀ ਆ। ਉਦੋਂ ਜਿਹੜੀ ਬੰਨ੍ਹਣ ਵੇਲੇ ਇਹਦੀ ਰੂਪ ਰੇਖਾ ਸੀ ਥੋੜ੍ਹੀ ਹੋਰ ਸੀਗੀ। ਉਦੋਂ ਬਾਅਦ ਇੱਕ ਵਾਰੀ ਫਿਰ ਅਸੀਂ ਜਦੋਂ ਗਏ ਆ, ਉਹਨਾਂ ਨੇ ਦੁਬਾਰਾ ਖੋਲ੍ਹ ਕੇ ਜਦੋਂ ਬੰਨ੍ਹੀ ਆ, ਅਤੇ ਉਦੋਂ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਲੱਗਦੀ ਆ।
ਜਾਣੀ ਇਹ ਇਸ ਤਰ੍ਹਾਂ ਨਿਸ਼ਾਨੀਆਂ ਦੀ ਜਿਹੜੀ ਸੇਵਾ ਸੰਭਾਲ ਆ ਸਾਰੀ ਹੋਈ। ਉੱਥੋਂ ਫਿਰ ਜਦੋਂ ਵਾਪਸ ਨਿਸ਼ਾਨੀਆਂ ਲੈ ਕੇ ਆਏ ਤਾਂ ਦਿੱਲੀ ਕਮੇਟੀ ਨੇ ਨਗਰ ਕੀਰਤਨ ਕੱਢਣਾ ਸੀ ਸਾਰੇ। 2 ਜਨਵਰੀ ਦਾ ਦਿਨ ਸੀ 2003 ਦਾ ਸ਼ਾਇਦ। ਪਰਮਜੀਤ ਸਿੰਘ ਸਾਹਿਬ ਦਾ ਜਦੋਂ ਉੱਥੇ ਕਾਰਡ ਦੇਣ ਆਏ ਸਦਨ ਦੇ ਵਿੱਚ, ਤਾਂ ਸਦਨ ਦੇ ਵਿੱਚ ਪਤਾ ਲੱਗਿਆ ਕਿ ਇੱਥੇ ਗੁਰੂ ਪਾਤਸ਼ਾਹ ਦੀਆਂ ਨਿਸ਼ਾਨੀਆਂ ਆਈਆਂ ਹੋਈਆਂ। ਤਾਂ ਉਹਨਾਂ ਨੇ ਬੜੇ ਉਤਸ਼ਾਹ ਨਾਲ ਕਹਿੰਦੇ ਵੀ ਜੇ ਨਿਸ਼ਾਨੀਆਂ ਦਿੱਲੀ 'ਚ ਆ ਹੀ ਚੁੱਕੀਆਂ ਤਾਂ ਕਿਉਂ ਨਾ ਸੰਗਤਾਂ ਦਰਸ਼ਨ ਕਰਨ। ਸਾਨੂੰ ਪੁੱਛਿਆ ਗਿਆ, ਅਸੀਂ ਆਖਿਆ ਵੀ ਅਸੀਂ ਤਾਂ ਤੁਹਾਡੇ ਨਾਲ ਹੀ ਹਾਂ, ਜਿਵੇਂ ਤੁਸੀਂ ਵੱਡੇ ਕਰੋਗੇ ਠੀਕ ਹੀ ਕਰੋਗੇ। ਚਲੋ ਇੱਕ ਸਪੈਸ਼ਲ ਗੱਡੀ ਤਿਆਰ ਕਰਵਾਈ ਗਈ, ਉਹਦੇ 'ਚ ਨਿਸ਼ਾਨੀਆਂ ਰੱਖ ਕੇ ਦਿੱਲੀ 'ਚ ਸਾਰੇ ਨਗਰ ਕੀਰਤਨ 'ਚ ਦਰਸ਼ਨ ਕਰਾਏ ਗਏ। ਸੰਗਤਾਂ ਨੇ ਫੋਨ ਕਰਨੇ ਸ਼ੁਰੂ ਕਰਤੇ ਕਮੇਟੀ ਨੂੰ ਕਿ ਜੀ ਐਂ ਤਾਂ ਦਰਸ਼ਨ ਵਾਲੀ ਕੋਈ ਗੱਲ ਬਣੀ ਨਹੀਂ, ਦੂਰੋਂ ਜ਼ਰੂਰ ਆਏ, ਇਕੱਠ ਵਾਲਾ ਸੀ, ਅਤੇ ਜੇ 5-10 ਦਿਨਾਂ ਦੀ ਇਜਾਜ਼ਤ ਲੈ ਕੇ ਬੰਗਲਾ ਸਾਹਿਬ ਰੱਖੋ ਅਜਾਇਬ ਘਰ ਦੇ ਵਿੱਚ ਤਾਂ ਅਸੀਂ ਸਾਰੇ ਵਧੀਆ ਦਰਸ਼ਨ ਕਰ ਲਈਏ। ਫਿਰ ਅਜਾਇਬ ਘਰ ਦੇ ਵਿੱਚ ਨਿਸ਼ਾਨੀਆਂ ਇਹ ਰੱਖੀਆਂ ਗਈਆਂ। ਅਤੇ ਉਦੋਂ ਨੂੰ ਪ੍ਰੈਸ ਆਪਦੀ ਸੀ ਦਿੱਲੀ ਕਮੇਟੀ ਦੀ, ਜੋ ਭਾਈ ਵੀਰ ਸਿੰਘ ਨੇ ਮਤਲਬ ਲਿਖਿਆ ਮਾਤਾ ਦੇਸਾਂ ਬਾਰੇ, ਉਹ ਸਾਰਾ ਇਤਿਹਾਸ ਪਵਾ ਕੇ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਦਰਸ਼ਨ ਕਰਨ ਆਉਂਦੀ ਸੀ ਉਹਨਾਂ ਨੂੰ ਵੰਡਿਆ। ਉਦੋਂ ਫਿਰ ਉਦੋਂ ਬਾਅਦ ਉੱਥੇ ਇੱਕ ਨਵੀਂ ਪਿਰਤ ਇਹ ਹੋ ਗਈ ਕਿ ਫਿਰ ਜਿਹੜੇ ਇਲਾਕਿਆਂ ਦੇ ਗੁਰਦੁਆਰੇ ਸੀ ਉਹਨਾਂ ਨੇ ਮੰਗ ਕਰਨੀ ਸ਼ੁਰੂ ਕਰਤੀ ਸਦਨ ਵਾਲਿਆਂ ਤੋਂ। ਤਾਂ ਉੱਥੋਂ ਫਿਰ ਉਹਨਾਂ ਗੁਰਦੁਆਰਿਆਂ 'ਚ ਵੀ 5-5 ਦਿਨ 4-4 ਦਿਨ ਸੰਗਤਾਂ ਨੂੰ ਸਾਰੇ ਤਕਰੀਬਨ ਮਹੀਨਾ-2 ਮਹੀਨੇ ਲੱਗੇ ਦਰਸ਼ਨ ਕਰਾਏ। ਤਾਂ ਉੱਥੋਂ ਹੀ ਥੋੜ੍ਹਾ ਬਾਹਰ ਦੀਆਂ ਸੰਗਤਾਂ ਨੂੰ ਵੀ ਹੋਇਆ ਅਸੀਂ ਵੀ ਦਰਸ਼ਨ ਦਿਦਾਰੇ ਕਰ ਲਈਏ। ਤਾਂ ਸਾਨੂੰ ਮਲੇਸ਼ੀਆ ਤੋਂ ਸੰਗਤ ਨੇ ਸੱਦਾ ਦਿੱਤਾ, ਉਹ ਫਿਰ ਆ ਕੇ ਲੈ ਕੇ ਵੀ ਗਏ, ਉੱਥੇ 2 ਮਹੀਨੇ ਦਰਸ਼ਨ ਕਰਾਏ। ਫਿਰ ਸਿੰਗਾਪੁਰ ਇੱਕ ਆਤਮ ਰਸ ਕੀਰਤਨ ਦਰਬਾਰ ਕਰਾਉਂਦੇ ਆ ਗੁਰਮੁਖ ਪਿਆਰੇ ਬਿਕਰਮਜੀਤ ਸਿੰਘ ਠੁਕਰਾਲ ਹੈ, ਫਿਰ ਉਹਨਾਂ ਨੇ ਸਾਨੂੰ ਤਕਰੀਬਨ ਹੀ ਹੁਣ ਤਾਂ ਮਤਲਬ 4-5ਵੀਂ ਵਾਰ ਬੁਲਾਇਆ, ਪਿੱਛੇ ਵੀ ਅਸੀਂ ਜਾ ਕੇ ਆਏ ਹਾਂ। ਜਾਣੀ ਫਿਰ ਸੰਗਤਾਂ ਉੱਥੇ ਦਰਸ਼ਨ ਦਿਦਾਰੇ ਕਰਦੀਆਂ, ਜਿੱਥੋਂ ਵੀ ਕੋਈ ਸੱਦਾ ਪੱਤਰ ਆਉਂਦਾ। ਇਹ ਦਸਤਾਰ ਦੇ ਦਰਸ਼ਨ ਹੁਣ ਇਸ ਸਾਲ ਜਨਵਰੀ ਦੇ ਵਿੱਚ ਔਰੰਗਾਬਾਦ ਦੀਆਂ ਸੰਗਤਾਂ ਨੇ ਗੁਰਪੁਰਬ ਦੇ ਮੌਕੇ 'ਤੇ ਸਾਨੂੰ ਬੁਲਾਇਆ ਸੀਗਾ, ਉੱਥੇ ਵੀ ਜਾ ਕੇ ਆਏ ਹਾਂ। ਉੱਥੋਂ ਫਿਰ ਹੋਰ ਵੀ ਜਿਹੜੇ ਆਸੇ-ਪਾਸੇ ਇਲਾਕੇ ਸੀਗੇ ਉੱਥੇ ਦਰਸ਼ਨ ਦਿਦਾਰੇ ਕਰਾ ਕੇ ਆਏ ਹਾਂ। ਜਾਣੀ ਇਹ ਨਿਸ਼ਾਨੀਆਂ ਫਿਰ ਇੱਥੇ ਇਸ ਤਰ੍ਹਾਂ ਸਾਂਭਦੇ, ਇਹਦੀ ਸੇਵਾ ਸੰਭਾਲ ਕਰਦੇ ਅਸੀਂ ਹੁਣ ਤੱਕ ਇਹਨੂੰ। ਇਸੇ ਤਰ੍ਹਾਂ ਹੀ ਜੋ ਸੰਗਤ ਆਉਂਦੀ ਆ ਉਹਨੂੰ ਵੀ ਇਹੀ ਬੇਨਤੀ ਕਰਦੇ ਹਾਂ। ਪਰ ਇੱਥੋਂ ਦੇਖ ਕੇ ਇਹ ਲੱਗਦਾ ਕਿ ਇੱਥੇ ਸੰਗਤ ਜਿੰਨੀ ਵੀ ਕੋਈ ਜੇ ਕੋਈ ਵੱਡਾ ਛੋਟਾ ਵੀ ਆ ਜਾਂਦਾ ਕਿ ਅਸੀਂ ਇੱਥੇ ਸੇਵਾ ਕਰਾਉਣੀ ਆ, ਕਰਾ ਕੇ ਜਾਵਾਂਗੇ, ਮੁੜ ਕੇ ਪਤਾ ਨਹੀਂ ਇੱਥੇ ਕੀ ਡਿੱਕਾ ਪੈਂਦਾ ਕਿ ਉਹ ਵਾਪਸ ਨਹੀਂ ਆਉਂਦਾ ਹੈ। ਕਈ ਤਾਂ ਸੰਪਰਦਾਵਾਂ ਵੀ ਆ ਮੁੜ ਗਈਆਂ। ਉੱਥੋਂ ਪਤਾ ਲੱਗਦਾ ਕਿ ਸਤਿਗੁਰੂ ਦੀ ਕੋਈ ਰਜਾ ਸ਼ਾਇਦ ਹੋਰ ਆ, ਕਿਉਂਕਿ ਇੱਕ ਵਾਰੀ ਕਾਰ ਸੇਵਾ ਵਾਲੇ ਇੱਥੇ ਆ ਗਏ ਸੀਗੇ ਜਿਹੜੇ ਕਿ ਬਾਦਲ ਪਿੰਡ ਗੁਰਦੁਆਰਾ ਬਣਾਉਂਦੇ, ਇੱਥੇ ਆਏ ਦਰਸ਼ਨ ਕਰਨ ਸੀ। ਬੀਬਾ ਜੀ ਨੇ ਕਹਿਤਾ ਤੁਸੀਂ ਸਾਡੇ ਨਗਰ ਦਾ ਗੁਰਦੁਆਰਾ ਹੀ ਬਣਾ ਦਿਓ। ਤਾਂ ਉਹ ਇੱਥੇ ਆਏ ਤਾਂ ਉਹਨਾਂ ਨੇ ਫਿਰ ਹੌਲੀ ਹੌਲੀ ਪੁਰਾਣੀ ਚੀਜ਼ ਦੀ ਇਹ ਸਮਝ ਨਹੀਂ ਆਈ ਹੈ ਕਿ ਇਹ ਰੱਖਣਾ ਕਿਉਂ ਨਹੀਂ ਚਾਹੁੰਦੇ। ਇਹ ਗੱਲ ਦਾ ਸਾਨੂੰ ਨਹੀਂ ਪਤਾ ਲੱਗਿਆ। ਸਾਨੂੰ ਵਿੱਚੋਂ ਹੀ ਫਿਰ ਉਹਨਾਂ ਦੇ ਜਿਹੜੇ ਰਹਿਣ ਵਾਲੇ ਵਿੱਚ ਗੁਰਸਿੱਖ ਚੰਗੇ ਵੀ ਹੁੰਦੇ ਆ, ਜੋ ਦੱਸਿਆ ਕਿ ਬਾਬਾ ਜੀ ਇਹਨਾਂ ਦਾ ਮਤ ਹੀ ਇਹ ਪਾਇਆ ਵਾ ਕਿ ਇਹਨੂੰ ਸਿੱਟ ਲਈਏ ਪਹਿਲਾਂ, ਫਿਰ ਇੱਥੇ ਕੁਝ ਬਣਾਈਏ ਅਤੇ ਇਹ ਕਿਸੇ ਦਿਨ ਇਹਨੂੰ ਖਰਾਬ ਕਰਨਗੇ, ਪਾਣੀ ਵਗੈਰਾ ਛੱਡਣਗੇ। ਚਲੋ ਅਸੀਂ ਆਖਿਆ ਵੀ ਬਥੇਰਾ ਕਹਿੰਦੇ ਆ, ਨਗਰ ਨੂੰ ਵੀ ਕਿਹਾ, ਫਿਰ ਨਗਰ ਕਿਹਾ ਕਰੇ ਜੀ ਤੁਸੀਂ ਤਾਂ ਸੇਵਾ ਨਹੀਂ ਕਰਨ ਦਿੰਦੇ। ਤਾਂ ਉਦੋਂ ਫਿਰ ਜਦੋਂ ਇੱਕ ਰਾਤ ਮੈਂ ਦਿੱਲੀ ਗਿਆ ਹੋਇਆ ਸੀ ਅਤੇ ਉਹਨਾਂ ਨੇ ਰਾਤ ਨੂੰ ਪਾਣੀ ਛੱਡਤਾ। ਮੈਨੂੰ ਉਹ ਇੱਕ ਸਿੰਘ ਨੇ ਵਿੱਚੋਂ ਫੋਨ ਕਰਤਾ, ਕਹਿੰਦੇ ਬਾਬਾ ਜੀ ਪਾਣੀ ਛੱਡਤਾ, 7 ਤੇ ਤੜਕੇ ਨੂੰ 7 ਬਹਿ ਜਾਣੀ ਹੈ। ਉੱਥੋਂ ਫਿਰ ਅਸੀਂ ਆਪਦੇ 2-4 ਸਿੰਘਾਂ ਨੂੰ ਫੋਨ ਕੀਤਾ ਵੀ ਜਾ ਕੇ ਦੇਖੋ। ਉਹਨਾਂ ਨੇ ਆ ਕੇ ਦੇਖਿਆ ਤੇ ਜੋ ਕਿਹਾ, ਕਹਿੰਦੇ ਜੀ ਵੈਸੇ ਪਾਈਪ ਖੁੱਲ੍ਹੀ ਰਹਿ ਗਈ ਰਾਤ, ਉੱਥੇ ਛਿੜਕਾਅ ਕਰਦੇ ਸੀਗੇ, ਐਂ ਕਰਦੇ ਸੀ। ਫਿਰ ਜਦੋਂ ਇਹੋ ਜਿਹੀਆਂ ਗੱਲਾਂ ਨੋਟ ਕਰਦੇ ਰਹੇ, ਫਿਰ ਹੋਰ ਕੁਛ ਨੋਟ ਕੀਤੀਆਂ, ਫਿਰ ਉਹਨਾਂ ਨੂੰ ਮਤਾ ਪਾ ਕੇ ਦਿੱਤਾ ਵੀ ਤੁਹਾਨੂੰ ਤੁਹਾਡੀ ਸੇਵਾ ਦੀ ਲੋੜ ਨਹੀਂ ਹੈ। ਫਿਰ ਜਾਣੀ ਉਹ ਚਲੇ ਗਏ। ਹੁਣ ਇੱਥੇ ਸੇਵਾ ਜਾਣੀ ਕਹਿ ਲਓ ਵੀ ਦਰਬਾਰ ਸਾਹਿਬ ਇਹ ਬਣ ਚੁੱਕਿਆ ਜਿੰਨਾ ਕੁ ਹੈਗਾ 2 ਮੰਜ਼ਿਲਾ। ਇੱਥੇ ਕਹਿ ਲਓ ਜੋੜੀਆਂ ਦੀ ਸੇਵਾ ਰਹਿੰਦੀ ਆ। ਪੱਥਰ ਥੱਲੇ ਤਾਂ ਆਪਾਂ ਲਾਉਣੇ ਨਹੀਂ, ਉਹ ਤਾਂ ਬੁਰਜ ਦੇ ਲਾਮੀ ਕੱਚੇ ਹੀ ਰੱਖਣਾ। ਦਰਬਾਰ ਸਾਹਿਬ ਦੇ ਵਿੱਚ ਪੱਥਰ ਦੀ ਸੇਵਾ ਤਾਂ ਇੰਨੇ ਨਾਲ ਇਹਨੇ ਪੂਰਾ ਹੋ ਜਾਣਾ। ਅੱਗੇ ਜਿਵੇਂ ਜਿਵੇਂ ਸੰਗਤਾਂ ਸਹਿਯੋਗ ਦੇਣਗੀਆਂ ਲੰਗਰ ਹਾਲ ਬਣ ਜਾਣਾ। ਜਾਂ ਕੁਛ ਸੰਗਤਾਂ ਦਾ ਇੱਥੇ ਆ ਕੇ ਮਨ ਕਰਦਾ ਕਿ ਅਸੀਂ ਇੱਥੇ ਰਹਿ ਕੇ 2-4 ਦਿਨ ਲਾਈਏ ਜਾਂ 2 ਦਿਨ ਲਾਈਏ, ਬੁਰਜ ਸਾਹਿਬ 'ਚ ਬਹਿ ਕੇ ਸਿਮਰਨ ਕਰੀਏ, ਕਿਉਂਕਿ ਇੱਥੋਂ ਦੀ ਜਿਹੜੀ ਚਰਨ ਛੋਹ ਪ੍ਰਾਪਤ ਆ ਮਾਤਾ ਸਾਹਿਬ ਕੌਰ ਸੁੰਦਰ ਕੌਰ 10ਵੇਂ ਪਾਤਸ਼ਾਹ ਦੀ, ਇੱਕ ਹੋਰ ਤਰ੍ਹਾਂ ਦੀ ਵਾਈਬ੍ਰੇਸ਼ਨ ਆ। ਬੰਦਾ ਜਦੋਂ ਅੰਦਰ ਆ ਕੇ ਬਹਿੰਦਾ ਉਹ ਮਹਿਸੂਸ ਕਰਦਾ, ਜਿਹੜਾ ਸਿਮਰਨ ਕਰਨ ਵਾਲਾ ਉਹਨੂੰ ਮਹਿਸੂਸ ਹੁੰਦਾ ਕਿ ਹਾਂ ਗੱਲ ਕੋਈ ਹੈ। ਤਾਂ ਫਿਰ ਉਹਦਾ ਜੀ ਕਰਦਾ ਮੈਂ ਵੱਧ ਰਹਾਂ। ਪਰ ਰਹਿਣ ਵੇਲੇ ਕੀ ਹੁੰਦਾ ਕਿ ਉਨੇ ਹਾਲਾਤ ਹਲੇ ਇੱਥੇ ਕੋਈ ਸਰਾਂ ਨਹੀਂ ਬਣੀ ਹੈ ਜਾਂ ਉਸ ਤਰ੍ਹਾਂ ਦੀ ਸੇਵਾ ਹਲੇ ਨਹੀਂ ਹੋਈ। ਸਾਰੀਆਂ ਸੰਗਤਾਂ ਨੂੰ ਜਿਹੜੀਆਂ ਮੁਲਾਕਾਤ ਦੇਖਣਗੀਆਂ ਸੁਣਨਗੀਆਂ, ਉਹਨਾਂ ਦੇ ਚਰਨਾਂ 'ਚ ਸਾਰਿਆਂ ਦੀ ਬੇਨਤੀ ਹੈ ਕਿ ਇਹ ਚੱਕ ਫਤਿਹ ਸਿੰਘ ਵਾਲਾ ਭੁੱਚੋ ਮੰਡੀ ਦੇ ਨੇੜੇ ਪੈਂਦਾ, ਜ਼ਿਲ੍ਹੇ ਬਠਿੰਡੇ 'ਚ। ਦਮਦਮਾ ਸਾਹਿਬ ਤੋਂ ਉੱਤਰ ਵਾਲੇ ਪਾਸੇ 28 ਕਿਲੋਮੀਟਰ ਹੈ। ਇੱਥੇ ਜਦੋਂ ਵੀ ਆਉਣ ਦਮਦਮਾ ਸਾਹਿਬ ਜਾਂ ਮੁਕਤਸਰ ਸਾਹਿਬ ਤਾਂ ਇੱਥੇ ਦਰਸ਼ਨ ਦਿਦਾਰੇ ਜ਼ਰੂਰ ਕਰਨ ਆਉਣ। ਨਾਲ ਬੇਨਤੀ ਇਹ ਵੀ ਹੈ ਕਿ ਜਿਹੜਾ ਕੋਈ ਗੁਰਮੁਖ ਪਿਆਰਾ ਸੇਵਾ ਕਰਾਉਣੀ ਚਾਹੁੰਦਾ, ਆਪਦੇ ਮਾਤਾ ਪਿਤਾ ਦੇ ਨਾਂ 'ਤੇ ਜਾਂ ਹੋਰ ਕੋਈ ਕਮਰੇ ਬਣਾ ਕੇ ਦੇ ਸਕਦਾ, ਉਹ ਵੀ ਇੱਥੇ ਆ ਕੇ ਆਪਦੇ ਹੱਥੀਂ ਸੇਵਾ ਕਰਵਾ ਸਕਦਾ ਜਿਹੜੀ ਵੀ ਕਰਨੀ ਹੈ। ਹੋਰ ਵੀ ਬਾਹਰ ਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਧਿਆਨ ਦੇ ਕੇ ਜਿਹੜੀਆਂ ਪੁਰਾਤਨ ਵਿਰਾਸਤਾਂ ਇੱਥੇ ਆ ਜਾਂ ਕਿਤੇ ਹੋਰ ਵੀ ਆ, ਉਹਦੇ ਵੱਲ ਧਿਆਨ ਦੇਣ। ਜਿੰਨੀਆਂ ਕੁ ਚੀਜ਼ਾਂ ਬਚੀਆਂ ਉਹ ਬਚੀਆਂ ਰਹਿ ਸਕਣ। ਹੁਣ ਜਿਵੇਂ ਆਪਣਾ ਇਹ ਬੁਰਜ ਹੈ,
ਇਹਨੂੰ ਸਦਨ ਵਾਲਿਆਂ ਨੇ ਯਾਨੀ ਸਾਰੇ ਡਿਸਕਸ ਕਰਕੇ ਸਾਨੂੰ ਦੱਸਿਆ ਕਿ ਸਾਡੀ ਨਜ਼ਰ ਦੇ ਵਿੱਚ ਅਸੀਂ ਸਾਰੇ ਘੁੰਮ ਲਏ, ਇਸ ਤਰ੍ਹਾਂ ਦੀ ਨਿਸ਼ਾਨੀ ਕਿਤੇ ਹੋਰ ਨਹੀਂ ਬਚੀ ਹੈ ਦੁਨੀਆ ਦੇ ਵਿੱਚ। ਇੱਕੋ ਇੱਕ ਆਖਰੀ ਨਿਸ਼ਾਨੀ ਆ ਪਾਤਸ਼ਾਹ ਦੀ ਇਮਾਰਤ ਰੂਪ ਦੇ ਵਿੱਚ, ਜਿਹੜੀ ਸਹੀ ਸਲਾਮਤ ਉਸੇ ਤਰ੍ਹਾਂ ਜਿੱਥੇ ਬਹਿ ਕੇ ਉਹ ਆਨੰਦ ਮਹਿਸੂਸ ਕੀਤਾ ਜਾ ਸਕਦਾ। ਸਾਡੀ ਹੁਣ ਸਾਰੀ ਕੋਸ਼ਿਸ਼ ਇਹੀ ਹੈ ਕਿ ਇਹਨੂੰ ਕਿਸੇ ਤਰ੍ਹਾਂ ਵੀ ਯਾਨੀ ਖਰਾਬ ਨਾ ਹੋਣ ਦਈਏ, ਇਹਨੂੰ ਵਧੀਆ ਢੰਗ ਨਾਲ ਸਾਂਭ ਲਈਏ। ਉਹਦੇ ਲਈ ਜੋੜੀਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਜੋੜੀਆਂ ਲੱਗ ਜਾਣ ਤਾਂ ਜਿਹੜਾ ਮੀਂਹ ਦੀ ਵਸੜ ਦਾ ਪਾਣੀ ਹਲੇ ਉਹਨਾਂ ਥਾਵਾਂ ਵੀ ਹਲੇ ਵੀ ਅੰਦਰ ਧਰਤੀ ਗਿੱਲੀ ਹੋ ਜਾਂਦੀ ਹੈ। ਤੁਸੀਂ ਦੇਖਿਆ ਕਿ ਇਹ ਡੂੰਘਾ ਬਣਿਆ ਹੋਇਆ, ਧਰਤੀ ਦੇ ਲੈਵਲ ਤੋਂ 6-7 ਫੁੱਟ ਡੂੰਘਾ, ਜੋ ਸਾਰੀ ਧਰਤੀ ਮੀਂਹ ਨਾਲ ਗਿੱਲੀ ਹੋ ਜਾਂਦੀ ਹੈ ਤਾਂ ਅੰਦਰ ਸਿੱਲ ਆਉਂਦੀ ਸੀ, ਜਿਹਦਾ ਕਰਕੇ ਦਰਬਾਰ ਸਾਹਿਬ ਇਹਦੇ ਆਸੇ-ਪਾਸੇ ਬਣਾਇਆ। ਪਰ ਫਿਰ ਵੀ ਹਲੇ ਆਉਂਦੀ ਆ, ਤੇ ਜਿਹਦੇ ਹੋਰ ਵੀ ਹੱਲ ਕੱਢੇ ਜਾ ਸਕਦੇ ਆ। ਤਾਂ ਫਿਰ ਪਾਤਸ਼ਾਹ ਇੱਥੇ ਜਦੋਂ 9 ਦਿਨ ਰਹੇ ਆਪਾਂ ਉਹ ਗੱਲ ਨੂੰ ਸਿਰੇ ਲਾਈਏ ਤਾਂ ਜਾਣ ਵੇਲੇ ਪਾਤਸ਼ਾਹ ਨੇ ਮਾਤਾ ਦੇਸਾਂ ਨੂੰ ਆਪਣੀ ਦਸਤਾਰ ਨਿਸ਼ਾਨੀ ਵਜੋਂ ਦਿੱਤੀ, ਮਾਤਾ ਸੁੰਦਰ ਕੌਰ ਨੇ ਆਪਣੀਆਂ ਖੜਾਵਾਂ, ਸਾਹਿਬ ਕੌਰ ਨੇ ਆਪਣਾ ਜੁੱਤਾ, ਹੋਰ ਜਿਹੜੀਆਂ ਨਿਸ਼ਾਨੀਆਂ ਜਿਵੇਂ ਪਲੰਘ ਦੀਆਂ ਚਾਦਰਾਂ, ਪਲੰਘ ਉਹ ਕੁਦਰਤੀ ਇੱਥੋਂ ਦੀਆਂ ਹੈ ਨਾ, ਉਹਨਾਂ ਦੇ ਚਰਨ ਲੱਗੇ ਹੋਏ ਨੇ। ਪੀੜਾ ਜੀ ਤੇ ਮਾਤਾ ਸਾਹਿਬ ਕੌਰ ਬਹਿੰਦੇ ਰਹੇ ਜਦੋਂ ਬੀਬੀ ਦੇਸਾਂ ਕੋਲ ਵੱਧ ਰਹੇ। ਉਹ ਚੋਰਾ ਪ੍ਰਸਾਦੇ ਲਾਉਣ ਵਾਲੀ ਤਵੀ ਆ ਹੈ ਨਾ, ਇਹ ਸਾਰੀਆਂ ਨਿਸ਼ਾਨੀਆਂ ਉਦੋਂ ਫਿਰ ਲੈਬ ਨੇ ਠੀਕ ਕੀਤੀਆਂ, ਜਿਹੜੀਆਂ ਉਸੇ ਤਰ੍ਹਾਂ ਹੀ ਹੁਣ ਸੰਭਾਲੀਆਂ ਹੋਈਆਂ। ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਰਹਿੰਦੀਆਂ ਇੱਥੇ ਸਾਰੀਆਂ। ਸੰਗਤਾਂ ਦੇ ਚਰਨਾਂ 'ਚ ਇਹ ਵੀ ਬੇਨਤੀ ਹੈ ਕਿ ਜੋ ਵੀਰ ਜੀ ਆਪਦੇ ਚੈਨਲ 'ਤੇ ਇਹ ਉਪਰਾਲਾ ਕਰ ਰਹੇ ਆ ਗੁਲਾਬਗੜ੍ਹ ਤੋਂ, ਇਹਨਾਂ ਦਾ ਵੀ ਸਹਿਯੋਗ ਦੇਣ, ਚੈਨਲ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨ। ਇੱਥੋਂ ਦਾ ਗੁਰੂ ਘਰ ਦਾ ਜੋ ਪੇਜ ਹੈ ਫੇਸਬੁੱਕ 'ਤੇ ਸਹਿਜ ਫਕੀਰ ਬਾਬਾ ਜਸਵੀਰ ਸਿੰਘ, YouTube 'ਤੇ ਨਾਨਕ ਸਹਿਜਯੋਗ ਚੈਨਲ ਹੈ, ਜਿਹਦੇ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੋਂ ਦੀਆਂ ਸਿਮਰਨ ਦੀਆਂ ਸਾਧਨਾਂ ਦੀਆਂ ਵੀਡੀਓ ਆਪਾਂ ਅਪਲੋਡ ਕਰਾਂਗੇ। ਇੱਕ ਪੈਲ ਕੰਪਨੀ ਵੱਲੋਂ ਜਿਹੜਾ ਇੱਥੋਂ ਦਾ ਇਤਿਹਾਸ ਪ੍ਰਸੰਗਮਈ ਦੇਸਾਂ ਉਹ YouTube 'ਤੇ ਪਾ ਦਿੱਤਾ ਗਿਆ। ਤੁਸੀਂ ਸਰਚ ਕਰੋਗੇ ਪ੍ਰਸੰਗਮਈ ਦੇਖਾਂ, ਸਾਰਾ ਦੇਸਾਂ ਸਾਰਾ ਇਤਿਹਾਸ ਜਿੰਨਾ ਕਿ ਅਸੀਂ ਬੋਲਿਆ ਉਹ ਸਾਰਾ ਉਹਦੇ ਵਿੱਚ ਕਵੀਸਰੀ ਰੂਪ ਦੇ ਵਿੱਚ ਭਾਈ ਨਛੱਤਰ ਸਿੰਘ ਮਹਿਮੇ ਸਰਜੇ ਵਾਲੇ ਜੋ ਕਵੀਸਰ ਨੇ, ਬਾਬੂ ਰਾਜਬੜੀ ਦੇ ਸ਼ਾਗਿਰਦ ਨੇ, ਉਹਨਾਂ ਨੇ ਬਹੁਤ ਸੋਹਣਾ ਗਾਇਆ। ਅਮਰੀਕ ਸਿੰਘ ਦਵੜੀ ਖਾਨਾ ਹੋਰਾਂ ਨੇ ਬਹੁਤ ਸੋਹਣਾ ਪ੍ਰਸੰਗ ਉਹ ਲਿਖਿਆ ਹੋਇਆ। ਉਹਨਾਂ ਦੇ ਨਾਨਕੇ ਹੋਣ ਕਾਰਨ, ਬਚਪਨ ਤੋਂ ਪਿਆਰ ਹੋਣ ਕਾਰਨ ਸਾਰਾ ਇਤਿਹਾਸ ਪੜ੍ਹ ਕੇ ਬਾਚ ਕੇ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਲਿਖਿਆ। ਉਹ ਤੁਸੀਂ ਸਰਚ ਕਰਕੇ ਪ੍ਰਸੰਗਮਈ ਦੇਸਾਂ ਪਾਤਸ਼ਾਹੀ 10ਵੀਂ ਉਹ ਵੀ ਸੁਣ ਸਕਦੇ ਹੋ YouTube ਤੋਂ। ਅਤੇ ਜੋ ਇੱਦਾਂ ਦੇ ਵੀਰਾਂ ਹੋਰਾਂ ਦੇ ਚੈਨਲ ਹੈ ਉਹਨੂੰ ਵੀ ਤੁਸੀਂ ਅੱਗੇ ਸ਼ੇਅਰ ਕਰੋ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ, ਸਾਰਿਆਂ ਨੂੰ ਜੀ ਆਇਆਂ ਨੂੰ। ਬੋਲਦਿਆਂ ਕੋਲੋਂ ਕਈ ਵਾਰ ਕੀ ਹੁੰਦਾ, ਜਦੋਂ ਆਪਾਂ ਲੰਬੀ ਗੱਲ ਕਰੀ ਜਾਂਦੇ ਹਾਂ, ਕੁਛ ਬਚਨ ਐਸੇ ਵੀ ਨਿਕਲ ਜਾਂਦੇ ਆ ਜਿਹੜੇ ਕਿ ਨਹੀਂ ਬੋਲਣੇ ਚਾਹੀਦੇ ਹੁੰਦੇ, ਪਰ ਉਹਦੇ 'ਚ ਬੇਨਤੀ ਹੈ ਕਿ ਜੇ ਕੋਈ ਐਸਾ ਬਚਨ ਬੋਲਿਆ ਗਿਆ ਹੋਵੇ ਤਾਂ ਮਾफ़ੀ ਚਾਹੁੰਦੇ ਆ। ਅਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਇਤਿਹਾਸ ਦੀ ਸਾਂਝ ਪਾਈ। ਤੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।